गुरु गरीब नवाज जियो निताणियां दे तान नेउटियां दियो धन धन श्री गुरु ग्रंथ साहिब जियो महाराज मर भी ना जाने कोई ऐसी मरनी जो मरे बहुर ना मरना होए कबीर मरूं ता हर कै द्वार मत हर पूछे कौन है परा हमारे बार बोलो सतनाम श्री वाहिगुरु जी। वो तां हर वेले एहो आखदे
ਪੁੱਤ ਲੈ ਲੈ ਮੇਰਾ ਵਸਦਾ ਘਰ ਬਰਬਾਦ ਕਰ ਦੇ ਚੁਣ ਲੈ ਨੋਹਾਂ ਦੇ ਨਾਲ ਪਰਿਵਾਰ ਮੇਰਾ ਮੇਰੇ ਦੇਸ਼ ਦੇ ਤਾਈਂ ਆਜ਼ਾਦ ਕਰ ਦੇ ਸਿੱਖ ਸਿਦਕ ਨਿਭਾਉਂਦਾ ਧੜਕੇ ਨਾ ਉਹ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜਕੇ ਨਾ ਮੁਖਵਾ ਕਲਗੀਆਂ ਵਾਲੇ ਦਾ ਅਨੋਖੀ ਸਾਂਝ ਬਣਾਈ ਏ ਵੇਖਣ ਨੂੰ ਪੰਜ ਪਿਆਰੇ ਸੀ ਪਰ ਲੱਗਦੇ ਭਾਈ ਭਾਈ ਏ ਬਾਟੇ ਤੋਂ ਅੰਮ੍ਰਿਤ ਤੇ ਉਸਨੇ ਇੱਕ ਅਨੋਖੀ ਸਾਂਝ ਬਣਾਈ ਏ ਵੇਖਣ ਨੂੰ ਪੰਜ ਪਿਆਰੇ ਸੀ ਪਰ ਲੱਗਦੇ ਭਾਈ ਭਾਈ ਮਰਿਆਦਾ ਪੰਜਾਂ ਕੱਕਿਆਂ ਦੀ ਮਰਿਆਦਾ ਪੰਜਾਂ ਕੱਕਿਆਂ ਦੀ ਤੁਸੀਂ ਭੁੱਲਿਓ ਜ਼ਬਾਨੀ ਪੜ ਕੇ ਨਾ ਉਹ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜ ਕੇ ਨਾ ਮੁਖਵਾ ਕਲਗੀਆਂ ਵਾਲੇ ਦਾ ਆਪਣੇ ਹੇਠ ਵਿਛਾਏ ਨੇ ਉਹਨੇ ਆਪਣੇ ਦੀਪ ਬੁਝਾ ਕੇ ਤੇ ਘਰ ਘਰ ਵਿੱਚ ਦੀਪ ਜਲਾਏ ਨੇ ਉਹਨੇ ਕੌਮ ਦੇ ਕੰਡੇ ਚੁੱਕ ਚੁੱਕ ਕੇ ਤੇ ਆਪਣੇ ਹੇਠ ਵਿਛਾਏ ਨੇ ਉਹਨੇ ਆਪਣੇ ਦੀਪ ਬੁਝਾ ਕੇ ਤੇ ਘਰ ਘਰ ਵਿੱਚ ਦੀਪ ਜਲਾਏ ਨੇ ਉਸ ਦੇ ਪਿਤਾ ਦੀ ਨੇਕੀ ਨੂੰ ਉਸ ਦੇ ਪਿਤਾ ਦੀ ਨੇਕੀ ਨੂੰ ਤੁਸੀਂ ਰੋਲਿਓ ਜ਼ਬਾਨੀ ਪੜ ਕੇ ਨਾ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜ ਕੇ ਨਾ ਮੁਖਵਾ ਕਲਗੀਆਂ ਵਾਲੇ ਦਾ
ਮਜਲੂਮਾਂ ਤੇ ਮਾਸੂਮਾਂ ਦੀ ਮਜਲੂਮਾਂ ਤੇ ਮਾਸੂਮਾਂ ਦੀ ਜਦ ਰਾਖੀ ਕਰਨੀ ਪੈਂਦੀ ਏ ਉਦੋਂ ਹਰ ਮੁਸ਼ਕਲ ਦੇ ਹੁੰਦਿਆਂ ਵੀ ਹਰ ਔਕੜ ਜਰਨੀ ਪੈਂਦੀ ਏ ਮਜਲੂਮਾਂ ਤੇ ਮਾਸੂਮਾਂ ਦੀ ਜਦ ਰਾਖੀ ਕਰਨੀ ਪੈਂਦੀ ਏ ਉਦੋਂ ਹਰ ਮੁਸ਼ਕਲ ਦੇ ਹੁੰਦਿਆਂ ਵੀ ਹਰ ਔਕੜ ਜਰਨੀ ਪੈਂਦੀ ਏ ਮਜਲੂਮਾਂ ਤੇ ਮਾਸੂਮਾਂ ਦੀ ਜਦ ਰਾਖੀ ਕਰਨੀ ਪੈਂਦੀ ਏ ਉਦੋਂ ਹਰ ਮੁਸ਼ਕਲ ਦੇ ਹੁੰਦਿਆਂ ਵੀ ਹਰ ਔਕੜ ਜਰਨੀ ਪੈਂਦੀ ਏ ਮੇਰਾ ਸੱਚਾ ਸਿੱਖ ਮੁਹਾਰ ਮੀਆਂ ਮੇਰਾ ਸੱਚਾ ਸਿੱਖ ਮੁਹਾਰ ਮੀਆਂ ਕਦੇ ਬੇਦੋਸ਼ੀਆਂ ਸਿਰ ਕੜ ਕੇ ਨਾ ਉਹ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜ ਕੇ ਨਾ ਮੁਖਵਾ ਕਲਗੀਆਂ ਵਾਲੇ ਦਾ ਮੁਖਵਾ ਕਲਗੀਆਂ ਵਾਲੇ ਦਾ ਸਿੱਖ ਨਿਭਾਉਂਦਾ ਤੜਕੇ ਨਾ ਉਹ ਤਾਂ ਕੰਡਿਆਂ ਤੇ ਸੁੱਤਾ ਸੀ ਮੇਰੀ ਕੌਮ ਨੂੰ ਕੰਡਾ ਰੜ ਕੇ ਨਾ ਮੁਖਵਾ ਕਲਗੀਆਂ ਵਾਲੇ ਦਾ ਹੋ ਵਾਹਿਗੁਰੂ गुरु गोबिंद सिंह गुर कादरे हर कार के सदके पनाहा हर दो आलम उस सच्ची सरकार के सदके जिन्हें अपने बेगाने कभी जलीलो ख्वार करते थे किए जिस सरदार उस बेकसों के यार के सदके सजायत दी अनायत दी मुगत और जुगत दर खोले दिया जिस नाम दा अमृत मैं उसदा तार के सदके बैरागी जिसका बंदा था सैद खां जिस पे सैदा था जिसे नंद लाल ने देखा था मैं उस दीदार के सदके खबर सरहंद से आना वो सुनकर तेरा फुरमाना अमानत थी अदा हो गई तेरे आसार के सदके तेरे परिवार ने पिए प्याले शहादत के मेरे सरबंसदानी मैं तेरे परिवार के सदके सूड़ थी सुराही जिसकी प्याला था खंजर जिसका लड़ाए खुम के खुम जिसने मैं उस कुआर के सदके मां सिंह लापे जान लेकर जिस दिन तेरे पहलू में लेटा था जो उसके साथ तूने की मैं उस गुप्तार के सदके हूं तर दामन तेरा बंदा मेरे सतगुरु पैज रखना अपने पतत पावन बिरद बख्शण हार के सदके अगर बख्शे कर्म तेरा ना बख्शे शिकायत क्या तेरे इकरार के सदके तेरे इनकार के सदके वालिए कुल आलम दो जहाना दे मालिक साहिब श्री गुरु ग्रंथ साहिब जी की पवित्र हजूरी अंदर जुड़ बैठे गुरु रूप गुरु सवारे सत्कार जो खालसा जी भागां वाले हाँ सतगुरु ने कृपा की है 84 लाख जून तो सर्वोत्तम जून मनुख की बख्शिश करके अपनी गोद विच बैठन का सानू मौका बख्शिश किया है पता नहीं नगर विच होर भी किन्ने मनुख वसदे होण उन्हां दे कर्मां विच संगत हो सकदा शायद ना होवे ये साडे चंगे भागां दी निशानी है भी असीं गुरु ग्रंथ साहिब दी पवित्र गोद विच बैठ के बाबाणियां कहानियां पुत सपुत करेण दे महावाकां अनुसार अपने वड वडेरियां नूं
ਉਹਨਾਂ ਦੇ ਕਰਨੀ ਨਾਮੇ ਨੂੰ ਆਪਣੀ ਯਾਦ ਦੀ ਪੱਟੀ ਤੇ ਦੁਹਰਾਉਣ ਵਾਸਤੇ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਬੈਠੇ ਆ। ਸ਼ੁਕਰਾਨਾ ਕਰੀਏ ਉਸ ਮਾਲਕ ਦਾ ਜਿਸ ਨੇ ਸਵਾਸੇ ਬਖਸ਼ੇ ਨੇ ਤੇ ਤੰਦਰੁਸਤੀ ਬਖਸ਼ੀ ਹੈ। ਦੁਨੀਆ ਦੀ ਸਭ ਤੋਂ ਵੱਡੀ ਨਿਆਮਤ ਹੈ ਤੰਦਰੁਸਤੀ। ਪਰਮਾਤਮਾ ਨੇ ਜੇ ਤੰਦਰੁਸਤੀ ਬਖਸ਼ੀ ਤੇ ਉਹਦੀ ਗੋਦ ਵਿੱਚ ਬੈਠੇ ਆ। ਆਓ ਸਤਿਗੁਰੂ ਦਾ ਧੰਨਵਾਦ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਵੀ ਜਿਹੜਾ ਸਿੰਘ ਨੂੰ ਮਿਲੇ ਗੁਰੂ ਦੀਵਾਨ ਸੱਜਣ। ਜਿੱਥੇ ਵੀ ਕੋਈ ਗੁਰਮਤਿ ਦਾ ਕਾਰਜ ਆਰੰਭ ਹੋਵੇ ਸੇਕ ਦਾ ਫਰਜ਼ ਵੀ ਹੈ ਤੇ ਧਰਮ ਵੀ ਹੈ। ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਫਤਿਹ ਬੜੀ ਜ਼ਰੂਰੀ ਹੈ, ਫਤਿਹ ਮਿਲੀ ਬੜੀ ਔਖੀ ਹੈ। ਮੈਨੂੰ ਵਿਸ਼ਾ ਵੀ ਬੜਾ ਚੁਣਵਾਂ ਦਿੱਤਾ ਗਿਆ ਹੈ। ਮੈਂ ਆਪ ਜੀ ਨਾਲ ਇਹ ਵੀ ਸਾਂਝ ਪਾਉਣ ਦਾ ਯਤਨ ਕਰਾਂਗਾ ਵੀ ਫਤਿਹ ਮਿਲੀ ਕਿੱਡੀ ਔਖੀ। ਸਰਹੰਦ ਦੀ ਕਚਹਿਰੀ ਵਿੱਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਾਹਿਬ ਤੇ ਬਾਬਾ ਫਤਿਹ ਸਿੰਘ ਖੜੇ ਨੇ। ਵਜ਼ੀਰ ਖਾਨ ਆਖਦਾ ਏ ਤੁਸੀਂ ਫਤਿਹ ਨਾ ਬੁਲਾਓ, ਤੁਸੀਂ ਆਪਣੇ ਸਿਰ ਨੂੰ ਝੁਕਾਓ, ਕਮਰ ਝੁਕਾਓ ਕਮਾਨ ਵਾਂਗ, ਖੱਬਾ ਹੱਥ ਪਿੱਛੇ ਲੈ ਜਾਓ, ਸੱਜੇ ਨੂੰ 3 ਵਾਰ ਮਸਤਕ ਨਾਲ ਲਾ ਕੇ ਸਲਾਮ ਬੁਲਾਓ, ਪਰ ਫਤਿਹ ਮੇਰੀ ਕਚਹਿਰੀ ਵਿੱਚ ਨਾ ਬੁਲਾਇਓ। ਆ ਫਤਿਹ ਵੇਖੋ ਕਿੱਡੀ ਮਹਿੰਗੀ ਮਿਲੀ। ਮੈਂ ਤਾਂ ਬੇਨਤੀ ਕਰ ਲੱਗਾ ਵੀ ਕੋਈ ਰਸਨਾ ਵਾਂਝੀ ਫਤਿਹ ਤੋਂ ਨਾ ਰਹਿ ਸਕੇ। ਤੇ ਸਾਹਿਬਜ਼ਾਦਿਆਂ ਦਾ ਜਵਾਬ ਸੀ ਵਜ਼ੀਰ ਖਾਨ ਗਿਰੇ ਗਰਜੇ ਆਸਮਾਨ ਨੀਚੇ ਤੋਂ ਜ਼ਮੀਨ ਉਲਟੀ ਪਲਟ ਜਾਏ। ਹੋ ਸਕਦਾ ਆਸਮਾਨ ਧਰਤੀ ਤੇ ਡਿੱਗ ਪਵੇ, ਧਰਤੀ ਪੁੱਠੀ ਵੱਜ ਜਾਵੇ, ਅਸੀਂ ਮੰਨ ਸਕਦੇ ਹਾਂ। समुंदर अपनी हस्ती को लेकर कूजे में सिमट जाए, हो सकता सारा समुंदर पानी लैके एक कूजे विच पै जावे, शायद ये हो सकता है हो जावे। उमर अपनी जगह छोड़े जा खुर्शीद भी हट जाए, हो सकता है सूरज भी अपनी जगह बदल लवे। की हो सकता ते हुण की नहीं हो सकता। उन्हें क्या मुल्क बदले, मलक बदले, जमीनों आसमां बदले, मगर ये मुमकिन नहीं एक गोरसे की जुबान बदले। मर्द जो कहते हैं वो करके दिखला देते हैं। कुछ तो वो हैं जो चलते हैं जमाने के साथ साथ, लेकिन मर्द वो हैं जो जमाने को बदल देते हैं। ये सबक है जो सबको पढ़ा जाएंगे, फतेह वाहे गुरु की बुला जाएंगे। उन्हें क्या फतेह बुलाउण तो नहीं असीं टलना। वो फतेह जिस फतेह विच वाहिगुरू जी दे नाम दा सिमरन 2 वार आउंदा है। वाहिगुरू शब्द गुरु ग्रंथ साहिब जी दे विच 13 वार आया। जिवें एक ओंकार सतगुर प्रसाद शब्द गुरु ग्रंथ साहिब दे विच 522 वार आया। अल्लाह शब्द 46 वार, अंतरजामी शब्द 60 वार, सतनाम शब्द 59 वार, हर शब्द 8344 वार, करता शब्द 228 वार, कृष्ण शब्द 22 वार, गोपाल शब्द 491 वार, गोबिंद शब्द 475 वार, जगदीश शब्द 60 वार, ठाकुर शब्द 216 वार, दाता शब्द 151 वार, नारायण शब्द 99 वार, निरंकार शब्द 29 वार, करतार शब्द 220 वार, मूल मंत्र 33 वार, प्रभु शब्द 1371 वार, परमात्मा शब्द 321 वार, परमेश्वर शब्द 139 वार, राम शब्द 2533 वार, भगवान शब्द 30 वार, इसे तरह वाहिगुरू शब्द 13 वार ते वाहगुरू शब्द 3 वार गुरु ग्रंथ साहिब दे विच आया। कोई रसना वांझी ना रह जावे। सज्जनों, ना ते फतेह तुहाडी है ते ना मेरी। फतेह किहदी है? एक अंग्रेज राइटर कहता द विक्ट्री दैट ऑफ द गॉड, गॉड इज इमोर्टल। फतेह अकाल पुरख परमात्मा दी है। कोई रसना वांझी ना रहे। चाहे कोई संगत भी से बैठा है, चाहे कोई बाहर लंगर प्रशादे दी लोह राणी दी सेवा कर रहा है, कोई जोड़ियां दी सेवा कर रहा है, पूजन योग है जिथे जिथे गुरमुख प्यारा जुड़ के बैठा है। आओ स्पीकर राही आवाज़ बहुत दूर जा रही है तो लाइव चैनल राही देशों विदेशों में भी पहुँच रहा है। कई बार इंसान तन करके तो गुरु दरबार में हुंदा पर मन करके नहीं, तो कई बार इंसान मन करके किते होर हुंदा है ते तन करके तो इत्थे बैठा हुंदा, ते कई बार तन बाहर होवे ते मन गुरु घर ही टिकिया हुंदा। 2 कंडीशनां बंदे दियां चलदियां ने। कई बार शरीर ते गुरु दरबार च मौजूद हुंदा है पर मन किते उडारी होर मार रहा हुंदा। कई बार तन गुरु दरबार विच नहीं हुंदा पर मन गुरु दरबार विच जुड़िया हुंदा भी अज समागम सी, मैं जाना सी ते जा नहीं सकिया, ते गुरु दरबार दियां कथा विचारां सुननियां सी, हाज़री उसदी भी लग जाती है। आओ सारे गुरु ग्रंथ साहिब जी नूं बड़े अदब सत्कार सहित दीन दुनिया दे वाली धार्मिक ग्रंथां विचों सर्वोत्तम साहिब श्री गुरु ग्रंथ साहिब जी नूं अपना सी झुकाओ, दोनों हथ जोड़ो, एक आवाज़ विच फतेह दी सांझ पाओ ते आखो जी वाहेगुरु जी का खालसा वाहेगुरु जी की फतेह। मेरे बहुत ही सत्कारयोग
ਭਾਈ ਸਾਹਿਬ ਭਾਈ ਮਹਾਂਵੀਰ ਸਿੰਘ ਜੀ ਗੁਰੂ ਦੇ ਬੜੇ ਪਿਆਰ ਵਾਲੇ ਨੇ, ਗੁਰੂ ਘਰ ਨਾਲ ਜੁੜੇ ਨੇ, ਸਮੁੱਚਾ ਪਰਿਵਾਰ ਹੀ। ਔਰ ਵੀਰ ਜੀ ਗੁਰਲਾਲ ਸਿੰਘ ਜੀ, ਉਹਨਾਂ ਸਾਰਿਆਂ ਨੇ ਤੁਹਾਡਾ ਹੁਕਮ ਸਾਡੇ ਤੱਕ ਇੱਕ ਮੋਬਾਈਲ ਦੇ ਜ਼ਰੀਏ ਪਹੁੰਚਾਇਆ। ਸਮੁੱਚੀ ਸੰਗਤ ਦਾ, ਸਮੁੱਚੇ ਨਗਰ ਇਲਾਕਾ ਨਿਵਾਸੀਆਂ ਦਾ ਹੁਕਮ ਸਾਡੇ ਤੱਕ ਪਹੁੰਚਾਇਆ। ਮੈਂ ਤੁਹਾਡਾ ਸਾਰੀ ਸੰਗਤ ਦਾ, ਭਾਈ ਸਾਹਿਬ ਭਾਈ ਮਹਾਂਵੀਰ ਸਿੰਘ ਜੀ ਉਹਨਾਂ ਦਾ ਧੰਨਵਾਦ ਕਰਦਾ ਤੇ ਰੋਮ ਰੋਮ ਧੰਨਵਾਦ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਬਖਸ਼ਿਸ਼ ਕਰਕੇ ਆਪਣੇ ਦਰ ਕਰਦਾ ਢਾਡੀ ਹੋਣ ਦਾ ਮਾਣ ਬਖਸ਼ਿਸ਼ ਕਰਕੇ ਤੁਹਾਡੇ ਜੋੜੇ ਚਾੜਨ ਵਾਸਤੇ ਸੰਗਤ ਵਿੱਚ ਖੜਿਆਂ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਿਹਾੜੇ, ਉਹਨਾਂ ਦੇ ਪਰਿਵਾਰ ਦੇ ਦਿਹਾੜੇ, ਉਹਨਾਂ ਨੂੰ ਸਮਰਪਿਤ ਇਹ ਦੀਵਾਨ ਜਿਹੜੇ ਉਹਨਾਂ ਨੂੰ ਡੈਡੀਕੇਟ ਕੀਤੇ ਜਾ ਰਹੇ ਨੇ। ਅੱਜ 12 ਪੋਹ ਹੈ। ਛੋਟੇ ਸਾਹਿਬਜ਼ਾਦਿਆਂ ਦੀ ਦਾਸਤਾਨ ਦਾ ਮੈਨੂੰ ਹੁਕਮ ਨਹੀਂ, ਮੈਨੂੰ ਚਮਕੌਰ ਸਾਹਿਬ ਦੇ ਸਾਕੇ ਦੀ ਗੱਲ ਕਰਨ ਦਾ ਹੁਕਮ ਲੱਗਾ ਏ ਕਿ ਮੈਂ ਚਮਕੌਰ ਦੀ ਗੜੀ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂ। ਦਸਮ ਪਾਤਸ਼ਾਹ ਵਰਗਾ ਗੁਰੂ ਦੁਨੀਆ ਤੇ ਕੋਈ ਲੱਭਦਾ ਨਹੀਂ। ਅਸੀਂ ਹਿਸਟਰੀ ਪੜ੍ਹਨ ਬੈਠਦੇ ਹਾਂ, ਵੱਖ-ਵੱਖ ਧਰਮਾਂ ਦੇ ਪੈਗੰਬਰਾਂ ਬਾਰੇ ਪੜ੍ਹੀਦਾ। ਮੈਂ ਕਿਸੇ ਦਾ ਰੈਫਰੈਂਸ ਤੇ ਕਿਸੇ ਦੀ ਤੁਲਨਾ ਨਹੀਂ ਕਰਨੀ ਚਾਹੁੰਦਾ, ਪਰ ਦੁਨੀਆ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਨਹੀਂ। ਹਕੀਮ ਯੋਗੀ ਅੱਲਾ ਯਾਰ ਖਾਂ ਆਪਣੀ ਕਲਮ ਚਲਾਉਂਦਾ ਏ। ਉਹ ਦਸਮ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਦਾਸਤਾਨ ਗੰਜ ਸ਼ਹੀਦਾਂ ਤੇ ਸ਼ਹੀਦਾਂ ਨੇ ਵਫਾ ਦੇ ਵਿੱਚ ਲਿਖਦਾ ਏ। ਉਸ ਨੂੰ ਦਸਮ ਪਾਤਸ਼ਾਹ ਤੇ ਉਹਨਾਂ ਦੇ ਸਾਹਿਬਜ਼ਾਦਿਆਂ ਦੀ ਸਿਫਤ ਲਿਖਣ ਦੇ ਕਾਰਨ ਮਸਜਿਦ ਦੇ ਵਿੱਚ ਰੋਕ ਦਿੱਤਾ ਗਿਆ। ਉਹਨਾਂ ਆਖਿਆ ਤੂੰ ਕਾਫਰ ਹੋ ਗਿਆ, ਤੂੰ ਦੂਸਰੇ ਧਰਮ ਦੇ ਗੁਰੂ ਦੀ ਗੱਲ ਕਰਦਾ, ਤੇਰਾ ਮਸਜਿਦ ਵਿੱਚ ਜਾਣਾ ਬੰਦ ਹੈ। ਉਹਨੇ ਆਖਿਆ ਮੈਨੂੰ ਪ੍ਰਵਾਨ ਹੈ, ਮੈਂ ਮਸਜਿਦ ਵਿੱਚ ਨਹੀਂ ਜਾਵਾਂਗਾ। ਆਖਰੀ ਪਲਾਂ ਤੇ ਸਨ ਯੋਗੀ ਸਾਹਿਬ ਜਾ ਕੇ ਮੌਲਵੀ ਨੇ ਆਖਿਆ ਜੋਗੀ ਸਾਹਿਬ ਅਰੇ ਵੀ ਸਮਾਂ ਹੈ, ਆਪਣੀ ਲਿਖਤ ਨੂੰ ਗਲਤ ਕਰਾਰ ਦੇ ਦਿਓ ਤੇ ਆਓ ਮਸਜਿਦ ਵਿੱਚ ਚੱਲ ਕੇ ਤੁਹਾਡੀ ਅਸੀਂ ਰੱਬ ਦੀ ਦਰਗਾਹ ਵਿੱਚ ਪਹੁੰਚ ਕੇ ਤੁਹਾਡੇ ਪ੍ਰਤੀ ਅਸੀਂ ਨਮਾਜ਼ ਅਦਾ ਕਰਦੇ, ਤੁਹਾਡੇ ਪ੍ਰਤੀ ਅਸੀਂ ਦੁਆ ਕਰਦੇ, ਤੁਹਾਡੇ ਹੱਕ ਵਿੱਚ। ਜੋਗੀ ਸਾਹਿਬ ਨੇ ਆਖਿਆ ਨਹੀਂ, ਤੁਸੀਂ ਕੀ ਚਾਹੁੰਦੇ ਹੋ? ਤੇ ਮੌਲਵੀ ਨੇ ਆਖਿਆ ਜੋਗੀ ਸਾਹਿਬ ਜੇ ਤੁਸੀਂ ਅੱਜ ਮੁਆਫੀ ਮੰਗ ਲਓਗੇ ਮੁਹੰਮਦ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ, ਤੇ ਯਾਦ ਰੱਖਿਓ ਤੁਹਾਨੂੰ ਬਹਿਸ਼ਤਾਂ ਮਿਲਣਗੀਆਂ, ਤੁਹਾਨੂੰ ਬਹਿਸ਼ਤ ਵਿੱਚ ਜਗ੍ਹਾ ਮਿਲ ਜਾਵੇਗੀ। ਤੇ ਜੋਗੀ ਸਾਹਿਬ ਨੇ ਆਖਿਆ ਮੈਨੂੰ ਐਸੀ ਬਹਿਸ਼ਤ ਦੀ ਲੋੜ ਨਹੀਂ, ਮੈਨੂੰ ਯਕੀਨ ਹੈ ਮੈਂ ਦਸਮ ਪਾਤਸ਼ਾਹ ਦੀ ਗੋਦੀ ਵਿੱਚ ਜਾਵਾਂਗਾ ਤੇ ਉਹ ਜੀ ਬਹਿਸ਼ਤ ਮੈਨੂੰ ਕਿਤੇ ਮਿਲਣੀ ਨਹੀਂ। ਉਹ ਜੋਗੀ ਸਾਹਿਬ ਲਿਖਦੇ ਨੇ, ਉਹ ਕਹਿੰਦੇ करतार की सौगंध नानक की कसम है, करतार की सौगंध नानक की कसम है, जितनी भी तारीफ हो गोबिंद की वो कम है। कहता जिन्नी भी तारीफ कर ली जावे ना दसम पातशाह दी ओनी थोड़ी है। पुरजोर मेरे हाथ में कलम है, कहता ठीक है मेरे हाथ में कलम है, पर मैं दसम पातशाह के रुतबे बारे नहीं लिख सकता, मेरी कलम भी उन्होंने सामने फिक्की पै जाती है। वड्डे वड्डे राइटर डॉक्टर जाकिर हुसैन पटियाला यूनीवर्सिटी विच बैठे सन, उन्होंने दसम पातशाह के जीवन ते एक लैक्चर देना सी यूनीवर्सिटी दे विच। डॉक्टर जाकिर हुसैन ने कहते जदों दसम पातशाह के प्रथाएं कुछ लिख रहे सी ना कागज़ उत्ते, उन्हें वेख्या भी उन्होंने कागज़ उत्ते पानी दीयां 2-3 बूंदां डिग्गियां पईयां ने। उन्हें तां झाती मारी भी किते हो सकदा छत सिमदी होवे, किते आसे पासों पानी आया होवे, पर उसनूं किते पानी नहीं थे आया। फिर उन्हें वेखण दा यतन कीता, ਉਹਦਾ ਹੱਥ ਚੱਲਦਾ ਚੱਲਦਾ ਜਦੋਂ ਆਪਣੇ ਨੇਤਰਾਂ ਕੋਲ ਪਹੁੰਚਿਆ ਤੈਨੂੰ ਪਤਾ ਲੱਗਾ ਕਿ ਦਸਮ ਪਾਤਸ਼ਾਹ ਨੂੰ ਸ਼ਰਧਾ ਦੇ ਇਹ ਅਥਰੂ ਮੇਰੇ ਭੇਟ ਹੋ ਚੁੱਕੇ ਨੇ, ਕਿ ਮੇਰੇ ਤੇ ਅਥਰੂ ਸੀ। ਉਹਨੇ ਲਿਖਿਆ ਕਹਿੰਦਾ ਦਸਮ ਪਾਤਸ਼ਾਹ ਦਾ ਜੀਵਨ ਐਸਾ ਹੈ, ਪੱਥਰ ਦਿਲ ਇਨਸਾਨ ਪੜਨ ਬੈਠ ਜਾਵੇ ਤੇ ਮੋਮ ਦਿਲ ਹੋ ਕੇ ਪਿਘਲ ਜਾਂਦਾ ਹੈ। ਦਸਮ ਪਾਤਸ਼ਾਹ ਦੇ ਜੀਵਨ ਦੀ ਵਡਿਆਈ ਕੌਣ ਕਰ ਸਕਦਾ ਹੈ? ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਪੌਣੇ 9 ਸਾਲ ਦੀ ਉਮਰ ਵਿੱਚ ਆਪਣਾ ਪਿਤਾ ਦਿੱਲੀ ਵੱਲ ਤੋਰ ਦਿੱਤਾ। दिल्ली विच औरंगजेब ने आख्या तेग बहादुर याद रख ऐसी तेग चलावांगा कि दोबारा तेरी जिंदगी बचन दे कोई चांस नहीं, अजे भी इस्लाम धर्म कबूल कर ताकि सारे हिंदुओं को मैं मुसलमान बना सका। गुरु तेग बहादुर साहब ने जवाब दिता, वो कहते मैं हाँ तेग ते पकड़ लै तेग तू भी, एक दो नहीं कढ़ लै 100 तेगा, मैं तां जमदियां तेगां दी छां माणी, वेख पिता दियां पैनियां 2 तेगां, मैनू लकब तेग बहादरी दा, मेरे सामने नहीं सकदियां हो तेगां, मेरे पिता दी अणख बहादरी ते रिया परखदा तेरा प्यो तेगां, हुण भी वेख लई आउंदे भविख अंदर मेरे पुੱਤ ने वाउणियां ओ तेगां, ओदी तेग विचों जड़ी तेग निकलू लऊ तेरियां लखां खो तेगां। गुरु तेग बहादुर साहब ऐलानिया ऐलान कर चुके सन। अज वो तेग केसगढ़ साहब की ठेरी ते प्रगट हो गई। वो केसगढ़ साहब की ठेरी ते वो खंडा फिरिया बाटे दे विच उन्हें अमृत का रूप धारण कर लिया
ਤੇ ਮੁਰਦੀਆਂ ਹੋਈਆਂ ਆਤਮਾਵਾਂ ਵਿੱਚ, ਮਰੀਆਂ ਹੋਈਆਂ ਆਤਮਾਵਾਂ ਵਿੱਚ ਜਾਨ ਪਾ ਦਿੱਤੀ ਦਸਮ ਪਾਤਸ਼ਾਹ ਨੇ। ਬਸ ਫਿਰ ਕੀ ਸੀ, ਖਾਲਸਾ ਪੰਥ ਸਾਜਣ ਦੀ ਦੇਰ ਸੀ। ਵਕਤ ਦੀਆਂ ਸਰਕਾਰਾਂ ਨੂੰ ਰੜਕਿਆ, ਸੱਤੀ ਕੱਪੜੀ ਸਰਕਾਰਾਂ ਨੂੰ ਅੱਗ ਲੱਗ ਉੱਠੀ। ਆ ਸ਼ਬਦ ਆਪ ਜੀ ਨੇ ਸ਼ਾਇਦ ਸੁਣਿਆ ਹੋਵੇ, ਪਰ ਹੋ ਸਕਦਾ ਵਿਚਾਰਿਆ ਨਾ ਹੋਵੇ ਸੱਤੀ ਕੱਪੜੀ ਅੱਗ ਲੱਗ ਜਾਣਾ। ਆ ਦਾਨੇ ਪ੍ਰਧਾਨੇ ਬੈਠੇ ਹੋ, ਓਨੀ ਮੇਰੀ ਉਮਰ ਨਹੀਂ ਸ਼ਾਇਦ ਜਿੰਨਾ ਤੁਹਾਡਾ ਤਜਰਬਾ ਹੋਵੇ। ਜੋ ਤੱਤ ਕੱਢਿਆ ਦਾਨਿਆਂ ਨੇ ਕਿ 7 ਕੱਪੜੀ ਅੱਗ ਲੱਗ ਜਾਣਾ ਹੈ, 7 ਕੱਪੜੇ ਹੁੰਦੇ ਕਿਹੜੇ ਨੇ ਤੇ ਇਹਨਾਂ ਨੂੰ ਅੱਗ ਲੱਗਦੀ ਕਿਵੇਂ ਹੈ? ਸਿਆਣੇ ਕਹਿੰਦੇ ਵੀ 2 ਅੱਖਾਂ ਦੇ ਛੇਕ, 2 ਨੱਕ ਦੇ ਛੇਕ, 2 ਕੰਨਾਂ ਦੇ ਛੇਕ ਤੇ 1 ਮੂੰਹ ਦਾ ਛੇਕ, ਇਹਨੂੰ ਕਹਿੰਦੇ 7 ਕੱਪੜੇ। ਹੁਣ ਇਹਨਾਂ ਨੂੰ ਅੱਗ ਲੱਗਦੀ ਕਿਵੇਂ ਹੈ? ਕਿਸੇ ਬੰਦੇ ਦੀ ਕਿਸੇ ਨਾਲ ਕਲੇ ਹੋ ਜਾਵੇ ਨਾ, ਜਾਂ ਕਿਸੇ ਬੰਦੇ ਨੂੰ ਸੱਚ ਦਾ ਸ਼ੀਸ਼ਾ ਵਿਖਾ ਦਿਓ ਤੇ ਉਹਦੀਆਂ ਅੱਖਾਂ ਗੁੱਸੇ ਵਿੱਚ ਲਾਲ ਹੋ ਜਾਂਦੀਆਂ ਨੇ, ਨਾਸਾਂ ਬੀਕਾਨੇਰੀ ਸਾਣ ਵਾਂਗ ਫਲਾਫਲਾ ਅੱਗੇ ਨੂੰ ਵੱਧਦਾ ਹੈ, ਕੰਨਾਂ ਚੋਂ ਸੇਕ ਨਿਕਲਦਾ ਹੈ ਤੇ 7ਵਾਂ ਕੱਪੜਾ ਜ਼ੁਬਾਨ ਚੰਦਰੀ। ਫਿਰ ਇਸ ਤੇ ਐਸੀ ਅੱਗ ਲੱਗਦੀ ਹੈ ਜਿਤਨੇ ਮਰਜ਼ੀ ਸਮੁੰਦਰਾਂ ਦਾ ਪਾਣੀ ਪਾਲੋ ਅੱਗ ਬੁਝਦੀ ਨਹੀਂ। ਨਾ ਫਿਰ ਇਹ 7ਵਾਂ ਕੱਪੜਾ ਜਿਸ ਤੇ ਅੱਗ ਲੱਗਦੀ ਹੈ ਕਿਸੇ ਦੀ ਧੀ ਦੀ ਇੱਜ਼ਤ ਵੇਖਦੀ ਹੈ, ਨਾ ਕਿਸੇ ਦੀ ਮਾਂ ਦੀ ਇੱਜ਼ਤ ਵੇਖਦੀ ਹੈ ਤੇ ਨਾ ਕਿਸੇ ਦੀ ਭੈਣ ਦੀ ਇੱਜ਼ਤ। ਜੋ ਇਸ ਚੰਦਰੀ ਜ਼ੁਬਾਨ ਤੇ ਆਉਂਦਾ ਫਿਰ ਬੋਲੀ ਜਾਂਦੀ ਤੇ ਲੋਕ ਕਹਿੰਦੇ ਤੈਨੂੰ 7 ਕੱਪੜੀ ਅੱਗ ਲੱਗ ਉੱਠੀ। ਵਕਤ ਦੀਆਂ ਸਰਕਾਰਾਂ ਨੂੰ ਚੁੱਭਿਆ ਖਾਲਸਾ, ਪਾਲਿਆ ਗਿਆ ਅਨੰਦਪੁਰ ਸਾਹਿਬ ਨੂੰ ਘੇਰਾ, 8 ਮਹੀਨੇ ਦਾ ਲੰਬਾ ਘੇਰਾ। ਮਹਾਰਾਜ ਨੂੰ ਆਖਿਆ ਗਿਆ ਪਾਤਸ਼ਾਹ ਅਸੀਂ ਕੁਰਾਨ ਸ਼ਰੀਫ ਦੀ ਸਹੁੰ ਖਾਂਦੇ ਆ, ਆਟੇ ਦੀਆਂ ਗਊਆਂ ਦੀ ਸਹੁੰ ਖਾਂਦੇ ਆ, ਤੁਸੀਂ ਆਨੰਦਗੜ੍ਹ ਦਾ ਕਿਲ੍ਹਾ ਛੱਡ ਜਾਓ। ਪਾਤਸ਼ਾਹ ਨੇ ਪਹਿਲਾਂ ਗੱਡੇ ਭੇਜੇ, ਉਹਨਾਂ ਉੱਤੇ ਸਮਾਨ ਭੇਜਿਆ ਤੇ ਜਦੋਂ ਉਹਨਾਂ ਉੱਤੇ ਅਟੈਕ ਕਰ ਦਿੱਤਾ ਨਾ 22 ਧਾਰ ਦੀਆਂ ਰਿਆਸਤਾਂ ਨੇ, ਨਾਲ ਔਰੰਗਜ਼ੇਬ ਦੇ ਭੇਜੇ ਜਰਨੈਲਾਂ ਨੇ, ਤੇ ਦਸਮ ਪਾਤਸ਼ਾਹ ਨੇ ਆਖਿਆ ਆ ਉਹੀ ਲੋਕ ਸਨ ਜਿਹੜੇ ਕਸਮਾਂ ਖਾ ਕੇ ਮੁੱਕਰਦੇ ਸੀ, ਉਹੀ ਲੋਕ ਨੇ ਜਿਨ੍ਹਾਂ ਕਸਮਾਂ ਖਾਧੀਆਂ ਸੀ। ਪਾਤਸ਼ਾਹ ਕਹਿੰਦੇ ਇਹਨਾਂ ਦਾ ਯਕੀਨ ਕੋਈ ਨਾ ਕਰਿਓ, ਇਹ ਆਉਣ ਵਾਲੇ ਸਮੇਂ ਵਿੱਚ ਵੀ ਸਹੁੰਆਂ ਖਾ ਕੇ ਮੁੱਕਰ ਸਕਦੇ ਨੇ। ਮੁੱਕਰੇ ਨੇ ਗੁਟਕੇ ਫੜ ਫੜ ਕੇ। ਫਿਰ ਪਰਮਾਤਮਾ ਦੇ ਰੰਗ ਨੇ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਇੰਦਾ, ਤਖਤ ਤੋਂ ਲਾਉਣ ਲੱਗਿਆ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਧਰਤੀ ਤੇ ਸੁੱਟ ਦਵੇ। ਖੈਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਇਹਨਾਂ ਦੀ ਕਸਮ ਤੇ ਯਕੀਨ ਕੀਤਾ। ਉਹ ਕਿਤੇ ਦੁਨੀਆ ਦੇ ਲੋਕ ਇਹ ਨਾ ਕਹਿ ਦੇਣ ਕਿ ਗੋਬਿੰਦ ਸਿੰਘ ਕਿਹੜਾ ਕੁਰਾਨ ਸ਼ਰੀਫ ਨੂੰ ਮੰਨਦਾ ਸੀ, ਪਰ ਮੈਂ ਤੁਹਾਡੇ ਧਰਮ ਤੇ ਯਕੀਨ ਕਰਦਾ, ਤੁਸੀਂ ਧਰਮ ਦੀ ਸਹੁੰ ਖਾਧੀ ਹੈ, ਤੁਹਾਡੇ ਧਰਮ ਗ੍ਰੰਥ ਦਾ ਸਤਿਕਾਰ ਕਰਦਾ ਮੈਂ ਆਨੰਦਗੜ੍ਹ ਦਾ ਕਿਲ੍ਹਾ ਛੱਡਣ ਲੱਗਾ। ਪਾਤਸ਼ਾਹ ਨੇ ਛੱਡਿਆ, ਥੋੜੀ ਦੂਰੀ ਆਏ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਮੈਂ ਬਹੁਤੇ ਸੁਣੇ ਸੁਣਾਈ ਸ਼ਬਦ ਤੁਹਾਡੇ ਨਾਲ ਘੱਟ ਰਿਪੀਟ ਕਰਕੇ ਕੁਝ ਅਣਛੂਏ ਪੱਤਰੇ ਇਤਿਹਾਸ ਦੇ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ। ਦਸਮ ਪਾਤਸ਼ਾਹ ਸਰਸਾ ਦੇ ਕੰਢੇ ਆਏ, ਕੈਸਾ ਅਨੋਖਾ ਕੀਰਤਨ ਸੀ। ਇੱਕ ਪਾਸੇ ਸਾਜ਼ ਵੱਜ ਰਿਹਾ ਸੀ ਤੇ ਇੱਕ ਪਾਸੇ ਢਾਲਾਂ ਤੇ ਤਲਵਾਰਾਂ ਖੜਕ ਰਹੀਆਂ ਸਨ। ਇੱਕ ਪਾਸੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਤੇ ਦੂਜੇ ਪਾਸੇ ਮੈਦਾਨੇ ਜੰਗ ਸੂਰਮੇ ਜਾਣ ਦੀ ਬਾਜ਼ੀ ਲਾ ਕੇ ਆਪੋ ਆਪਣੇ ਧਰਮ ਦੇ ਅਕੀਦੇ ਤੇ ਉੱਤੇ ਪੂਰਾ ਉਤਰਨ ਦਾ ਯਤਨ ਕਰ ਰਹੇ ਸਨ। ਆਸਾ ਦੀ ਵਾਰ ਦਾ ਕੀਰਤਨ ਸਮਾਪਤ ਹੋਇਆ। ਸੱਜਣੋ, ਆਲਣਾ ਤੇ ਜਾਨਵਰ ਨੂੰ ਛੱਡਣਾ ਵੀ ਬੜਾ ਔਖਾ ਹੋ ਜਾਂਦਾ ਹੈ। ਚਿੜੀ ਨੇ ਆਪਣਾ ਘਰ ਬਣਾਇਆ ਹੋਵੇ ਨਾ, ਆਲਣਾ ਪਾਇਆ ਹੋਵੇ, ਜਦੋਂ ਉਹਨੂੰ ਛੱਡਣਾ ਪੈਂਦਾ ਪਤਾ ਉਹਨੂੰ ਹੀ ਹੈ। ਕਿਸੇ ਜਾਨਵਰ ਨੇ ਆਪਣਾ ਘਰ ਬਣਾਇਆ ਹੋਵੇ, ਛੱਡਣਾ ਪਵੇ ਤੇ ਪਤਾ ਲੱਗ ਜਾਂਦਾ ਵੀ ਘਰ ਦਾ ਵਿਛੋੜਾ ਕੀ ਹੈ। ਧੰਨ ਮੇਰੇ ਦਸਮ ਪਾਤਸ਼ਾਹ ਅੱਜ ਆਨੰਦਗੜ੍ਹ ਦੇ ਕਿਲੇ ਨੂੰ ਸਦਾ ਲਈ ਛੱਡ ਕੇ ਆ ਗਏ। ਕਿਸੇ ਨੇ ਸਵਾਲ ਕੀਤਾ ਕਿ ਦਸਮ ਪਾਤਸ਼ਾਹ ਤੁਸੀਂ ਇਹ ਆਨੰਦਗੜ੍ਹ ਦਾ ਕਿਲਾ ਸਦਾ ਲਈ ਛੱਡ ਕਿਉਂ ਦਿੱਤਾ? ਤੇ ਜਵਾਬ ਦੇਣ ਵਾਲੇ ਨੇ ਬੜਾ ਸੋਹਣਾ ਜਵਾਬ ਦਿੱਤਾ। ਆ ਵੈਸੇ ਦੁਨੀਆ ਦਾ ਇੱਕ ਸੱਭਿਆਚਾਰ ਹੈ, ਕਿਸੇ ਬੰਦੇ ਨੇ ਮਿਹਨਤ ਮੁਸ਼ੱਕਤ ਕਰਕੇ ਘਰ ਪਾਇਆ ਹੋਵੇ ਨਾ, ਰੱਬ ਨਾ ਕਰੇ ਉਹ ਬੰਦੇ ਦਾ ਅੰਤਿਮ ਸਮਾਂ ਉਸ ਘਰ ਵਿੱਚ ਨਾ ਆਵੇ ਜਿਹੜਾ ਘਰ ਉਹਨੇ ਸਾਰੀ ਉਮਰ ਲਾ ਕੇ ਬਣਾਇਆ। ਇੱਥੋਂ ਤੱਕ ਉਹਦੀ ਘਰ ਵਾਲੀ ਦਾ ਸਮਾਂ ਉਸ ਘਰ ਦੇ ਵਿੱਚ ਨਾ ਆਵੇ, ਉਹਨਾਂ ਦਾ ਸੰਸਕਾਰ ਉਸ ਪਿੰਡ ਵਿੱਚ ਨਾ ਹੋਵੇ, ਉਹਦਾ ਪੁੱਤਰ ਚਲਾਣਾ ਕਰ ਜਾਵੇ, ਉਹਦਾ ਅੰਤਿਮ ਸਮਾਂ ਉਸ ਘਰ ਵਿੱਚ ਨਾ ਆਵੇ, ਉਸ ਪਿੰਡ ਵਿੱਚ ਉਹਦਾ ਸੰਸਕਾਰ ਨਾ ਹੋਵੇ, ਉਹਦੇ ਪੋਤਰਿਆਂ ਦਾ ਅੰਤਿਮ ਸਮਾਂ ਉੱਥੇ ਨਾ ਆਵੇ, ਉਹਦੀਆਂ ਨੂੰਹਾਂ ਦਾ ਅੰਤਿਮ ਸਮਾਂ ਨਾ ਆਵੇ। ਤੇ ਦੁਨੀਆ ਦੇ ਲੋਕ ਆਪਣੀ ਜ਼ੁਬਾਨ ਤੋਂ ਇੱਕ ਸ਼ਬਦ ਵਰਤਦੇ ਨੇ, ਪਤਾ ਨਹੀਂ ਕੈਸੀ ਮਾੜੀ ਕਿਸਮਤ ਸੀ ਬੰਦੇ ਦੀ, ਸਾਰੀ ਉਮਰ ਮਰ ਗਿਆ ਘਰ ਬਣਾਉਂਦਾ ਪਰ ਕਿਸੇ ਵੀ ਜੀ ਦਾ ਇੱਥੇ ਅੰਤ ਨਹੀਂ ਹੋ ਸਕਿਆ। ਪਰ ਇਸ ਤੋਂ ਉਲਟ ਨਿਗਾਹ ਮਾਰਿਓ, ਗੁਰੂ ਤੇਗ ਬਹਾਦਰ ਸਾਹਿਬ ਨੇ ਮਾਖੋਵਾਲ ਦੀ ਧਰਤੀ ਮੁੱਲ ਖਰੀਦੀ ਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਮਹਿਲ ਤੇ ਆਪਣੀ ਮਾਤਾ ਦੇ ਨਾਮ ਤੇ, ਸਤਿਕਾਰਯੋਗ ਮਾਤਾ ਨਾਨਕੀ ਜੀ ਦੇ ਨਾਮ ਤੇ ਮਾਖੋਵਾਲ ਦਾ ਨਾਮ ਰੱਖਿਆ ਚੱਕ ਨਾਨਕੀ। ਚੱਕ ਨਾਨਕੀ ਦਾ ਨਾਮ ਬਦਲ ਕੇ ਸ਼੍ਰੀ ਅਨੰਦਪੁਰ ਸਾਹਿਬ ਹੋ ਨਿਬੜਿਆ। ਹੁਣ ਝਾਤੀ ਮਾਰਦੇ ਜਾਇਓ, ਮੈਂ ਤੁਹਾਡੇ ਨਾਲ ਥੋੜਾ ਜਿਹਾ ਸਾਂਝਾ ਕਰ ਲੱਗਾ ਹਾਂ। ਸੁਰਤੀ ਅਨੰਦਪੁਰ ਸਾਹਿਬ ਵੱਲ ਟਿਕਾਉਂਦੇ ਜਾਇਓ। ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੰਤਿਮ ਸਮਾਂ ਅਨੰਦਪੁਰ ਸਾਹਿਬ ਆਇਆ? ਨਹੀਂ ਆਇਆ। ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ
ਅਨੰਦਪੁਰ ਸਾਹਿਬ ਹੋਇਆ ਨਹੀਂ ਹੋਇਆ। ਭਾਈ ਲੱਖੀ ਰਾਏ ਵਣਜਾਰੇ ਨੇ ਆਪਣੇ ਘਰ ਨੂੰ ਅੱਗ ਲਾ ਕੇ, ਕੈਸਾ ਸਿੱਖ ਹੋਵੇਗਾ ਉਹ ਜਿਹਨੇ ਘਰ ਨੂੰ ਅੱਗ ਲਾ ਦਿੱਤੀ ਤੇ ਰੌਲਾ ਪਾ ਦਿੱਤਾ ਕਿ ਮੇਰਾ ਘਰ ਸੜ ਗਿਆ। ਇਹ ਨਹੀਂ ਦੱਸਿਆ ਕਿ ਇਸ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਦਾ ਪਵਿੱਤਰ ਧੜ ਸੀ ਤੇ ਆਪਣੇ ਘਰ ਨੂੰ ਮੈਂ ਆਪ ਅੱਗ ਲਾਈ ਹੈ। ਅੱਗੇ ਚੱਲੀਏ, ਮਾਤਾ ਗੁਜਰ ਕੌਰ ਦਾ ਅੰਤਿਮ ਸਮਾਂ ਅਨੰਦਪੁਰ ਸਾਹਿਬ ਆਇਆ ਨਹੀਂ ਆਇਆ? ਸਰਹੰਦ ਦੇ ਵਿੱਚ ਮਾਤਾ ਗੁਜਰ ਕੌਰ ਦਾ ਅੰਤਿਮ ਸਮਾਂ, ਵੱਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੰਤਿਮ ਸਮਾਂ, ਹਜ਼ੂਰ ਸਾਹਿਬ ਮਾਤਾਵਾਂ ਦੇ ਅੰਤਿਮ ਸਮਾਂ ਮਾਤਾ ਜੀਤ ਕੌਰ ਤੋਂ ਇਲਾਵਾ ਨਹੀਂ ਆ ਸਕਿਆ। ਤੇ ਸਾਹਿਬਜ਼ਾਦੇ ਨਾ ਚਮਕੌਰ ਵਾਲੇ ਇੱਥੇ ਅੰਤਿਮ ਸਮੇਂ ਵਿੱਚ ਰਹਿ ਸਕੇ ਤੇ ਨਾ ਸਰਹੰਦ ਦੀਆਂ ਕੰਧਾਂ ਵਾਲੇ। ਗੁਰੂ ਗੋਬਿੰਦ ਸਿੰਘ ਨੇ ਕੀਤਾ ਕਿਉਂ? ਸਵਾਲ ਤੇ ਇੱਥੇ ਆ ਕੇ ਉੱਠਣਾ। ਦਸਮ ਪਾਤਸ਼ਾਹ ਨੇ ਕੀਤਾ ਕਿਉਂ? ਸਵਾਲ ਦਾ ਜਵਾਬ ਹੈ, ਦਸਮ ਪਾਤਸ਼ਾਹ ਬੇਨਤੀ ਕਰਦੇ ਸਨ ਅਕਾਲ ਪੁਰਖ ਦੇ ਚਰਨਾਂ ਵਿੱਚ, ਪਾਤਸ਼ਾਹ ਮੇਰੇ ਪਰਿਵਾਰ ਦੇ ਭਾਵੇਂ ਕਿਸੇ ਵੀ ਜੀਅ ਦਾ ਅੰਤਿਮ ਸਮਾਂ ਇੱਥੇ ਨਾ ਆਵੇ, ਮੇਰਾ ਪਰਿਵਾਰ ਭਾਵੇਂ ਨੋਹਾਂ ਨਾਲ ਚਿਣ ਲੈ, ਪਰ ਸਤਿਗੁਰੂ ਅੱਜ ਮੈਂ ਤੇ ਬਰਬਾਦ ਹੋਣਾ ਪ੍ਰਵਾਨ ਕਰ ਲਵਾਂਗਾ। ਕਿਰਪਾ ਕਰੀ ਮੇਰਾ ਖਾਲਸਾ ਪੰਥ ਸਦਾ ਅਨੰਦਪੁਰ ਸਾਹਿਬ ਦਾ ਵਾਸੀ ਬਣਿਆ ਰਵੇ। ਅੱਜ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਜਿਨ੍ਹਾਂ ਛਕਿਆ ਮੁਬਾਰਕ, ਜੇ ਨਹੀਂ ਛਕਿਆ ਆ ਦਿਹਾੜੇ ਮਨਾਏ ਤਾਂ ਹੀ ਸਬਲੇ ਜੇ ਅਸੀਂ ਗੁਰੂ ਵਾਲੇ ਬਣ ਜਾਈਏ। ਪੰਜ ਸਿੰਘ ਸਾਹਿਬਾਨ ਅੰਮ੍ਰਿਤ ਛਕਾਉਂਦੇ ਸਮੇਂ ਇੱਕ ਸ਼ਬਦ ਵਰਤਦੇ ਨੇ, ਜਿਨ੍ਹਾਂ ਛਕਿਆ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੋਵੇਗਾ। ਉਹ ਕਹਿੰਦੇ ਤੁਹਾਡਾ ਜਨਮ ਕਿੱਥੋਂ ਦਾ ਹੈ? ਇਸ ਤੋਂ ਬਾਅਦ ਸ਼੍ਰੀ ਕੇਸਗੜ੍ਹ ਸਾਹਿਬ ਦਾ। ਤੁਸੀਂ ਵਾਸੀ ਕਿੱਥੋਂ ਦੇ ਹੋ? ਸ਼੍ਰੀ ਅਨੰਦਪੁਰ ਸਾਹਿਬ ਦੇ। ਬਸ ਇਹੀ ਕਾਰਨ ਸੀ ਦਸਮ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ। ਸਰਸਾ ਦੇ ਵਿੱਚ ਪੰਜ ਤਰ੍ਹਾਂ ਦਾ ਪਰਿਵਾਰ ਚੜਿਆ। ਅਸੀਂ ਆਮ ਸੁਣਿਆ ਵੀ ਤਿੰਨ ਤਰ੍ਹਾਂ ਦੇ ਵਿਛੋੜੇ ਪਏ, ਪਰ ਇੱਥੇ ਪੰਜ ਤਰ੍ਹਾਂ ਦੇ ਵਿਛੋੜੇ ਪਏ। ਉਹ ਪੰਜ ਵਿਛੋੜੇ ਕਿਹੜੇ ਸਨ? ਵੱਡੇ ਸਾਹਿਬਜ਼ਾਦੇ ਦਸਮ ਪਾਤਸ਼ਾਹ ਦੇ ਨਾਲ ਚਮਕੌਰ ਦੀ ਗੜੀ ਵਿੱਚ ਬੁੱਧੀ ਰਾਵਤ ਚੰਦ ਦੀ ਹਵੇਲੀ ਵਿੱਚ ਆਣ ਬੈਠੇ। ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਨਾਲ ਗੰਗੂ ਦੇ ਪਿੰਡ ਨੂੰ ਚਲੇ ਗਏ, ਉਹ ਕਿੱਸਾ ਵੱਖਰਾ ਹੈ। ਤੇ ਮਾਤਾ ਸਾਹਿਬ ਦੇਵਾਂ ਤੇ ਮਾਤਾ ਸੁੰਦਰੀ ਜੀ ਸਿੰਘ ਸਾਹਿਬ ਭਾਈ ਮਣੀ ਸਿੰਘ ਦੇ ਨਾਲ ਦਿੱਲੀ ਚਲੇ ਗਏ। ਆਮ ਅਸੀਂ ਤਿੰਨ ਸੁਣੇ। ਹੁਣ ਬਾਕੀ ਦੋ ਵਿਛੋੜੇ ਕਿਹੜੇ ਸਨ? ਇੱਕ ਉਹ ਸਨ ਜਿਹੜੇ ਪਾਣੀ ਦੇ ਵਹਿਣ ਵਿੱਚ ਸਦਾ ਵਾਸਤੇ ਸਰੀਰਾਂ ਕਰਕੇ ਰੁੜ ਗਏ, ਤੇ ਇੱਕ ਉਹ ਸਨ ਜਿਹੜੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲ ਸਕੇ, ਨਾ ਛੋਟੇ ਸਾਹਿਬਜ਼ਾਦਿਆਂ ਨੂੰ, ਨਾ ਭਾਈ ਮਣੀ ਸਿੰਘ ਨੂੰ, ਤੇ ਉਹ ਭਟਕਦੇ ਭਟਕਦੇ ਕਿਤੇ ਨਾ ਕਿਤੇ ਆਪਣੇ ਘਰਾਂ ਤੱਕ ਜਾਂ ਕਿਤੇ ਦੂਰ ਦਰੇਡੇ ਜਾ ਬੈਠੇ। ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਵਿੱਚ ਆ ਗਏ। ਭਾਈ ਦਇਆ ਸਿੰਘ ਮਹਾਰਾਜ ਦੇ ਕੋਲ ਨੇ। ਦਸਮ ਪਾਤਸ਼ਾਹ ਨੇ ਆਖਿਆ, ਭਾਈ ਦਇਆ ਸਿੰਘ ਜੀ ਚਮਕੌਰ ਦੀ ਗੜੀ ਬੜੀ ਸੋਹਣੀ ਲੱਗਦੀ ਹੈ। ਭਾਈ ਦਇਆ ਸਿੰਘ ਨੇ ਆਖਿਆ, ਪਾਤਸ਼ਾਹ ਕੀ ਕਾਰਨ? ਤੇ ਦਸਮ ਪਾਤਸ਼ਾਹ ਕਹਿੰਦੇ ਇਹ ਜਗ੍ਹਾ ਬੜੀ ਪਵਿੱਤਰ ਬਣਨ ਵਾਲੀ ਹੈ। ਭਾਈ ਦਇਆ ਸਿੰਘ ਨੇ ਆਖਿਆ, ਮਹਾਰਾਜ ਇਹ ਪਟਨਾ ਸਾਹਿਬ ਦੇ ਕਿਲਿਆਂ ਨਾਲੋਂ, ਪਟਨਾ ਸਾਹਿਬ ਦੇ ਪੰਘੂੜੇ ਨਾਲੋਂ, ਅਨੰਦਪੁਰ ਸਾਹਿਬ ਦੇ ਸ਼ਾਹੀ ਕਿਲਿਆਂ ਨਾਲੋਂ ਸਤਿਗੁਰੂ ਇਹ ਜ਼ਿਆਦਾ ਸੁਹਾਵਣੀ ਲੱਗਦੀ ਹੈ, ਜ਼ਿਆਦਾ ਚੰਗੀ ਲੱਗਦੀ ਹੈ। ਤੇ ਦਸਮ ਪਾਤਸ਼ਾਹ ਨੇ ਜੋ ਕੁਝ ਆਖਿਆ, ਹਕੀਮ ਯੋਗੀ ਅੱਲਾ ਯਾਰ ਖਾਨ ਜੀ ਲਿਖਦੇ ਨੇ, सतगुरु कहते जिस खित्ते में हम कहते थे आना ये वही है, जिस जा पे बच्चों को कटाना, शब्द वेखो महाराज दे, उन्हें कहा जिस जा पे बच्चों को कटाना जे वही है, माटी भी कह रही है ठिकाना जे वही है। सतगुरु आख्या भाई दया सिंह ये पवित्र जगह है जिथे कल नूं मैं अपने साहबजादे कुर्बान करके जावांगा। सवाल किया सी सिख ने पातशाह किनू जा रहे हैं, तो सतगुरु कहते हमको भी जाना है उस मुकाम पर, जल्दी तर जिस जगह कटाने पड़ेंगे तुमको अपने सर, पहले पिता कटाया अब बेटे कटाऊंगा, नानक का बाग खून जिगर से खिलाऊंगा। पातशाह ने आख्या पहला मैं अपना बाप कटवाया, हुण मैं अपने पुत्र पंथ दे पेट कर जाने ने। दसम पातशाह ने वेख्या चमकौर दी गड़ी नूं कीड़ियां वांग 10 लाख मलखईए तो वध आके फौज ने घेरा पा लिया। पातशाह खलोते हुए ने ते अपने सिंघां नूं मुखातब करना चाहुंदे ने। अज दसम पातशाह सिखां नूं कुछ कहण लगे ने, सिखो पुत्रां वाले असीं भी हाँ, मेरे भी 2 बच्चे ने, मैं हर स्टेज ते अनाउंसमेंट करदा, तुहाडे भी पुत्र धीआं ने, गोदियां विच भैणां बिठाए ने, वीरां कोल बैठे ने, झाती मारिओ धन है दसम पातशाह, कैसा जिगरा उस बापू दा होवेगा। अज पंथ ने पूछया पातशाह हुण की हुक्म है, बाहर मुलखईया चढ़ के आ गया है, की करना चाहिए है? दसम पातशाह 2 धारा खंडा हाथ विच लैके ते की सिखां नूं कहण लगे ने कि मैं पंथ नहीं मरन देना, मैं पंथ जिउंदा रखना है। किसी सिख ने आख्या पातशाह पंथ जिउंदा किवें रखोगे? ते सतगुरां ने जो जवाब दिता हुण मैं साझा नहीं करना, सुरती तुसीं भी टिकायो भाई, बापू अपना साझा है, आपां सारे इतिहास बड़ी सुरती नाल सरवण करना है। यही ना सोचो भी प्रचारक बोल गया ते कान रस लैके चले जाइए, नहीं, अज दिल दी अख नाल महसूस करने दा यतन करियो
ਤੁਸੀਂ ਤਨ ਕਰਕੇ ਇੱਥੇ ਬੈਠੇ ਹੋ, ਮਨ ਕਰਕੇ ਚਮਕੌਰ ਦੀ ਗੜੀ ਵਿੱਚ ਚਲੇ ਜਾਓ। ਦਸਮ ਪਾਤਸ਼ਾਹ ਦੇ ਹੱਥ ਵਿੱਚ ਤੋਂ ਧਾਰਾ ਖੰਡਾ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖਾਂ ਦੇ ਕੀਤੇ ਹੋਏ ਸਵਾਲ ਕਿ ਪਾਤਸ਼ਾਹ ਪੰਥ ਨੂੰ ਜਿਉਂਦਾ ਰੱਖੋਗੇ ਕਿਵੇਂ, ਤੇ ਉਹਦਾ ਜਵਾਬ ਸਤਿਗੁਰੂ ਕਿਵੇਂ ਦੇ ਰਹੇ ਨੇ। ਉਸ ਵੇਲੇ ਦਾ ਸੀਨ ਮਨਵੀਰ ਸਿੰਘ ਬੀਏ ਬਹੁਵਿੰਡ ਦਾ ਢਾਡੀ ਥਾਣਾ ਸ਼ਬਦਾਂ ਵਿੱਚ ਹੈ ਇਉਂ ਬਿਆਨ ਕਰਦਾ। बोले फिर दशमेश जी खंडा लिशका के, 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 बोले फिर दशमेश जी खंडा लिशका के। 10 लाख वैरी पालिया है घेराया के, हाँ 10 लाख वैरी पालिया है घेराया के, 10 लाख वैरी पालिया है घेराया के, हो 10 लाख वैरी पालिया है घेराया के, 10 लाख वैरी पालिया है घेराया के। मैं तकना है बल तुसां दा आज्यों अजमा के, तकना है बल तुसां दा आज्यों अजमा के, हो तकना है बल तुसां दा अजयों अजमा के, तकना है बल तुसां दा अजयों अजमा के। रज दा खंडा किसे दा किसे दा किसे दा, रज दा खंडा किसे दा सिर कितने ला के, रज दा खंडा किसे दा सिर कितने ला के, हो रज दा खंडा किसे दा सिर कितने ला के, उथे रज दा खंडा किसे दा सिर कितने ला के, रज दा खंडा किसे दा सिर कितने ला के। ओ मैं समझागा सिख ओ सुनो, मैं समझागा सिख ओ सुनो, जो रण विच जा के अज 1.25 लाख नाल लड़ेगा,
ਕੱਲਾ ਹਿੱਕ ਢਾਕੇ ਸਵਾ ਲੱਖ ਨਾਲ ਲੜੇਗਾ ਕੱਲਾ ਹਿੱਕ ਢਾਕੇ ਸਵਾ ਲੱਖ ਨਾਲ ਲੜੇਗਾ 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 ਸਵਾ ਲੱਖ ਨਾਲ ਲੜੇਗਾ ਕੱਲਾ ਹਿੱਕ ਢਾਕੇ ਸਵਾ ਲੱਖ ਨਾਲ ਲੜੇਗਾ ਕੱਲਾ ਹਿੱਕ ਢਾਕੇ ਆਇਆ ਪੁਰਖ ਅਕਾਲ ਤੋਂ ਇਹ ਆਗਿਆ ਪਾ ਕੇ 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 ਜਿੰਦਾ ਰੱਖਣਾ ਪੰਥ ਨੂੰ ਪੁੱਤ ਭੇਟ ਚੜਾ ਕੇ ਜਿੰਦਾ ਰੱਖਣਾ ਪੰਥ ਨੂੰ ਪੁੱਤ ਭੇਟ ਚੜਾ ਕੇ ਹੋ ਮੈਂ ਜਿੰਦਾ ਰੱਖਣਾ ਹੋ ਜਿੰਦਾ ਰੱਖਣਾ ਪੰਥ ਨੂੰ ਪੁੱਤ ਭੇਟ ਚੜਾ ਕੇ ਜਿੰਦਾ ਰੱਖਣਾ ਪੰਥ ਨੂੰ ਪੁੱਤ ਭੇਟ ਚੜਾ ਕੇ ਪੁੱਤ ਭੇਟ ਚੜਾ ਕੇ ਪੁੱਤ ਭੇਟ ਚੜਾ ਕੇ ਹੋ ਦਸਮ ਪਾਤਸ਼ਾਹ ਨੇ ਦੱਸਿਆ ਵੀ ਮੈਂ ਪੰਥ ਨੂੰ ਜਿਉਂਦਿਆਂ ਕਿਵੇਂ ਰੱਖਣਾ ਹੈ। ਤੁਸੀਂ ਸਰਵਣ ਕੀਤਾ। ਸਤਿਗੁਰੂ ਕਹਿੰਦੇ ਮੈਂ ਆਇਆ ਪੁਰਖ ਅਕਾਲ ਤੋਂ ਇਹ ਆਗਿਆ ਪਾ ਕੇ, ਕਿਹੜੀ ਆਗਿਆ ਪਾ ਕੇ ਆਇਆ ਹਾਂ? ਹੈ ਜਿੰਦਾ ਰੱਖਣਾ ਪੰਥ ਨੂੰ ਪੁੱਤ ਭੇਟ ਚੜਾ ਕੇ। ਇਬਰਾਹੀਮ ਦੀ ਗੋਦ ਵਿੱਚ ਪੁੱਤਰ ਰੱਖਿਆ ਗਿਆ, ਇਹਨੂੰ ਜ਼ਿਬਾ ਕਰਦੇ, ਕਤਲ ਕਰਦੇ। ਉਹਨੇ ਆਖਿਆ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਦਿਓ, ਮੇਰੇ ਕੋਲੋਂ ਪੁੱਤਰ ਆਪ ਵੇਖ ਕੇ ਕਤਲ ਨਹੀਂ ਹੋਵੇਗਾ, ਮੈਂ ਨਹੀਂ ਕਰ ਸਕਦਾ। ਅੱਖਾਂ ਤੇ ਪੱਟੀ ਬੰਨੀ ਗਈ, ਪੁੱਤਰ ਪਾਸੇ ਕਰ ਦਿੱਤਾ, ਉਮਤ ਵਾਲਿਆਂ ਥੱਲੇ ਬੱਕਰਾ ਰੱਖ ਦਿੱਤਾ, ਬੱਕਰਾ ਜ਼ਿਬਾ ਕਰ ਦਿੱਤਾ। ਜਿਸ ਦਿਨ ਤੋਂ ਬਾਅਦ ਬਕਰੀਦ ਮਨਾਈ ਜਾਣ ਲੱਗੀ। ਦੁਨੀਆ ਦੇ ਪੈਗੰਬਰਾਂ ਵਿੱਚੋਂ ਵਾਹਿਦ ਐਸੇ ਪੈਗੰਬਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਦੀਨ ਦੁਨੀਆ ਦੇ ਵਾਲੀ, ਜਿਸ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੀ ਪਾਵਨ ਰਸਨਾ ਤੋਂ ਸ਼ਬਦ ਆਖੇ ਮੈਂ ਪੰਥ ਨੂੰ ਜਿਉਂਦਿਆਂ ਰੱਖਾਂਗਾ, ਪਰ ਸ਼ਰਤ ਇਹ ਹੈ ਮੈਂ ਆਪਣੇ ਪੁੱਤਰ ਵੀ ਕੁਰਬਾਨ ਕਰ ਦਵਾਂਗਾ। ਤੁਹਾਨੂੰ ਯਾਦ ਹੋਵੇਗਾ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਦਸਮ ਪਾਤਸ਼ਾਹ ਅੰਮ੍ਰਿਤ ਛਕਾਉਣ ਲੱਗੇ ਨਾ, ਤੇ ਭਾਈ ਦਇਆ ਸਿੰਘ ਸਾਹਿਬ ਨੂੰ ਅੰਮ੍ਰਿਤ ਛਕਾ ਕੇ ਪੰਜਾਂ ਪਿਆਰਿਆਂ ਨੂੰ ਤੇ ਸਤਿਗੁਰਾਂ ਨੇ ਇੱਕ ਬਚਨ ਆਖਿਆ। ਮਹਾਰਾਜ ਕਹਿੰਦੇ ਦਇਆ ਸਿੰਘ ਜੀ ਗੋਬਿੰਦ ਸਿੰਘ ਚਾਹੁੰਦਾ ਹੈ, ਗੋਬਿੰਦ ਰਾਏ ਚਾਹੁੰਦਾ ਹੈ ਵੀ ਗੋਬਿੰਦ ਸਿੰਘ ਬਣ ਜਾਵਾਂ। ਗੋਬਿੰਦ ਰਾਏ ਜੀ ਚਾਹੁੰਦੇ ਨੇ ਕਿ ਗੋਬਿੰਦ ਸਿੰਘ ਬਣ ਜਾਵਾਂ, ਇਸ ਲਈ ਕਿਰਪਾ ਕਰੋ ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਓ, ਕਿਤੇ ਮੈਂ ਵਾਂਝਾ ਨਾ ਰਹਿ ਜਾਵਾਂ। ਅੱਜ ਜਦੋਂ ਸਾਨੂੰ ਕੋਈ ਆਂਦਾ ਨਾ ਵੀ ਅੰਮ੍ਰਿਤ ਛਕ ਲਓ, ਤੇ ਸਾਡਾ ਘੜਿਆ ਘੜਾਇਆ ਜਵਾਬ, ਅਸੀਂ ਕਹਿੰਦੇ ਜੀ ਕੀ ਲੋੜ ਹੈ, ਸਾਡਾ ਤੇ ਮਨ ਸਾਫ ਹੈ, ਅਸੀਂ ਕਿਹੜੀ ਕਿਸੇ ਨਾਲ ਠੱਗੀ ਮਾਰੀ, ਅਸੀਂ ਕਿਹੜਾ ਕਦੀ ਕਿਸੇ ਦਾ ਮਾੜਾ ਕੀਤਾ ਵੀ ਅਸੀਂ ਅੰਮ੍ਰਿਤ ਛਕਦੇ ਫਿਰੀਏ, ਮਨ ਸਾਫ ਚਾਹੀਦਾ। ਤੇ ਸੰਗਤ ਜੀ ਧਿਆਨ ਮਾਰਿਓ, ਦਸਮ ਪਾਤਸ਼ਾਹ ਦਾ ਮਨ ਨਹੀਂ ਸੀ ਸਾਫ, ਗੁਸਤਾਖੀ ਮਾਫ। ਸਤਿਗੁਰੂ ਲੋਕਾਂ ਨਾਲ ਠੱਗੀਆਂ ਮਾਰਦੇ ਫਿਰਦੇ ਸੀ, ਕਿਸੇ ਦਾ ਮਾੜਾ ਕਰਦੇ ਫਿਰਦੇ ਸੀ, ਦੂਸਰਿਆਂ ਦੀ ਖਾਤਰ ਆਪਣਾ ਬਾਪ ਕੁਰਬਾਨ ਕਰ ਦਿੱਤਾ। ਉਹ ਪਾਤਸ਼ਾਹ ਦਾ ਜੇ ਮਨ ਹੀ ਸਾਫ ਨਹੀਂ, ਅਸੀਂ ਕਿਉਂ ਕਈ ਵਾਰ ਕਟਹਿਰੇ ਦੇ ਵਿੱਚ ਲਿਆ ਕੇ ਪ੍ਰਚਾਰਕਾਂ ਨੂੰ ਵੀ ਖੜਾ ਕਰ ਦਿੰਨੇ, ਅਸੀਂ ਪੰਥ ਤੇ ਵੀ ਉਂਗਲਾਂ ਚੁੱਕ ਦਿੰਨੇ ਆ। ਦਸਮ ਪਾਤਸ਼ਾਹ ਨੂੰ ਭਾਈ ਦਇਆ ਸਿੰਘ ਨੇ ਆਖਿਆ ਮਹਾਰਾਜ ਗੋਬਿੰਦ ਸਿੰਘ ਬਣਨਾ ਬੜਾ ਕਠਨ ਹੈ, ਹਮ ਸਿੰਘ ਬਣੇ ਸੀਸ ਆਪਣਾ ਕਟਾਏ ਕੇ। ਪਾਤਸ਼ਾਹ ਗੋਬਿੰਦ ਸਿੰਘ ਸੌਖਾ ਨਹੀਂ ਬਣੇਗਾ, ਇਹ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਨਾ ਚਾਹੁੰਦੇ ਹੋ, ਤੁਸੀਂ ਸਾਨੂੰ ਅੰਮ੍ਰਿਤ ਛਕਾਇਆ, ਅਸੀਂ 5 ਸਿਰ ਦਿੱਤੇ, ਦੱਸੋ ਗੋਬਿੰਦ ਸਿੰਘ ਪੰਥ ਨੂੰ ਕੀ ਦੇਵੇਗਾ। ਅੱਜ ਰੌਲਾ ਪਾਇਆ ਜਾਂਦਾ, ਪ੍ਰਚਾਰ ਕੀਤਾ ਜਾਂਦਾ, ਭਾਈ ਆਜੋ ਕਸ਼ਹਿਰਾ ਵੀ ਗੁਰੂ ਘਰੋਂ ਫ੍ਰੀ ਮਿਲੇਗਾ, ਕਿਰਪਾਨ ਵੀ ਫ੍ਰੀ ਮਿਲੇਗੀ, ਕੰਗਾ ਵੀ ਫ੍ਰੀ ਮਿਲੇਗਾ, ਕੜਾ ਵੀ ਫ੍ਰੀ ਮਿਲੇਗਾ। ਏਡਾ ਸਸਤਾ ਅੰਮ੍ਰਿਤ, ਏਡਾ ਵਾਧੂ ਜਿਹਾ ਅੰਮ੍ਰਿਤ ਕਰਕੇ ਛੱਡ ਦਿੱਤਾ, ਅਸੀਂ ਵੀ ਕਸ਼ਹਿਰਾ ਲੈਣ ਜੋਗੇ ਵੀ ਨਹੀਂ, ਅਸੀਂ ਕੜੇ ਤੇ ਕਿਰਪਾਨਾਂ ਵੀ ਲਾਲਚ ਲੈ ਕੇ ਫੇਰ ਅੰਮ੍ਰਿਤ ਛਕਦੇ ਆ। ਏਡਾ ਹੀ ਅਸੀਂ ਵਾਧੂ ਜਿਹਾ ਅੰਮ੍ਰਿਤ ਬਣਾ ਛੱਡਿਆ। ਨਹੀਂ, ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਜੇ ਅੰਮ੍ਰਿਤ ਛਕਣਾ ਹੈ
5 ਸਿਰ ਦਿੱਤੇ, ਦੱਸੋ ਗੋਬਿੰਦ ਸਿੰਘ ਕੀ ਦੇਵੇਗਾ? ਤੇ ਸਤਿਗੁਰੂ ਕਹਿੰਦੇ ਦਇਆ ਸਿੰਘ ਜੀ, ਗੋਬਿੰਦ ਰਾਏ ਤੁਹਾਡੇ ਨਾਲ ਵਾਅਦਾ ਕਰਦਾ, ਗੋਬਿੰਦ ਸਿੰਘ ਬਣਾ ਦਿਓ, ਮੈਂ ਪੂਰਾ ਪੰਥ ਹੀ ਕੌਮ ਦੇ ਲੇਖੇ ਲਾ ਦੇਵਾਂਗਾ। ਐਡਾ ਸੌਖਾ ਅੰਮ੍ਰਿਤ ਨਹੀਂ ਮਿਲਿਆ, ਐਡਾ ਸਸਤਾ ਅੰਮ੍ਰਿਤ ਨਹੀਂ ਸੀ ਮਿਲਿਆ, ਬੜਾ ਮਹਿੰਗਾ ਅੰਮ੍ਰਿਤ ਸੀ। ਪਰ ਅੱਜ ਅਸੀਂ ਵਾਧੂ ਜਿਹਾ ਬਣਾ ਕੇ ਰੱਖ ਦਿੱਤਾ। ਅੱਜ ਅਸੀਂ ਕੜੇ ਕਸ਼ਹਿਰਾਂ ਦੇ ਉੱਤੇ ਹੀ ਲਾਲਚ ਦੇ ਦੇ ਕੇ ਕਹਿੰਦੇ ਭਾਈ ਆ ਜਾ, ਤੂੰ ਵੀ ਆ ਜਾ, ਤੂੰ ਵੀ ਅੰਮ੍ਰਿਤ ਛਕ ਲਾ। ਸਤਿਗੁਰਾਂ ਨੇ ਇੱਕ ਸ਼ਬਦ ਵਰਤਿਆ ਸੀ, ਮਾਤਾ ਨੇ ਆਖਿਆ ਸੀ ਮੇਰੇ ਸਾਹਿਬਜ਼ਾਦੇ ਕਿੱਥੇ ਨਜ਼ਰ ਨਹੀਂ ਆਉਂਦੇ। ਤੇ ਸਤਿਗੁਰੂ ਕਹਿੰਦੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੋ ਤੇ 4। ਆ ਜਿਹੜੇ ਬੈਠੇ ਨਾ, ਇਹਨਾਂ ਦੀ ਖਾਤਰ ਮੈਂ 4 ਕੁਰਬਾਨ ਕਰ ਦਿੱਤੇ। 4 ਮੂਏ ਤੋਂ ਕਿਆ ਭਇਆ, ਜੀਵਤ ਕਈ ਹਜ਼ਾਰ। ਪਾਤਸ਼ਾਹ ਕਹਿੰਦੇ ਫਿਰ ਕੀ ਹੋ ਗਿਆ, 4 ਚਲੇ ਗਏ, ਮੈਂ ਹਜ਼ਾਰਾਂ ਜਿਉਂਦੇ ਕਰ ਲੈ। ਪਰ ਦਸਮ ਪਾਤਸ਼ਾਹ ਨੇ ਲੱਖਾਂ ਤੇ ਕਰੋੜਾਂ ਨਹੀਂ ਕਹੇ, ਹਜ਼ਾਰ ਕਿਉਂ ਕਹੇ? ਹੁਣ ਜੇ ਕਿਤੇ ਲਿਸਟ ਤਿਆਰ ਹੋਣੀ ਹੋਵੇ ਨਾ ਅੰਮ੍ਰਿਤ ਦੀ, 1000 ਬੰਦਾ ਇੱਕ ਪਿੰਡ ਚੋਂ ਤਿਆਰ ਹੋ ਸਕਦਾ ਵੀ ਅਸੀਂ ਹਰ ਇੱਕ ਨੇ ਆਖਣਾ ਮੈਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਦੀ ਪੁੱਤਰ ਧੀ ਆ। ਪਰ ਨਹੀਂ, ਉਹ 1000 ਵਿਰਲੇ ਨੇ ਜਿਹੜੇ ਪੱਕੇ ਰਹਿਣੀ ਬਹਿਣੀ ਤੇ ਕਹਿਣੀ ਦੇ ਸਮਰੱਥ ਨੇ, ਜਿਹੜੇ ਇੱਕ ਨਿਯਮ ਵਿੱਚ ਬੱਝੇ ਨੇ। ਉਹ ਹਜ਼ਾਰਾਂ ਵਿੱਚ ਆਉਂਦੇ, ਉਹ ਲੱਖਾਂ ਵਿੱਚ ਨਹੀਂ ਆਉਂਦੇ। ਤੇ ਸੱਚਮੁੱਚ ਉਹ ਹਜ਼ਾਰਾਂ ਦੀ ਗਿਣਤੀ 'ਚ ਹੋ ਸਕਦੇ, ਉਹ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਨਹੀਂ ਹੋ ਸਕਦੇ। ਦਸਮ ਪਾਤਸ਼ਾਹ ਨੇ ਖਾਲਸੇ ਨੂੰ ਆਖਿਆ ਇਹ ਚਮਕੌਰ ਦੀ ਗੜੀ ਹੈ, ਇੱਥੋਂ ਅੱਜ ਮੈਂ ਆਪਣੇ ਪੁੱਤਰ ਵੀ ਕੁਰਬਾਨ ਕਰ ਦੇਵਾਂਗਾ, ਪਰ ਮੈਂ ਪੰਥ ਜਿਉਂਦਾ ਰੱਖਣਾ ਹੈ, ਪੰਥ। ਅੱਜ ਉਹ ਪੰਥ ਕਿਹੜੇ ਚੁਰਾਹੇ ਤੇ ਆ ਕੇ ਖੜਾ ਹੋ ਗਿਆ। ਸਾਡੀ ਸਰਮੌਰ ਸੰਸਥਾ ਜਿਹੜੀ ਕਹਿੰਦੀ ਸਿੱਖੀ ਦਾ ਪ੍ਰਚਾਰ ਵੱਧ ਤੋਂ ਵੱਧ ਕਰੋ, ਉਹ ਸੰਸਥਾ ਨੇ ਸਾਡੇ ਤੇ ਬੈਨ ਲਾਇਆ। ਸਾਡੇ ਤੇ ਸਾਨੂੰ ਕਹਿੰਦੇ ਤੁਸੀਂ ਅਕਾਲ ਤਖਤ ਸਾਹਿਬ ਨਹੀਂ ਬੋਲ ਸਕਦੇ। ਕਿਉਂ ਨਹੀਂ ਬੋਲ ਸਕਦੇ ਜੀ? ਕਾਰਨ ਦੱਸੋ। ਕਹਿੰਦੇ ਹੋ ਤੁਸੀਂ ਬਾਬਾ ਫੂਲਾ ਸਿੰਘ ਦੀ ਗਵਾਹੀ ਕਿਉਂ ਦਿੰਦੇ ਜੇ ਕਿ ਉਹਨੇ ਪੰਜਾਬ ਦੇ ਬਾਦਸ਼ਾਹ ਨੂੰ ਕੋੜੇ ਮਾਰਨ ਦੀ ਸਜ਼ਾ ਸੁਣਾਈ? ਅਸੀਂ ਕਿਹਾ ਵੀ ਅਸੀਂ ਤੇ ਕਹਿਣਾ ਹੀ ਕਹਿਣਾ ਹੈ। ਅੱਜ ਪੰਜਾਬ ਦੇ ਆਗੂ ਵਰਲਡ ਕਬੱਡੀ ਕੱਪ ਕਰਾ ਕੇ ਸਾਹਮਣੇ ਬਾਲੀਵੁੱਡ ਵਿੱਚੋਂ ਨਚਾਰਾਂ ਲਿਆ ਕੇ ਨਚਾਉਂਦੇ ਨੇ। ਸਿਗਰਟਾਂ ਪੀਣ ਵਾਲਾ ਸ਼ਹਿਰੂ ਖਾਨ ਇਹਨਾਂ ਦੇ ਸਾਹਮਣੇ ਆ ਕੇ ਆਖਦਾ ਏ ਮੈਂ ਸਿਗਰਟਾਂ ਪੀਣਾ, ਮੇਰੇ ਕੋਲੋਂ ਤਾਂ ਨੱਚਿਆ ਨਹੀਂ ਜਾਂਦਾ। ਤੇ ਕਿੱਥੇ ਗਏ ਉਹ ਗੁੰਮਨਾਮੇ ਜਾਰੀ ਕਰਨ ਵਾਲੇ, ਤੇ ਕਿੱਥੇ ਗਏ ਕੋੜੇ ਖਾਣ ਵਾਲੇ? ਅਸੀਂ ਕਿਹਾ ਅਸੀਂ ਸੱਚ ਬੋਲਣਾ, ਤੁਸੀਂ ਅਕਾਲ ਤਖਤ ਸਾਹਿਬ ਤੋਂ ਬੈਨ ਕਰ ਸਕਦੇ ਜੀ। ਬਾਕੀ ਸਟੇਜਾਂ ਸਤਿਕਾਰਯੋਗ ਨੇ, ਠੀਕ ਹੈ, ਸਾਡਾ ਜਨਮਦਾਤਾ ਅਕਾਲ ਤਖਤ ਸਾਹਿਬ ਹੈ ਢਾਡੀਆਂ ਦਾ। ਮਾੜੇ ਸਿਸਟਮ ਨੇ ਸਾਡੇ ਤੇ ਬੈਨ ਲਾਇਆ, ਪਰ ਆ ਗੁਰੂ ਕੀ ਸੰਗਤ ਸਾਨੂੰ ਯਾਦ ਕਰਦੀ ਹੈ। ਆ ਗੁਰੂ ਕੀ ਸੰਗਤ ਦੇ ਪਿਆਰ ਦੇ ਬੱਜੇ ਸੀ ਹੋਣੇ, ਕਿਉਂਕਿ ਸੱਚ ਸੁਣਾਈ ਸੀ, ਸੱਚ ਕੀ ਬੇਲਾ। ਜੇ ਹੁਣ ਸੱਚ ਨਹੀਂ ਆਖਿਆ ਤੇ ਆਖਣਾ ਕਦੋਂ ਆ? ਜੇ ਸੱਚ ਨਾ ਬੋਲਿਆ ਗੁਰੂ ਦੇ ਦੇਣਦਾਰ ਹੋਵਾਂਗੇ। ਜੇ ਝੂਠ ਬੋਲ ਕੇ ਚਲੇ ਗਏ ਤੇ ਫਿਰ ਕੀ ਫਾਇਦਾ? ਕੱਲੇ ਪੈਸੇ ਵਟੋਰਨ ਥੋੜਾ ਹੀ ਆ ਗਏ ਆ। ਰੱਬ ਦੀ ਦਰਗਾਹ ਵੇ ਸਾਡਾ ਵੀ ਲੇਖਾ ਜੋਖਾ ਪਾਈ, ਉੱਥੇ ਸਾਵਾਂ ਹੀ ਹੋਣਾ। ਜਿੱਥੇ ਉਹਨੇ ਤੁਹਾਨੂੰ ਬਿਠਾਉਣਾ ਉੱਥੇ ਸਾਨੂੰ ਵੀ ਪੁੱਛਣਾ ਹੈ। ਉਦੋਂ ਧਰਮਰਾਜ ਨੇ ਸਾਨੂੰ ਵੀ ਪੁੱਛਣਾ ਵੀ ਦੱਸ ਆ ਤੇਰੀ ਵਹੀ ਕਾਲੇ ਕਾਗਜ਼ਾਂ ਨਾਲ ਕਿਉਂ ਭਰੀ ਪਈ ਹੈ? ਪਰ ਸੱਚ ਬੋਲਣਾ ਪਵੇਗਾ। ਕੀ ਕਰੀਏ, ਗੁਰੂ ਦੇ ਢਾਡੀ ਆ। ਸਾਡੇ ਵੱਡ ਵਡੇਰਾਂ ਤੇ ਅਕਾਲ ਤਖਤ ਸਾਹਿਬ ਕਹਿ ਦਿੱਤਾ ਸੀ। ਢਾਡੀ ਮੀਰ ਅਬਦਲ ਜੀ ਤੇ ਨਥਮਲ ਖੈਰ ਜੀ ਨੇ, ਉਹ ਕਹਿੰਦੇ ਸੀ ਪੱਗ ਤੇਰੀ ਕੀ ਜਹਾਂਗੀਰ ਦੀ, ਮਹਾਰਾਜ ਜਹਾਂਗੀਰ ਝੂਠਾ ਹੈ, ਬੇਸ਼ੱਕ ਉਹ ਵਕਤ ਦਾ ਬਾਦਸ਼ਾਹ ਤੇ ਅਸੀਂ ਵੀ ਕੀਨੇ। ਖੈਰ, ਦਸਮ ਪਾਤਸ਼ਾਹ ਨੇ ਆਖਿਆ ਮੈਂ ਪੰਥ ਜਿਉਂਦਾ ਰੱਖਾਂਗਾ। ਅੱਜ ਮੈਂ ਪੰਥ ਨੂੰ ਮਰਨ ਨਹੀਂ ਦੇਣਾ, ਖਤਮ ਨਹੀਂ ਹੋਣ ਦੇਣਾ। ਇਧਰੋਂ 10 ਲੱਖ ਮੁਲਖਈਏ ਨੇ ਘੇਰਾ ਪਾ ਲਿਆ। ਵਜ਼ੀਰ ਖਾਨ ਨੇ ਆਖਿਆ ਤੁਸੀਂ ਹਮਲਾ ਕਰੋ। 10 ਲੱਖ ਮੈਂ ਨਿਸ਼ਚੇ ਨਾਲ ਕਹਿਣਾ ਵੀ ਸ਼ਾਇਦ ਹੋ ਸਕਦਾ ਅਸੀਂ ਆਪਣੀਆਂ ਅੱਖਾਂ ਨਾਲ ਕਿਤੇ 10 ਲੱਖ ਇਕੱਠਾ ਨਾ ਵੇਖਿਆ ਹੋਵੇ। ਆ ਵੱਡੇ 400 ਸਾਲਾ ਸ਼ਤਾਬਦੀਆਂ ਮਨਾਈਆਂ ਗਈਆਂ, ਬਰਗਾੜੀ ਦਾ ਮੋਰਚਾ ਲੱਗਾ ਸੀ, ਸਾਰੀ ਕੌਮ ਮਰਨ ਵਾਸਤੇ ਤਿਆਰ ਹੋ ਚੁੱਕੀ ਸੀ। ਵੇਖ ਰਹੀ ਸੀ ਕੌਮ ਊੜ ਦੇ ਬੁੱਲ ਵਾਂਗ ਮੂੰਹ ਚੁੱਕ ਕੇ ਵੀ ਇਨਸਾਫ ਹੁਣ ਵੀ ਮਿਲਿਆ। ਨਾ ਇਨਸਾਫ ਲੈਣ ਵਾਲੇ ਲੱਭੇ ਤੇ ਨਾ ਇਨਸਾਫ ਦਿਵਾਉਣ ਵਾਲੇ ਲੱਭੇ। ਕੌਮ ਮਰਨ ਵਾਸਤੇ ਤਿਆਰ ਹੋ ਚੁੱਕੀ ਸੀ। ਮੈਂ ਤਾਂ ਬੇਨਤੀ ਕੀਤੀ ਵੀ ਜਦੋਂ ਬਰਗਾੜੀ ਇਕੱਠ ਹੋਇਆ ਉਦੋਂ ਵੀ ਲੱਖਾਂ ਦੀ ਤਾਦਾਦ ਵਿੱਚ ਸੰਗਤ ਗਈ, ਪਰ 10 ਲੱਖ ਹੋ ਸਕਦਾ ਤੁਸੀਂ ਫਿਰ ਵੀ ਇਕੱਠਾ ਨਾ ਵੇਖਿਆ ਹੋਵੇ। ਹੁਣ 10 ਲੱਖ ਨੇ ਘੇਰਾ ਪਾਇਆ ਚਮਕੌਰ ਦੀ ਗੜੀ ਨੂੰ। 10 ਲੱਖ ਚਾਹੁੰਦਾ ਨਾ ਤੇ ਚਮਕੌਰ ਦੀ ਇੱਕ ਇੱਟ ਉਖੇੜਦਾ ਤੇ ਚਮਕੌਰ ਦੀ ਗੜੀ ਦਾ ਬਚਣਾ ਕੱਖ ਨਹੀਂ ਸੀ। ਜਾਂ ਇੱਕ ਮਿੱਟੀ ਦੀ ਮੁੱਠ ਭਰਦੇ ਚਮਕੌਰ ਦੀ ਗੜੀ ਵੀ ਸੁੱਟਦੇ ਤੇ ਗੜੀ ਸਾਰੀ ਪੂਰੀ ਜਾਣੀ ਸੀ, ਹਵੇਲੀ ਪੂਰੀ ਜਾਣੀ ਸੀ। ਪਰ ਜ਼ਰੂਰਤ ਪਤਾ ਕਿਉਂ ਨਹੀਂ ਪਈ? ਅੰਦਰ ਦੀਨ ਦੁਨੀਆ ਦੇ ਵਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਸਨ। ਉਹ ਸਤਿਗੁਰ ਸੱਚੇ ਪਾਤਸ਼ਾਹ ਦੇ ਸਾਹਮਣੇ ਕਿਸੇ ਦੀ ਹਿੰਮਤ ਨਹੀਂ ਪਈ ਕਿ ਉਹ ਚਮਕੌਰ ਦੀ ਗੜੀ ਇਹਦੇ ਛੇਤੀ ਹਮਲਾ ਕਰ ਸਕੇ। ਵਜ਼ੀਰ ਖਾਨ ਨੇ ਮਲੇਰ ਕੋਟਲੀਆਂ ਨੂੰ ਆਖਿਆ ਮਲੇਰ ਕੋਟਲੀਓ
ਆ ਬਹਾਦਰੀ ਦੀਆਂ ਟਾਰਾਂ ਘਰੇ ਬੈਠ ਕੇ ਜ਼ਨਾਨੀਆਂ ਕੋਲ ਹੀ ਮਾਰਨੀਆਂ ਜਾਣਦੇ ਹੋ ਕਿ ਚਮਕੌਰ ਦੀ ਗੜੀ ਨੂੰ ਪੌੜੀਆਂ ਲਾ ਕੇ ਅੰਦਰ ਕੁੱਦ ਕੇ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ? ਉਹ ਮੈਨੂੰ ਪਤਾ ਲੱਗਾ ਸੂਈਏ ਰਿਪੋਰਟ ਦਿੱਤੀ ਕੇਵਲ 40-42 ਅੰਦਰ ਬੈਠੇ ਨੇ, ਇਸ ਤੋਂ ਵੱਧ ਨਹੀਂ। ਯਾਦ ਰੱਖਿਓ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਦੋ ਵੱਡੇ ਸਾਹਿਬਜ਼ਾਦੇ ਭਾਈ ਸੰਗਤ ਸਿੰਘ, ਜੀਵਨ ਸਿੰਘ, ਉਦੇ ਸਿੰਘ, ਅਣਕ ਸਿੰਘ, ਅਜਬ ਸਿੰਘ, ਜੈਬ ਸਿੰਘ, ਮੋਲਕ ਸਿੰਘ, ਆਲਮ ਸਿੰਘ, ਈਸ਼ਰ ਸਿੰਘ, ਸੁੱਖਾ ਸਿੰਘ, ਸਾਹਿਬ ਸਿੰਘ, ਸੰਤ ਸਿੰਘ, ਸੰਗਤ ਸਿੰਘ, ਸ਼ੇਰ ਸਿੰਘ, ਸ਼ਾਮ ਸਿੰਘ, ਹਿੰਮਤ ਸਿੰਘ, ਹੁਕਮ ਸਿੰਘ, ਕਾਠਾ ਸਿੰਘ, ਕੇਸਰਾ ਸਿੰਘ, ਕੀਰਤੀ ਸਿੰਘ, ਕਿਰਪਾ ਸਿੰਘ, ਖਜਾਨ ਸਿੰਘ, ਗੁਰਬਖਸ਼ੀਸ਼ ਸਿੰਘ, ਜਵਾਰ ਸਿੰਘ, ਟਹਿਲ ਸਿੰਘ, ਦੇਵਾ ਸਿੰਘ, ਦਾਨ ਸਿੰਘ, ਬੁੱਢਾ ਸਿੰਘ, ਬਖਸ਼ੀਸ਼ ਸਿੰਘ, ਮਦਨ ਸਿੰਘ, ਮੁਕੰਦ ਸਿੰਘ ਦੂਜਾ, ਮੋਹਕਮ ਸਿੰਘ, ਭਾਗ ਸਿੰਘ, ਰਾਮ ਸਿੰਘ, ਵੀਰ ਸਿੰਘ, ਲਾਲ ਸਿੰਘ। ਇਹ ਮਹਾਰਾਜ ਦੇ ਕੋਲ 40 ਸਿੰਘ ਮੌਜੂਦ ਨੇ, ਦੋ ਵੱਡੇ ਸਾਹਿਬਜ਼ਾਦੇ ਤੇ ਇੱਕ ਦਸਮ ਪਾਤਸ਼ਾਹ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਦੇ ਅੰਦਰ ਹਨ। ਵਜ਼ੀਰ ਖਾਨ ਨੇ ਆਖਿਆ ਪੌੜੀਆਂ ਲਾ ਕੇ ਛਾਲਾਂ ਮਾਰ ਕੇ ਹਵੇਲੀ ਦੇ ਅੰਦਰ ਚਲੇ ਜਾਓ, ਉੱਥੋਂ ਉੱਥੀ ਗੁਰੂ ਨੂੰ ਗ੍ਰਿਫਤਾਰ ਕਰ ਲਓ। ਮਲੇਰ ਕੋਟਲੀਏ ਨਾਰ ਖਾਨ ਨੇ ਆਖਿਆ ਖਾਨ ਸਾਹਿਬ ਜੇ ਤੁਰਦੇ ਫਿਰਦੇ ਚੰਗੇ ਅਸੀਂ ਤੁਹਾਨੂੰ ਨਹੀਂ ਲੱਗਦੇ ਤੇ ਚਲੇ ਜਾਂਦੇ ਆ, ਪਹਿਲਿਆਂ ਦਾ ਅਸ਼ਰ ਵੇਖ ਹੀ ਚੁੱਕੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਣੀ ਤੇ ਅਣੀ ਤੀਰ ਚੱਲਿਆ ਆ ਰਿਹਾ ਹੈ। ਅਣੀ ਪਤਾ ਕਿਹਨੂੰ ਕਹਿੰਦੇ ਨੇ? ਤੀਰ ਦੇ ਮਗਰ ਇੱਕ ਖੰਭ ਬੰਨਿਆ ਹੁੰਦਾ ਪੰਛੀ ਦਾ, ਉਹ ਪੰਛੀ ਦਾ ਖੰਭ ਬਿਲਕੁਲ ਸਹੀ ਡਾਇਰੈਕਸ਼ਨ ਦੇ ਵਿੱਚ ਦੱਸਦਾ ਵੀ ਤੀਰ ਜਾ ਰਿਹਾ ਹੈ। ਦਸਮ ਪਾਤਸ਼ਾਹ ਏਡੀ ਸਪੀਡ ਨਾਲ ਤੀਰ ਚਲਾਉਂਦੇ ਸਨ ਕਿ ਸਤਿਗੁਰਾਂ ਦੇ ਖੰਭ ਦੇ ਨਾਲ ਨੋਕ ਮਿਲਦੀ ਆ ਰਹੀ ਸੀ ਮਗਰਲੇ ਤੀਰ ਦੀ। ਅਣੀ ਤੇ ਅਣੀ ਤੁਰਿਆ ਆ ਰਿਹਾ ਸੀ। ਨਾਰ ਖਾਨ ਨੇ ਆਖਿਆ ਖਾਨ ਸਾਹਿਬ ਪਹਿਲਿਆਂ ਦਾ ਅਸ਼ਰ ਤੁਸੀਂ ਵੇਖ ਚੁੱਕੇ ਜੀ, ਅਣੀ ਟੁੱਟਦੀ ਨਹੀਂ, ਜੇ ਤੀਰ ਸਾਡੀ ਛਾਤੀ ਵਿੱਚ ਲੱਗਾ ਤੇ ਫਿਰ ਅਸੀਂ ਵੀ ਅੱਲਾ ਕੋਲ ਚਲੇ ਜਾਵਾਂਗੇ। ਠੀਕ ਹੈ, ਜੇ ਤੁਹਾਨੂੰ ਤੁਰੇ ਫਿਰਦੇ ਨਹੀਂ ਚੰਗੇ ਲੱਗਦੇ, ਅਸੀਂ ਪਾ ਕੇ ਪੌੜੀ ਦੇ ਡੰਡੇ ਨੂੰ ਹੱਥ ਜਾ ਕੋਦੇ ਗੜੀ ਦੇ ਵਿੱਚ ਲਾਈ ਗਈ ਪੌੜੀ ਚੜਿਆ ਨਾਰ ਖਾਂ ਦੇ ਗਣੀ ਖਾਂ, ਦੋਵੇਂ ਜਾਣੇ ਪੌੜੀ ਦੇ ਡੰਡੇ ਨੂੰ ਹੱਥ ਪਾਉਂਦੇ ਪਾਉਂਦੇ ਨਾਲ ਲਾ ਇਲਾ ਇਲਾ ਮੁਹੰਮਦ ਰਸੂਲ ਅੱਲਾ ਕਹਿ ਕੇ ਉਹ ਕਿਵੇਂ ਬਨੇਰੋ ਤਾਂ ਹੋਏ ਨੇ। ਦਸਮ ਪਾਤਸ਼ਾਹ ਦੇ ਕਿਵੇਂ ਦਰਸ਼ਨ ਕੀਤੇ ਤੇ ਫਿਰ ਸਤਿਗੁਰਾਂ ਨੇ ਉਹਨਾਂ ਨੂੰ ਕਿਹੋ ਜਿਹਾ ਉਹਨਾਂ ਦਾ ਸਵਾਗਤ ਕੀਤਾ। ਢਾਡੀ ਕਲਾ ਦੀ ਬੜੀ ਸੁੰਦਰ ਵਣਗੀ ਹੈ, ਇਹਨੂੰ ਕਿਹਾ ਜਾਂਦਾ ਆੜ ਲੈ ਦੀ ਵਾਰ। ਮੇਰੇ ਪੂਜਾ ਪਿਤਾ ਉਸਤਾਦ ਗਿਆਨੀ ਮਿਲਖਾ ਸਿੰਘ ਮੌਜੀ ਸਾਹਿਬ, ਦਾਦਾ ਉਸਤਾਦ ਸਤਿਕਾਰਯੋਗ ਗਿਆਨੀ ਕਲਵੰਤ ਸਿੰਘ ਬੀਏ ਸਾਹਿਬ ਕੈਨੇਡਾ ਵਾਲੇ ਅਤੇ ਪੜਦਾਦਾ ਉਸਤਾਦ ਤੁਹਾਡੇ ਚੋਂ ਬਹੁਤਿਆਂ ਦਰਸ਼ਨ ਕੀਤੇ ਹੋਣਗੇ। ਸ਼੍ਰੋਮਣੀ ਢਾਡੀ, ਢਾਡੀਆਂ ਦੇ ਪੈਤਾਮਾ, ਢਾਡੀਆਂ ਦੇ ਪੈਗੰਬਰ ਸੁਲਤਾਨਨ ਢਾਡੀ, ਸੱਚਖੰਡ ਵਾਸੀ, ਗੁਰਪੁਰ ਵਾਸੀ, ਸਤਿਕਾਰਯੋਗ ਗਿਆਨੀ ਸੋਹਣ ਸਿੰਘ ਸੀਤਲ ਸਾਹਿਬ ਜੀ। ਪੜਦਾਦਾ ਉਸਤਾਦ ਜੀ ਕਿਆ ਕਰਦੇ ਸੀ, ਸਟੇਜਾਂ ਤੇ ਢੱਡ ਸਰੰਗੀਆਂ ਸ਼ਾਇਦ ਵੱਜਦੀਆਂ ਰਹਿਣ, ਹੋ ਸਕਦਾ ਢਾਡੀ ਕਲਾ ਅਲੋਪ ਹੋ ਜਾਵੇ। ਕਹਿੰਦੇ ਜਿਹੜੇ ਮੈਂ ਹਾਲਾਤ ਵੇਖ ਰਿਹਾ ਉਹਨਾਂ ਦੀ ਹਦਾਇਤ ਮੁਤਾਬਕ, ਉਹਨਾਂ ਦੀ ਹਦਾਇਤ ਦਾਦਾ ਉਸਤਾਦ ਜੀ ਤੇ ਦਾਦਾ ਉਸਤਾਦ ਜੀ ਤੋਂ ਪਿਤਾ ਉਸਤਾਦ ਜੀ ਤੇ ਪਿਤਾ ਉਸਤਾਦ ਜੀ ਤੋਂ ਹੁਕਮ ਦੇ ਬੱਚੇ ਅਸੀਂ ਆਪ ਜੀ ਦੇ ਸਾਹਮਣੇ ਨਿਰੋਲ ਢਾਡੀ ਕਲਾ ਦੀ ਵਣਗੀ ਸਾਂਝੀ ਕਰ ਲੱਗੇ ਆ। ਪਹਿਲਾ ਸਾਕਾ ਸਾਂਝਾ ਕੀਤਾ ਗਿਆ, ਫਿਰ ਆੜ ਲੈ ਦੀ ਵਾਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ। ਸਰਵਣ ਕਰਨ ਦਾ ਯਤਨ ਕਰਿਓ। ਨਾਰ ਖਾਂ ਦੇ ਗਣੀ ਖਾਂ ਪਾ ਕੇ ਪੌੜੀ ਦੇ ਡੰਡੇ ਨੂੰ ਹੱਥ ਉੱਚੇ ਹੋਏ ਨੇ ਬਨੇਰਿਆਂ ਤੋਂ, ਤੇ ਦਸਮ ਪਾਤਸ਼ਾਹ ਦਾ ਸਵਾਗਤ ਕਿਵੇਂ ਕੀਤਾ ਬਈ, ਜ਼ਰਾ ਦਰਸ਼ਨ ਕਰੋ।
ਜਾਪਦੀ ਏ ਉਹ ਜਾਂਦੇ ਦੀ ਸੁਨਹਿਰੀ ਮੁਖੀ ਜਾਪਦੀ ਸੁਨਹਿਰੀ ਮੁਖੀ ਜਾਪਦੀ ਰਹੀ ਨਾਗਣ ਅੰਗੇ ਆਰ ਬਰਸਾ ਉਹ ਲੱਗਾ ਜਾਏ ਕਿ ਕਿਲੇ ਦੇ ਨਾਰ ਖਾਨ ਦੇ ਲੱਗਾ ਜਾਏ ਕਿ ਕੱਲੇ ਦੇ ਨਾਰ ਖਾਂ ਦੇ ਦਿੱਤਾ ਅਗਲੇ ਜਹਾਨ ਬਚਾ ਉਹ ਦੂਜਾ ਗਣੀ ਵੱਲੇ ਸੇਧ ਕੇ ਛੱਡਿਆ ਦੂਜਾ ਗਣੀ ਵੱਲੇ ਸੇਧ ਕੇ ਛੱਡਿਆ ਦਿੱਤਾ ਰਾਹ ਸੁਰਗਾਂ ਦੇ ਬਾਗ ਤੀਜਾ ਵੇਖਿਆ ਜਾਉਂਦਾ ਮਰਦੂਦ ਨੇ ਤੀਜਾ ਵੇਖਿਆ ਜਾਉਂਦਾ ਮਰਦੂਦ ਨੇ ਵੇਖਿਆ ਜਾਉਂਦਾ ਮਰਦੂਦ ਨੇ ਹੋ ਕੇ ਕਾਂਦੀ ਓਲੇ ਜਾਨ ਗਾ ਬਚਾ ਉੱਚਾ ਹੋਇਆ ਜੋ ਬਨੇਰਿਓ ਸੀਤਲਾ ਉੱਚਾ ਹੋਇਆ ਜੋ ਬਨੇਰਿਓ ਸੀਤਲਾ ਉੱਚਾ ਹੋਇਆ ਜੋ ਬਨੇਰਿਓ ਸੀਤਲਾ ਦਿੱਤਾ ਉਸੇ ਦਾ ਹਿਸਾਬ ਮੰਗਾ ਹੋ ਕਰਮਾਂ ਵਾਲਿਓ ਹੁਣ ਜਿਹੜਾ ਮੈਂ ਹਵਾਲਾ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਨਾ ਇਹ ਕਿਸੇ ਆਮ ਵਿਦਵਾਨ ਦਾ ਹਵਾਲਾ ਨਹੀਂ ਇਹ ਦਸਮ ਪਾਤਸ਼ਾਹ ਦਾ ਹਵਾਲਾ ਹੈ ਉਸ ਜ਼ਫਰਨਾਮੇ ਵਿੱਚ ਫਤਿਹ ਦੀ ਚਿੱਠੀ ਵਿੱਚ ਫਾਰਸੀ ਦੇ ਵਿੱਚ ਕੋਈ ਸ਼ਬਦ ਲਿਖਦੇ ਨੇ ਜ਼ਫਰਨਾਮਾ ਪੜਨ ਦੀ ਇੱਕ ਚਾਲ ਹੈ ਇੱਕ ਬਹਿਰ ਹੈ ਇੱਕ ਲੈਅ ਹੈ ਮੈਂ ਜਦੋਂ ਪੜਨ ਦਾ ਯਤਨ ਕੀਤਾ ਵੀ ਜ਼ਫਰਨਾਮੇ ਨੂੰ ਪੜਿਆ ਕਿਵੇਂ ਜਾਂਦਾ ਤੇ ਮੇਰੇ ਸਾਹਮਣੇ ਕੋਈ ਫਾਰਸੀ ਦੀ ਲਿਖਤ ਆਈ ਉਹਦੇ ਵਿੱਚ ਲਿਖਿਆ ਸੀ ਜ਼ਫਰਨਾਮਾ ਪੜਨ ਦੀ ਚਾਲ ਉਹ ਇੱਕ ਸ਼ਬਦ ਸਨ ਫੌਲਣ 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 ਫੌਲ ਫੌਲਣ 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 ਫੌਲ ਫਿਰ ਉਹਦੇ ਉੱਤੇ ਜ਼ਫਰਨਾਮਾ ਚੱਲਦਾ ਹੈ ਡਾਕਟਰ GS ਜੀ ਨੇ ਇਸ ਦਾ ਜ਼ਿਕਰ ਕੀਤਾ ਹੈ ਉਹ ਲਿਖਦੇ ਨੇ ਉਹ ਕਹਿੰਦੇ ਜ਼ਫਰਨਾਮਾ ਚੱਲਦਾ ਜਿਵੇਂ ਦਸਮ ਪਾਤਸ਼ਾਹ ਨੇ ਲਿਖਿਆ ਉਹ ਕਹਿੰਦੇ ਕਮਾਲੇ ਕਰਾਮਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ ਕਰੇ ਹਾਕੁਨ ਰਹੀਮ ਅਮਾ ਬਖਸ਼ ਬਖਸ਼ਿੰਦਾ ਉਹ ਦਸਤਗੀਰ ਖਤਾ ਬਖਸ਼ ਰੋਜ਼ੀ ਦੇ ਹੋ ਦਿਲ ਪਜ਼ੀਰ शहनशाह खूबी दे हो रहनुमू के बेगुनो बेचुनो चूं बेनुमो ना साजो ना बाजो ना फौजो ना फर्श खुदावंद बख्शिंदो ऐचो अर्च ये जफरनामा है इसे जफरनामे दे विच पातशाह चमकौर दी गड़ी दा नक्शा खिंचदे ने औरंगजेब नूं लिखदे ने कहंदे औरंगजेब चुदीदम कहंदे मैं वेख्या की वेख्या चुदीदम के नाहर बयामद बजंग जहीद ने यके तीर तन बे दरंग कहते मैं वेख्या तेरा एक जरनैल नार खां
ਪੌੜੀ ਦੇ ਡੰਡੇ ਨੂੰ ਹੱਥ ਪਾ ਕੇ ਤਾਂ ਹੋਇਆ। ਸਤਿਗੁਰੂ ਕਹਿੰਦੇ ਮੈਂ ਸਵਰਨਮੁਖੀ ਤੀਰ ਕੱਢਿਆ, ਉਹਦੇ ਲੱਗਾ ਤੇ ਉਹ ਧਰਤੀ ਤੇ ਜਾ ਪਿਆ। ਕਿਸੇ ਨੇ ਸਵਾਲ ਕੀਤਾ ਮਹਾਰਾਜ ਤੀਰ ਤੇ ਦੁਸ਼ਮਣ ਨੂੰ ਮਾਰਨ ਲਈ ਹੁੰਦਾ ਤੇ ਤੁਸੀਂ ਤੀਰ ਨਾ ਸੋਨਾ ਲਾਈ ਫਿਰਦੇ ਜੇ। ਸਤਿਗੁਰੂ ਕਹਿੰਦੇ ਭਾਈ ਇਹ ਕਰਾਮਾਤ ਨਹੀਂ, ਇਹ ਕਲਾ ਹੈ ਕਿ ਸਾਡੇ ਤੀਰ ਦਾ ਡੰਗਿਆ ਕੋਈ ਬਚਣਾ ਨਹੀਂ। ਸਾਡਾ ਵਿਚਾਰ ਹੈ ਵੀ ਜੇ ਬੰਦਾ ਮਰ ਜਾਵੇ, ਉਹਦੀ ਫੌਜ ਵੀ ਉਹਦਾ ਸਾਥ ਛੱਡ ਜਾਵੇ, ਘਰੋਂ ਗਰੀਬ ਹੋਵੇ ਤੇ ਕਮ ਸੇ ਕਮ ਇਹ 1.25 ਤੋਲਾ ਸੋਨਾ। ਮੈਂ ਪੜ੍ਹ ਰਿਹਾ ਸਾਂ ਵੀ ਦਸਮ ਪਾਤਸ਼ਾਹ ਦੇ ਵੇਲੇ ਸੋਨੇ ਦੀ ਕੀਮਤ ਕਿੰਨੀ ਸੀ ਤੇ ਸਤਿਗੁਰਾਂ ਦਾ ਖੁਦ ਦਾ ਹੱਥ ਲਿਖਤ ਇੱਕ ਹੁਕਮਨਾਮਾ ਮੇਰੇ ਕੋਲ ਹੈ, ਉਸ ਦਾ ਉਤਾਰਾ। ਪਾਤਸ਼ਾਹ ਨੇ ਉਹਦੇ ਵਿੱਚ ਲਿਖਿਆ ਵੀ 20 ਰੁਪਏ ਤੋਲਾ ਸੋਨਾ ਉਦੋਂ ਸੀ ਤੇ ਸਤਿਗੁਰੂ ਕਹਿੰਦੇ 1.25 ਤੋਲਾ ਸੋਨਾ ਤਾਂ ਲਾਇਆ ਵੀ ਜੇ ਬੰਦਾ ਗਰੀਬ ਤੋਂ ਗਰੀਬ ਮਰ ਜਾਵੇ, ਇਹ ਸੋਨਾ ਵੇਚ ਕੇ ਉਹਦੇ ਕਫਨ ਦਾ ਪ੍ਰਬੰਧ ਕੀਤਾ ਜਾਵੇ, ਉਹਦੀ ਅੰਤਮ ਕਿਰਿਆ ਉਹਦਾ ਘਰ ਵਾਲੇ ਕਰ ਲੈਣ। ਤੇ ਸਿੱਖ ਨੇ ਆਖਿਆ ਵੀ ਮਹਾਰਾਜ ਜੇ ਉਹ ਨਾ ਮਰੇ, ਉਹ ਜ਼ਖਮੀ ਹੋ ਜਾਵੇ ਤੇ ਸਤਿਗੁਰੂ ਕਹਿੰਦੇ ਫਿਰ ਸੋਨਾ ਵੇਚ ਕੇ ਆਪਣਾ ਇਲਾਜ ਕਰਾ ਲਵੇਗਾ। ਐਸਾ ਦੀਨ ਦੁਨੀਆ ਦਾ ਵਾਲੀ ਕਿਤੇ ਲੱਭਦਾ ਨਹੀਂ, ਐਸਾ ਗੁਰੂ ਕਿਤੇ ਡਿੱਠਦਾ ਨਹੀਂ। ਕਿਸੇ ਨੇ ਨਾ ਸਵਾਲ ਕੀਤਾ ਸੀਤਲ ਸਾਹਿਬ ਨੂੰ, ਆਵਾਜ਼ ਘਟਾਤੀ ਨੇ, ਕਿਸੇ ਨੇ ਸੀਤਲ ਸਾਹਿਬ ਜੀ ਨੂੰ ਸਵਾਲ ਕੀਤਾ, ਕਹਿੰਦੇ ਵੀ ਦਸਮ ਪਾਤਸ਼ਾਹ ਬਾਰੇ ਕੋਈ ਸਵਾਲ ਐਸਾ ਉਸਨੇ ਕੀਤਾ ਤੇ ਸਤਿਗੁਰਾਂ ਦੀ ਪ੍ਰਥਾएं ਸੀਤਲ ਸਾਹਿਬ ਜੀ ਨੇ ਜਵਾਬ ਦਿੱਤਾ। ਉਹ ਕਹਿੰਦੇ ਭਲਿਆ ਤੂੰ ਦਸਮ ਪਾਤਸ਼ਾਹ ਦਾ ਨਾਮ ਲੈ ਕੇ ਬੋਲੀਆਂ ਨਾ ਮਾਰ। ਉਹਨੇ ਆਖਿਆ ਕਿਉਂ? ਫਿਰ ਸੀਤਲ ਸਾਹਿਬ ਜੀ ਕਹਿੰਦੇ ਵੀ ਸੁਣ, ਤੂੰ ਸੁਣਨਾ ਚਾਹਣਾ ਨਾ ਦਸਮ ਪਾਤਸ਼ਾਹ ਜੀ ਕਿਹੜੇ ਕਿਹੜੇ ਗੁਣ ਨੇ। ਸੀਤਲ ਸਾਹਿਬ ਜੀ ਨੇ ਇੱਥੇ ਕਬਿੱਤ ਲਿਖੇ, ਕਬਿੱਤ ਦੀ ਵੀ ਇੱਕ ਚਾਲ ਹੈ ਪੜ੍ਹਨ ਦੀ। ਕਬਿੱਤ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ। ਉਹ ਕਹਿੰਦੇ ਚਰਨ ਸ਼ਰਨ ਗੁਰ ਇੱਕ ਪਿੰਡ ਜਾਏ ਚੱਲ ਸਤਿਗੁਰ ਕੋਟ ਪਿੰਡ ਆਗੇ ਹੋਏ ਲੇਤ ਹੈ, ਇੱਕ ਕਬਿੱਤ ਹੈ। ਕਬਿੱਤ ਦਸਮ ਪਾਤਸ਼ਾਹ ਨੇ ਵੀ ਲਿਖੇ। ਉਹ ਕਹਿੰਦੇ जोगी जति ब्रह्मचारी बड़े बड़े छत्रधारी छतरी की छाया कई कोसलो चलत है, बड़े बड़े राजन के दावत फिरत देश, बड़े बड़े राजन के द्रप को दलत है, मान से महीप और दलीप कैसे छत्रधारी बड़ो अभिमान पुज दंड को करत है, दारा से दली सरदार योधन से मान तारी भोग भोग भूम अंत भूम में मिलता है। कबीत दसम पातशाह ने अगे भी लिखा। वो कहते किते कच मच किते उनको करत पच किते अच वच होए सपच उड जाएंगे, कहते नब बीच अच पच को करेंगे पच केतक प्रताच होए पचाए खाए जाएंगे, जल कहाँ थल कहाँ गगन के गौण कहाँ, काल के बनाए सबे काल ही चबाहेंगे, तेज जो अतेज में अतेज जैसे तेज लीन ताही ते उपज सबे ताही में समाहेंगे। ते दसम पातशाह दी सिफत आ सुरती टिकायो, दसम पातशाह दी सिफत लिखी है सीतल साहब ने। वो कहते तू बोलियां ना मार, वो कहते बोलियां ना मारो लोगों, प्यारे जी का नाम लैके प्यारे जिहा दसो होर हैगा है जहान विच। हुण की गुण ने दसम पातशाह दे विच? उन्हें आख्या क्यों की खास गुण तेरे गुरु विच? ते जवाब दिता सीतल साहब ने। वो कहते आण विच शान विच मान विच ताण विच दीन विच ध्यान विच ज्ञान विच ध्यान विच सुखण निभाण विच धर्म कमाण विच जुल्म मिटाण विच दुखड़े उठाण विच वड्डे वड्डे मानियां दे मान वाले मान तोड़े, तुसी भी ना भोलिओ रहो किसे मान विच। उस दा निशाना असीं उकिया ना डिठा कदे, हैगा कोई इलाही असर उस दी कमान विच। जूंदियां नूं मारदा है मार के जिवालदा, यह है सफाई उहदे तीर दे चलाण विच। आवे जां मैदान विच घाण लाहे आण विच छड्डदा ना जान, जान दुश्मनां दी जान विच। हाथों पलथे वाले हथों हथ दस दिंदा, रोके उहदा हाथ हुंदा कोई ही जहान विच। वो कहंदे उहदी तेग बारे सुण हुण। वो कहंदे चमकदी है दमकदी है कड़कदी है दड़कदी है, बिजली दा तेज है उसदी किरपान विच। ਇੱਥੇ ਉੱਥੇ ਜਿੱਥੇ ਕਿਤੇ ਆਰ ਪਾਰ ਵਾਰ 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 ਉੱਤੇ ਵਾਰ ਹੁੰਦੇ ਕਈ ਕੇ ਆਣ ਵਿੱਚ, ਛੁੱਟਦੇ ਨੇ ਤੀਰ ਤਾਰੇ ਟੁੱਟਦੇ ਨੇ ਅੰਬਰਾਂ ਤੋਂ, ਤਿੜਕ ਤਿੜਕ ਚਿੰਗਾੜੇ ਉੜਦੇ ਜੋ ਦੁਕਾਨ ਵਿੱਚ, ਅਟਕਦਾ ਸੋ ਝਟਕਦਾ ਤੇ ਪੜਕਦਾ ਜ਼ਮੀਨ ਉੱਤੇ, ਫੜਕਦਾ ਨਾ ਧੜਕਦਾ ਨਾ ਕੜਕਦਾ ਮੈਦਾਨ ਵਿੱਚ। ਉਹ ਕਹਿੰਦੇ ਉਹਨਾਂ ਦੇ ਤੀਰ ਬਾਰੇ ਸੁਣ। ਸੀਤਲ ਸਾਹਿਬ ਕਹਿੰਦੇ ਫੌਜਾਂ ਦੇ ਨਿਸ਼ਾਨੇ ਉਹਦੇ ਬਣ ਦੇ ਨਿਸ਼ਾਨੇ ਉਹਦੇ ਹੋਣ ਦੀ ਨਾ ਖਤਾ ਉਹਦੇ ਬਾਨਾਂ ਦੇ ਨਿਸ਼ਾਨ ਵਿੱਚ, ਜਿੱਥੇ ਉਹਦੇ ਤੀਰ ਜਾਣ ਸੀਨਿਆਂ ਨੂੰ ਚੀਰ ਜਾਣ, ਕਰ ਲੀਰੋ ਲੀਰ ਜਾਣ, ਛੱਡ ਨਾ ਪ੍ਰਾਣ ਵਿੱਚ। ਆਣ ਵਾਲੇ ਆਣ ਛੱਡ ਆਣ ਉਹਦੀ ਮੰਨ ਲੈਂਦੇ, ਆਣ ਆਣ ਝੁਕਦੇ ਨੇ ਰਹਿੰਦੇ ਨਾ ਗੁਮਾਨ ਵਿੱਚ। ਵਲੀਆਂ ਚ ਵਲੀ ਪੂਰਾ ਯੋਧਿਆਂ ਚ ਜੋਧਾ ਮਾਹੀ, ਕਵੀਆਂ ਚ ਕਵੀ ਤੇ ਗਿਆਨੀ ਹੈ ਗਿਆਨ ਵਿੱਚ। ਕਹਿੰਦੇ ਦਸਮ ਪਾਤਸ਼ਾਹ ਬਾਰੇ ਸੁਣਨਾ ਚਾਹਣਾ, ਹੋਰ ਸੁਣ। ਉਹ ਕਹਿੰਦੇ ਵੱਡੇ ਵੱਡੇ ਸਾਬਰਾਂ ਦੇ ਸਬਰ ਵਾਲੇ ਸਬਰ ਉਹਨੇ ਤੋੜ ਛੱਡੇ, ਵੱਧ ਗਿਆ ਸਾਰਿਆਂ ਤੋਂ ਬਚੜੇ ਕੁਹਾਣ ਵਿੱਚ। ਕਈ ਵਾਰੀ ਵਾਰ ਵਾਰੇ ਇੱਕੇ ਵਾਰੇ ਚਾਰ ਵਾਰੇ ਕੀਤੀ ਨਹੀਂ ਉਹ ਢਿੱਲ ਜਾਣ ਆਪਣੀ ਵੀ ਲਾਣ ਵਿੱਚ। ਸੁੱਖ ਛੱਡੇ ਪੁੱਤ ਛੱਡੇ ਤਖਤ ਛੱਡੇ ਬਖਤ ਛੱਡੇ, ਸਭੋ ਕੁਝ ਰੋੜ ਦਿੱਤਾ ਸਿੱਖੀ ਦੇ ਬਚਾਣ ਵਿੱਚ। ਪਾਪੀਆਂ ਨੂੰ ਮਾਰਦਾ ਲਤਾੜਦਾ ਪਛਾੜਦਾ ਉਜਾੜਦਾ ਤੇ ਸਾੜਦਾ ਵੰਗਾਰਦਾ ਮੈਦਾਨ ਵਿੱਚ।
ਸੇਵਕਾਂ ਨੂੰ ਤਾਰਦਾ, ਉਬਾਰਦਾ, ਸਵਾਰਦਾ, ਪਿਆਰਦਾ, ਚਿਤਾਰਦਾ, ਪਚਕਾਰਦਾ। ਹਰ ਆਣ ਵਿੱਚ ਤਾਰੇ, ਸਾਰੇ ਤਾਰੇ ਉਹਦੇ ਸਿੱਖ ਤਾਰੇ ਚਮਕਦੇ ਨੇ। ਆਪ ਚੰਦ ਚਮਕਦਾ ਸਿੱਖੀ ਅਸਮਾਨ ਵਿੱਚ। ਉਹ ਸੀਤਲ ਨਹੀਂ ਅਸੀਂ ਉਹਦੇ ਨਾਮ ਉਤੋਂ ਵਿਕੇ ਐਵੇਂ। ਦੱਸੋ ਦਸਮੇਤ ਜਿਹਾ ਕੌਣ ਹੈ ਜਹਾਨ ਵਿੱਚ? ਕੋਈ ਹੈ ਦਸਮ ਪਾਤਸ਼ਾਹ ਵਰਗਾ? ਕਹਿੰਦੇ ਕੋਈ ਨਹੀਂ ਨਜ਼ਰ ਆਉਂਦਾ ਦਸਮ ਪਾਤਸ਼ਾਹ ਵਰਗਾ। ਸਤਿਗੁਰੂ ਕਹਿੰਦੇ ਔਰੰਗਜ਼ੇਬ ਨੂੰ, ਔਰੰਗਜ਼ੇਬ ਮੈਂ ਤੀਰ ਛੱਡਿਆ ਨਾਰ ਖਾਂ ਨੂੰ, ਵੱਜਾ ਧਰਤੀ ਤੇ ਜਾ ਪਿਆ। ਮਗਰ ਆਇਆ ਉਹਦਾ ਭਰਾ ਗਣੀ ਖਾਂ, ਇੱਕ ਉਹਦੇ ਵੱਲ ਛੱਡਿਆ, ਉਹ ਵੀ ਜਾ ਪਿਆ। ਤੇ ਸਤਿਗੁਰੂ ਕਹਿੰਦੇ ਔਰੰਗਜ਼ੇਬ ਮੈਂ ਜ਼ਿੰਦਗੀ ਵਿੱਚ ਕਦੀ ਅਫਸੋਸ ਨਹੀਂ ਸੀ ਕੀਤਾ, ਪਰ ਇੱਕ ਜਗ੍ਹਾ ਤੇ ਆ ਕੇ ਅਫਸੋਸ ਮੈਨੂੰ ਵੀ ਆ ਗਿਆ। ਸਵਾਲ ਉੱਠਿਆ ਵੀ ਦਸਮ ਪਾਤਸ਼ਾਹ ਤੁਹਾਡੇ ਪਿਤਾ ਜੀ ਸ਼ਹੀਦ ਹੋ ਗਏ, ਤੁਸੀਂ ਤਾਂ ਅਫਸੋਸ ਨਹੀਂ ਕੀਤਾ। ਤੁਹਾਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤਾਂ ਅਫਸੋਸ ਨਹੀਂ ਕੀਤਾ। ਮਾਤਾ ਜੀ ਸ਼ਹੀਦ ਹੋ ਗਏ ਤਾਂ ਅਫਸੋਸ ਨਹੀਂ ਕੀਤਾ। ਜਾਨਾਂ ਤੋਂ ਪਿਆਰੇ ਸਿੱਖ ਸ਼ਹੀਦ ਹੋ ਗਏ, ਸਤਿਗੁਰੂ ਤਾਂ ਅਫਸੋਸ ਨਹੀਂ ਕੀਤਾ। ਪਰ ਕਿਹੜੀ ਜਗ੍ਹਾ ਹੈ ਜਿੱਥੇ ਤੁਸੀਂ ਅਫਸੋਸ ਕੀਤਾ? ਤੇ ਸਤਿਗੁਰੂ ਲਿਖਦੇ ਜ਼ਫਰਨਾਮੇ ਵਿੱਚ ਫਾਰਸੀ ਦੇ ਬੋਲ। ਸਤਿਗੁਰੂ ਕਹਿੰਦੇ ਕਿਆ ਖਵਾਜਾ ਮਰਦੂਦ ਜਾਂ ਸਾਇਆ ਦੀਵਾਰ ਮੈਦਾਨੀ ਆਮਦ ਬਾ ਮਰਦਾਨਾ ਵਾਰ। ਪਾਤਸ਼ਾਹ ਕਹਿੰਦੇ ਔਰੰਗਜ਼ੇਬ ਤੇਰਾ ਇੱਕ ਜਰਨੈਲ ਆਇਆ, ਉਹ ਪੌੜੀ ਦੇ ਡੰਡੇ ਨੂੰ ਹੱਥ ਪਾ ਕੇ ਮੈਨੂੰ ਵੇਖ ਕੇ ਉਹ ਛਹਿ ਗਿਆ ਜਿਵੇਂ ਬਾਸ ਨੂੰ ਵੇਖ ਕੇ ਕਬੂਤਰ। ਸਤਿਗੁਰੂ ਕਹਿੰਦੇ ਦਰੇਗਾ ਅਫਸੋਸ ਹੈ। ਦਰੇਗਾ ਦਾ ਮਤਲਬ ਅਫਸੋਸ। ਪਾਤਸ਼ਾਹ ਕਹਿੰਦੇ ਦਰੇਗਾ ਮੈਨੂੰ ਅਫਸੋਸ ਹੈ। ਦਰੇਗਾ ਅਗਰ ਰੂਏ ਉਹ ਦੀਦ में बचक तीर लाचार बख्शीद में। सतगुरु कहते औरंगजेब मैनू अफसोस आया जे मैं तेरे जरनैल का चेहरा वेख लैंदा एक तीर उन्होंने भी बख्श देना सी। अज साडी किते गुरुद्वारे प्रबंधक कमेटी की मीटिंग होनी होवे ना, मुआफ करो तुहाडा ते मैनू पता नहीं, मैं पहली बार आया ते जदों किते कोई गलबात चलनी होवे ते साडी जुबान तो मावां भैणां तो बिना गल्लां नहीं निकलदियां। गुरुद्वारियां विच गोली चलदी मैं वेखी है, कतल हुंदे मैं वेखे, मैं कई पिंडां दी गवाही दे देवांगा जे स्टेज तो बाद पुछना होवे। साडी जुबान एडी गंदी हो जाती है। आ सोशल मीडिया ते कोई उंगल कर दवे, पहली गल तो जिहदी घरे कोई नहीं चलती वो भी गुरु घर आके भाई जी ते जोर पाउंदा, पता भी इन्हें ते मान ही लैनी है, इनू ही आके दबो, इन्हें किहड़ा बोलना क्योंकि दे मोढे ते सिर माला रखाया, डंडा फड़ाया भी चल भाई जी नाले रोटियां करा ते नाले थां थां तो कुत्तियां तो लत्तां पड़वा। भी इन्हें तो मान ही लैनी, असीं 5000 च रखिया है, इन्हें किहड़ा बोलना है। इहदे बच्चे किहड़े कॉन्वेंट स्कूल च पढ़ना चाहुंदे ने, इहदे बच्चे किहड़े IPS अफसर बनना चाहुंदे ने, ओदी इत्थे चाल ही जानी है। वो सज्जनों धन दसम पातशाह मैदाने जंग भी कहंदे औरंगजेब जे मैं तेरा जरनैल वेख लैंदा मैं एक तीर उहनूं बख्श देना सी। ये भी नहीं आख्या भी तीर उहनूं मार देना सी, मार देना शब्द भी महाराज ने नहीं वरत्या, उन्हें आख्या मैं बख्श देना सी एक तीर। आ मैदाने जंग रुतबा है मेरे दसम पातशाह दा, दीन दुनिया दे वाली दा आ रुतबा है मैदाने जंग। कौन कर लवेगा रीस सतगुरु दी? कोई दुनिया ते नहीं जिहड़ा सतगुरां दी रीस कर सके। पातशाह दे कोलों भाई हिम्मत सिंह वारी वारी सिंह आग्या लैके मैदाने जंग शहीद हो गए। हुण जेठा पुत्र 4 साहिबजादियां दे विचों 2 कोल ने, दोवां विचों वड्डा कोल आ गया। कहंदा सतगुरु मेरे कदम काले पै रहे ने। पातशाह ने आख्या क्यों अजीत सिंघा की गल होई? गड़ी चों जाना चाहना है? महाराज जाना चाहना हाँ, पर जेड़ी भावना नाल मैं जाना चाहना मेरी बेनती मेरी आग्या प्रवान कर ली जावे। सतगुरु ने आख्या बोल अजीत सिंघा क्यों जाना चाहना ते किवें जाना चाहना है? कहंदा पातशाह मेरे भाई मैदाने जंग जूझ के दादा गुरु तेग बहादुर साहब की गोद में मेरे नालों पहला बैठ गए, अज कृपया कर दिओ मैनू इजाजत दे दिओ मैं रण तत्ते विच जूझ के दादा गुरु तेग बहादुर साहब की गोद में बैठना चाहता हाँ। हुण दसम पातशाह का जवाब तुसीं सुनना है, ढाडी सिंघां ने साझा करना है। जल्दी भावें मैनू तुहाडे नालों ज़्यादा है ना, मैं टांडे जाके दसूए मकेरियां दे लागे भी हाज़री भरनी है रात के दीवान विच नीयर अबाउट 6 बजे तक मैं भी उत्थे पहुँचना है। पर मेरी बेनती तुसीं काले ना 5 मिनट पिओ, 3:30 तक तुसीं समा दिता है तो 2-4 मिनट अगे पिछे हो गए तो मैनू मुआफ कर दिओ, दिन रोज़ रोज़ नहीं मिलने। सज्जनों पता नहीं जेड़े पिछले साल इत्थे बैठे सी उन्हां चों किन्ने उठ के चले गए। रब ना करे आउण वाले समय च पता नहीं मैं भी शरीर करके इत्थे होवां जां ना। अज घड़ी मिली तो सबली कर लिओ, सानू समय की काहली नहीं। बस मैं 2 वणगियां जरूर तुहाडे नाल साझीआं करनियां है, तकड़ा हिरदा करके बैठे रहो। अज दा दिन तुहाडा सबला हो जाएगा। वो माता गुजर कौर ते छोटे साहिबजादे अज दे दिन ठंडे बुरज विच बैठे सी, ना कुछ कोल लैन नूं कपड़ा, ना कोई शकन छकाउण नूं। तेज हवा चलदी है, लागे पुट्टी खाई विचों पानी नूं टच करके बजुर्ग हड्डां नूं ते बच्चिआं नूं पैंदी है। ठंड सब तो वध जां ते बच्चिआं नूं फड़दी है जां बजुर्गां नूं। धन दशमेश पातशाह
तेरी मां भी बजुर्ग ठंडे बुरज विच ते तेरे लाल भी ठंडे बुरज विच। अज असी ते मैटां ते अज असी मैटां ते बैठे, असी कंबल भी लै, असी लोइयां भी ओढ़ियां ने। बस कुछ चिर दी होर वेट करो, मैं प्रसंग का नतीजा भी कटना चाहांगा। साहिबजादा अजीत सिंह ने आख्या महाराज मैनू इजाजत दे दो, मैदाने जंग जूझना चाहता हाँ। ते दसम पातशाह ने आख्या अजीत सिंघा तेनू की लगता मेरे दिल मेरी छाती थले कोई दिल नहीं? मेरी छाती थले भी एक दिल धड़कदा है, वह भी एक बाप का दिल धड़कदा है। याद रख मैं तेनू पालिया सी, तेनू मैं किसे दिन की उडीक वास्ते पाल के जवान कीता सी। तू जानना चाहना दिन केड़ा सी? ते आओ नाले हुण तुसी तक्यो, ढाडी कला दी बड़ी सुंदर बनगी सियालकोट। तुहाडे तो लैंदे पासे सियालकोट है, उस इलाके विच गाई जाती है। बड़े प्यार भिजे शब्द सीतल साहब जी ने लिखे ने, बैंत तुहाडे नाल सांझी कीती जा रही है, सियालकोटी बैंत। दसम पातशाह नूं साहिबजादा अजीत सिंह कहंदे पातशाह अज आग्या दे दिओ, मैदाने जंग जाना चाहुंदा हां। सतगुरु कहंदे अजीत सिंघा मेरी छाती दे नाल लग। पातशाह ने छाती नाल ला के आख्या अजीत सिंघा तू जानना चाहना है मैं तेनू केड़े वास्ते पाल के वड्डिया कीता सी, किस वास्ते मैं जवान कीता सी? अज वेखण दा यतन कर। सतगुरु साहिबजादा अजीत सिंह नूं छाती नाल ला के इउं कह घुट के पुत नो कहन गुरजी छाती, घुट के पुत नो कहन गुरजी मेरे हीरिया लाल अजीत सिंघा हो। बाल है मेरा निहाल होया, निहाल होया, निहाल होया। बाल बाल है मेरा निहाल होया, बाल बाल है मेरा निहाल होया। सुन के तेरे ख्याल अजीत सिंघा हो। दिल दी पुछे ता कीता जवान तैनू, दिल दी पुछे ता कीता जवान तैनू, ऐसे वास्ते पाल अजीत
अजीत सिंघा हो। खेटन बाल ज्यों तेग दी पकड़ खूंडी हाँ सिरियां एतां शाल अजीत सिंघा छाती लीरो लीर होवे हाँ मारे अगाही शाल अजीत सिंघा हो तीरा नाल छाती लीर लीर होवे ते अगा मारे ही अगा शाल अजीत सिंघा हो। तीरा नाल छाती लीरो लीर होवे तीरा नाल छाती लीरो लीर होवे मारे अगाही शाल अजीत सिंघा हो। वडेरियां दी बीते अपने वड वडेरियां दी मरदा वाग लजपाल अजीत सिंघा हो। शीतल रे जहान विच नाम रोशन नाम रोशन नाम रोशन शीतल रे जहान विच नाम रोशन शीतल रहे जहान विच नाम रोशन सी कालना काल अजीत सिंघा ऐसी कालना काल अजीत सिंघा ऐसी कालना काल अजीत सिंघा हो हो हो। दसम पातशाह दे बोल की सन। छाती घुट के पुੱਤ ਨੂੰ ਕਹਿਣ ਗੁਰਜੀ ਮੇਰੇ ਹੀਰਿਆ ਲਾਲ ਅਜੀਤ ਸਿੰਘਾ। ਅਜੀਤ ਸਿੰਘਾ ਮੇਰੇ ਵੀ ਦੇ ਅੰਦਰ ਇੱਕ ਦਿਲ ਧੜਕਦਾ ਹੈ, ਦਿਲ ਬਾਪ ਦਾ ਧੜਕਦਾ ਹੈ। ਹਰ ਇੱਕ ਮਾਂ-ਬਾਪ ਦੀ ਰੀਝ ਹੁੰਦੀ ਸਾਡਾ ਪੁੱਤਰ ਵੱਡਾ ਹੋਵੇ, ਉਸ ਦਾ ਆਨੰਦ ਕਾਰਜ ਹੋਵੇ, ਉਹ ਵਿਆਹਣ ਵਾਲਾ ਹੋਵੇ, ਘਰ ਪਰਿਵਾਰ ਵਾਲਾ ਬਣੇ, ਉਹਦੀ ਬੰਸ ਚੱਲੇ।
ਅਜੀਤ ਸਿੰਘਾ ਮੇਰੀ ਵੀ ਕੁਝ ਭਾਵਨਾ ਹੈ, ਮੈਂ ਵੀ ਇੱਕ ਬਾਬਤ ਦਾ ਦਿਲ ਰੱਖਦਾ, ਮੇਰੀ ਵੀ ਇੱਕ ਭਾਵਨਾ ਹੈ, ਮੈਂ ਵੀ ਕੁਝ ਚਾਹੁੰਦਾ ਹਾਂ। ਕੀ ਚਾਹੁੰਦੇ ਹੋ ਪਾਤਸ਼ਾਹ? ਇਸੇ ਵਾਸਤੇ ਦਿਲ ਦੀ ਪੁੱਛੇ ਤਾਂ ਕੀਤਾ ਜਵਾਨ, ਤੈਨੂੰ ਇਸੇ ਵਾਸਤੇ ਪਾਲ ਅਜੀਤ ਸਿੰਘਾ। ਵਾਲ ਵਾਲ ਮੇਰਾ ਹੈ ਨਿਹਾਲ ਹੋਇਆ, ਸੁਣ ਕੇ ਤੇਰੇ ਖਿਆਲ ਅਜੀਤ ਸਿੰਘਾ। ਤੀਰਾਂ ਨਾਲ ਛਾਤੀ ਲੀਰੋ ਲੀਰ ਹੋਵੇ, ਮਾਰੇ ਅਗਾਂ ਹੀ ਛਾਲ ਅਜੀਤ ਸਿੰਘਾ। ਆ ਮੇਰੀ ਇੱਛਾ ਹੈ। ਪਾਤਸ਼ਾਹ ਕਹਿੰਦੇ ਮੈਂ ਚਾਹਣਾ ਤੂੰ ਅਜੀਤ ਸਿੰਘਾ ਮੈਦਾਨੇ ਜੰਗ ਜਾਵੇਂ। ਜੇ ਮੈਂ ਆਵਾਜ਼ ਮਾਰਦਾ ਸ਼ਾਇਦ ਇਤਿਹਾਸ ਦੇ ਲਖਾਰੀ ਕੁਝ ਇਹਦੇ ਵਿੱਚ ਕਮੀ ਲਿਖਦੇ। ਹੁਣ ਵਕਤ ਆਵੇਗਾ ਜਦੋਂ ਕੌਮ ਨੂੰ ਲੋੜ ਪਵੇਗੀ, ਤੇਰੇ ਵਰਗੇ ਨੌਜਵਾਨ ਛਾਤੀਆਂ ਢਾ ਢਾ ਕੇ ਗਿਆ ਕਰਨਗੇ। ਬਦਕਿਸਮਤੀ ਅੱਜ ਮੇਰੇ ਦੇਸ਼ ਦੀ, ਇੱਥੇ ਦੇਸ਼ ਦੇ ਨੌਜਵਾਨਾਂ ਨੂੰ ਚਿੱਟੇ ਦੀ ਦਲਦਲ ਵਿੱਚ ਲੰਘਾ ਦਿੱਤਾ ਗਿਆ। ਇੱਥੇ ਮਾਵਾਂ ਅਰਦਾਸ ਕਰਾਉਂਦੀਆਂ ਕਿ ਪਿੱਟਦੀਆਂ ਨੇ, ਤੇ ਅਰਦਾਸਾਂ ਵੀ ਕਰਾਉਂਦੀਆਂ, ਭਾਈ ਜੀ ਅਰਦਾਸ ਕਰ ਦਿਓ ਮੇਰਾ ਪੁੱਤਰ ਮਾੜੀ ਸੰਗਤ ਵਿੱਚ ਬੈਠ ਗਿਆ, ਮੇਰਾ ਪੁੱਤਰ ਦਲਦਲ ਵਿੱਚ ਫਸ ਗਿਆ, ਪਤਾ ਨਹੀਂ ਕਿਹੜੇ ਵੇਲੇ ਨਿਕਲੇਗਾ, ਕਿਰਪਾ ਕਰ ਦਿਓ ਕਿਤੇ ਗੁਰੂ ਸਾਡੀ ਸੁਣ ਲਵੇ। ਅੱਜ ਦਾ ਨੌਜਵਾਨ ਆਪਣੇ ਪੈਰਾਂ ਤੇ ਖਲੋਣ ਜੋਗਾ ਨਹੀਂ। ਕਦੇ ਸਾਹਿਬਜ਼ਾਦਾ ਅਜੀਤ ਸਿੰਘ ਬਾਪੂ ਦੇ ਆਛੇ ਤੋਂ ਕੁਰਬਾਨ ਹੋਣ ਵਾਸਤੇ ਤਿਆਰ ਹੈ। ਅੱਜ ਦਾ ਨੌਜਵਾਨ ਬਾਪ ਦੀ ਪੱਗ ਨੂੰ ਪੈਂਦਾ ਤੇ ਮਾਂ ਦੀ ਗੁੱਤ ਫੜਦਾ ਹੈ। ਕੈਸੀ ਬਦਕਿਸਮਤੀ ਮੇਰੇ ਦੇਸ਼ ਦੀ। ਨਾ ਜਾਣਾ ਕਿਤਨਾ ਕਿਤੇ ਕਮੀ ਤੇ ਸਾਡੇ ਵਿੱਚ ਵੀ ਹੋਵੇਗੀ। ਤਾੜੀ ਕਦੀ ਇੱਕ ਹੱਥ ਨਾਲ ਨਹੀਂ ਵੱਜਦੀ। ਜੇ ਬਾਪ ਠੇਕੇ ਤੇ ਬੈਠਾ ਬੱਚੇ ਨੂੰ ਲਲਕਾਰੇ ਮਾਰਨੇ ਸਿਖਾਉਂਦਾ ਤੇ ਫਿਰ ਅਰਦਾਸਾਂ ਸਾਨੂੰ ਕਰਾਉਣੀਆਂ ਪੈਣਗੀਆਂ। ਜੇ ਮਾਂ ਆਪ ਟੀਵੀ ਦਾ ਕੋਈ ਸੀਰੀਅਲ ਨਹੀਂ ਛੱਡਦੀ, ਪਾਤਰ ਵੇਖਣੋਂ ਕਿਤੇ ਗੁਰੇਜ਼ ਨਹੀਂ ਕਰਦੀ, ਗੁਸਤਾਖੀ ਮਾਂ ਭੈਣੋ, ਬੱਚੇ ਵੀ ਫਿਰ ਸਾਡੇ ਨਾਟਕ ਕਰਨ ਵਾਲੇ ਜੰਮਣਗੇ। ਸਰਦਾਰ ਹਰੀ ਸਿੰਘ ਨਲੂਏ ਵਰਗੇ ਮਰਦ ਨਹੀਂ ਪੈਦਾ ਹੋਣਗੇ। ਅੱਜ 버ਗਰ ਪੀਜ਼ੇ ਖਾਣ ਵਾਲੀ ਮਾਂ ਕਿੱਥੋਂ ਬਾਬਾ ਦੀਪ ਸਿੰਘ ਜੰਮ ਲਵੇਗੀ? ਅੱਜ ਟੈਲੀਵਿਜ਼ਨ ਤੇ ਹਰ ਪਾਤਰ ਦੇ ਨਾਲ ਕੋਈ ਟੀਵੀ 'ਚ ਰੋਈ ਜਾ ਰਿਹਾ, ਕੋਈ ਬਾਹਰ ਬੈਠਾ ਰੋਈ ਜਾ ਰਿਹਾ। ਕਿੱਥੋਂ ਮਰਦ ਗਮੜੇ ਪੈਦਾ ਹੋ ਜਾਣਗੇ? ਬਹੁਤ ਮੁਸ਼ਕਲ ਹੈ। ਸਾਨੂੰ ਵੀ ਉਦਾਂ ਦੇ ਬਾਨਾ ਪੈਣਾ। ਇੱਕ ਅੰਗਰੇਜ਼ ਰਾਈਟਰ ਕਹਿੰਦਾ, ਦਾ ਹੈਂਡ ਰੌਕਸ ਦਾ ਕ੍ਰੈਡਲ ਰੂਲਸ ਦਾ ਵਰਲਡ। ਜਿਹੜਾ ਹੱਥ ਭੰਗੂੜਾ ਲਾਉਣ ਦੀ ਸਮਰੱਥਾ ਰੱਖਦਾ ਹੈ ਉਹ ਬੱਚੇ ਨੂੰ ਦੁਨੀਆ ਤੇ ਰਾਜ ਕਰਨਾ ਵੀ ਸਿਖਾ ਸਕਦਾ ਹੈ। ਪਰ ਅੱਜ ਕੱਲ ਬਦਕਿਸਮਤੀ, ਨਾ ਮਾਂ ਉਹੋ ਜਿਹੀ ਰਹੀ ਤੇ ਨਾ ਬਾਪ ਉਹੋ ਜਿਹਾ ਰਿਹਾ। ਕਿਤੇ ਨਾ ਕਿਤੇ ਕਮੀ ਸਾਡੇ ਵਿੱਚ ਵੀ ਹੈ। ਇਹ ਤੋਂ ਪਹਿਲਾਂ ਕਿ ਅਸੀਂ ਉਂਗਲਾਂ ਦੂਜਿਆਂ ਤੇ ਉਠਾਈਏ, ਸਾਨੂੰ ਆਪਣੇ ਘਰ ਸਾਂਭ ਲੈਣੇ ਚਾਹੀਦੇ ਨੇ। ਅੱਜ ਮਹਾਰਾਜ ਨੇ ਆਖਿਆ, ਜੀ ਸਿੰਘਾ ਮੇਰੇ ਵੀ ਦਿਲ ਵਿੱਚ ਇੱਕ ਤਾਂਘ ਹੈ, ਪਰ ਤਾਂਘ ਤੈਨੂੰ ਵਿਆਉਣ ਦੀ ਨਹੀਂ, ਤੇਰੀ ਬੰਸ ਚਲਾਉਣ ਦੀ ਨਹੀਂ। ਮੇਰੀ ਤਾਂਘ ਹੈ ਮੈਦਾਨੇ ਜੰਗ ਜਾ ਕੇ ਮੇਰੀਆਂ ਅੱਖਾਂ ਦੇ ਸਾਹਮਣੇ ਤੂੰ ਬੇਰਾ ਬੇਰਾ ਹੋ ਜਾਵੇਂ, ਸ਼ਹੀਦ ਹੋ ਜਾਵੇਂ। ਮੈਂ ਚਾਹੁੰਦਾ ਮੇਰੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋਣ। ਅੱਜ ਕੋਈ ਸਾਡਾ ਪੁੱਤਰ ਧੀ ਵਿਦੇਸ਼ ਜਾਵੇ ਨਾ, ਤੇ ਸਾਡੇ ਸਾਰੇ ਟੱਬਰ ਦੇ ਅਥਰੂ ਨਹੀਂ ਰੁਕਦੇ। ਅਸੀਂ ਕੱਲੇ ਕੱਲੇ ਜੀ ਕੰਨਾਂ ਨੂੰ ਲਾ ਕੇ ਰੋਨੇ। ਪਤਾ ਵੀ ਹੁੰਦਾ ਵੀ 2-4 ਘੰਟਿਆਂ ਨੂੰ ਪਹੁੰਚ ਗਿਆ। ਕੈਨੇਡਾ ਜਾਣਾ 2 ਦਿਨਾਂ ਨੂੰ ਪਹੁੰਚ ਜਾਵੇਗਾ, ਅਮਰੀਕਾ ਜਾਣਾ 2 ਦਿਨ ਲੱਗ ਜਾਣਗੇ, ਤੇ ਜਾ ਕੇ ਵੀਡੀਓ ਕਾਲ ਕਰ ਦੇਵੇਗਾ। ਸੁੱਖ ਸਾਂ ਦਾ ਪਤਾ ਲੱਗ ਜਾਵੇਗਾ। ਜੇ ਡਾਲਰ ਵੀ ਕਰਨੇ ਨੇ, ਅਜੇ ਕਮਾਈ ਵੀ ਕਰਨੀ, ਆਪ ਸੈੱਟ ਹੋ ਗਿਆ ਤੇ ਸਾਨੂੰ ਵੀ ਲੈ ਜਾਵੇਗਾ। ਅਸੀਂ ਤਾਂ ਵੀ ਕੱਲੇ ਕੱਲੇ ਕੰਧ ਨਾਲ ਲਾ ਕੇ ਰੋਨੇ। ਬਾਪੂ ਵੱਖਰਾ ਰੋ ਰਿਹਾ ਹੁੰਦਾ, ਮਾਂ ਵੱਖਰੀ ਰੋ ਰਹੀ ਹੁੰਦੀ, ਭੈਣ ਵੱਖਰੀ ਰੋਂਦੀ, ਤੇ ਭਾਈ ਵੱਖਰਾ ਤੇ ਪਤਨੀ ਵੱਖਰੀ। ਧੰਨ ਦਸਮ ਪਾਤਸ਼ਾਹ, ਧੰਨ ਤੇਰਾ ਜਿਗਰਾ। 4 ਸਾਹਿਬਜ਼ਾਦਿਆਂ ਵਿੱਚੋਂ 2 ਕੋਲ ਤੇ ਵੱਡਾ ਆਗਿਆ ਮੰਗਦਾ ਹੈ ਤੇ ਆਖਦੇ ਨੇ, ਜਾਓ ਬੇਟਾ। ਪਹਿਲਾਂ ਲੋੜ ਪਈ ਸੀ, ਮੈਂ ਸ਼ਹੀਦ ਦਾ ਬੇਟਾ ਕਹਾਇਆ, ਪਰ ਅੱਜ ਤੁਹਾਨੂੰ ਸ਼ਹੀਦ ਹੁੰਦਿਆਂ ਵੇਖ ਕੇ ਮੈਂ ਸ਼ਹੀਦ ਦਾ ਬਾਪ ਵੀ ਕਹਿਲਾਉਣਾ ਚਾਹੁੰਦਾ ਹਾਂ। ਕੈਸਾ ਜਿਗਰਾ ਹੋਵੇਗਾ ਪਾਤਸ਼ਾਹ ਦਾ। ਸਾਹਿਬਜ਼ਾਦਾ ਅਜੀਤ ਸਿੰਘ ਵੀ ਮੈਦਾਨੇ ਜੰਗ ਚੱਲੇ। ਆ ਨਕਸ਼ਾ ਹੈ, ਆ ਥੋੜਾ ਨਕਸ਼ਾ ਵੇਖਣ ਦਾ ਯਤਨ ਕਰਿਓ। ਇੱਥੇ ਗਿਆਨੀ ਗਿਆਨ ਸਿੰਘ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਚੜ੍ਹਤ ਲਿਖੀ ਹੈ। ਉਹ ਚੜ੍ਹਤ ਲਿਖੀ ਹੈ ਸਵਈਏ ਦੀ ਚਾਲ ਵਿੱਚ। ਸਵਈਆ ਤੁਸੀਂ ਸਾਰੇ ਰਹਿਰਾ ਸਾਹਿਬ ਪੜ੍ਹਦੇ ਹੋ। ਗੁਰੂ ਘਰ ਦੇ ਵਜ਼ੀਰ ਸਟੇਜ ਸਕੱਤਰ ਸਾਹਿਬਾਨ ਬੜੇ ਸੂਝਵਾਨ ਨੇ, ਬੜੇ ਅੱਛੇ ਤਰੀਕੇ ਨਾਲ ਉਹਨਾਂ ਜਥੇ ਦੀ ਪ੍ਰੈਜੈਂਟੇਸ਼ਨ ਸਟੇਜ ਤੇ ਕੀਤੀ। ਮੈਂ ਧੰਨਵਾਦ ਕਰਦਾ ਉਹਨਾਂ ਦਾ ਵੀ ਉਸ ਯੋਗ ਨਹੀਂ ਜੋ ਕੁਝ ਉਹਨਾਂ ਆਖਿਆ। ਤੁਸੀਂ ਗੁਰੂ ਘਰ ਦੇ ਵਜ਼ੀਰ ਵੀ ਬੈਠੇ ਨੇ। ਰਹਿਰਾ ਸਾਹਿਬ ਵਿੱਚ ਹਰ ਇੱਕ ਸਵਈਆ ਸਿੱਖ ਪੜ੍ਹਦਾ ਹੈ। ਉਹਦੀ ਚਾਲ ਹੈ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੈ ਨਹੀਂ ਆਨਿਓ। राम रहीम पुराण कुरान अनेक कहें मत एक ना मान्यो। सिमरत शास्त्र वेद सबै बहु भेद कहें हम एक ना जान्यो। सिरी असपान कृपा तुमरी कर मैं ना कहो सब तोहे बखान्यो। इस सवैये दी चाल है। हुण सवैया लिखिया कवि संतोख सिंह ने। वो दसम पातशाह नूं डेडिकेट करते हैं, वो दसम पातशाह की सिफत करते हैं। उस सवैये की लिखते, वो कहते हर गोबिंद नंदन नंदन को अभिनंदन के पद जे अर बिंदु
ਦੁਖ ਦੁੰਦ ਨਿਕੰਦਨ ਆਨੰਦ ਕੰਦ ਮਕੰਦ ਬਲੰਦ ਕਰੇ ਜਿਨ ਹਿੰਦੂ ਤੁਰਕਿੰਦ ਉਡਿੰਦ ਦਿਨਿੰਦ ਤਨੈ ਗੁਰੂ ਗੋਬਿੰਦ ਸਿੰਘ ਸਭੈ ਜਗ ਬਿੰਦੂ ਸਰਪਿੰਦ ਖਗਿੰਦ ਗਨਿੰਦ ਤੁਲੁੰਗ ਬਲਵੰਡ ਅਖੰਡ ਸੁਰਿੰਦੈ ਇੰਦੂ। ਇਹ ਸਵਈਆ ਇਸ ਤਰ੍ਹਾਂ ਚੱਲਦਾ ਜਿਵੇਂ ਆਕਾਸ਼ ਤੋਂ ਪਾਣੀ ਡਿੱਗਦਾ, ਵਿੱਚ ਰੁਕਾਵਟ ਨਹੀਂ ਆਉਂਦੀ। ਹੁਣ ਸਵਈਆ ਲਿਖਿਆ ਗਿਆਨੀ ਗਿਆਨ ਸਿੰਘ ਨੇ ਸਾਹਿਬਜ਼ਾਦਾ ਅਜੀਤ ਸਿੰਘ ਦੀ ਝੜਤ ਵਿੱਚ। ਉਹ ਕੀ ਲਿਖਦੇ ਨੇ? ਉਹ ਕਿਤੇ ਗੁਰਬਾਲ ਕਬਾਲ ਕਰੂਪ ਅਨੁਪਮ ਅੰਗਣ ਪੇਖ ਅਨੰਗ ਸੁਲਾਝੈ। ਅੱਜ ਕਹਿੰਦੇ ਗੁਰੂ ਦਾ ਪੁੱਤਰ ਮੈਦਾਨੇ ਜੰਗ ਚੱਲਿਆ, ਗੁਰਵਾਲ ਕਬਾਲ ਕਰੂਪ ਅਨੁਪਮ ਅੰਗਣ ਪੇਖ ਅਨੰਗ ਸੁਲਾਝੈ। ਅਤ ਸ਼ੈਲ ਛਬੀਲੇ ਛਟ ਛਪ ਚੁੰਗਣ ਛੋਭ ਛਕੈ ਛਤਰੀ ਛਿਤ ਛਾਜੈ। ਰਖ ਤਾਲਕ ਖਾਲਕ ਗਾਲਕ ਸੋ ਅਰ ਮਾਲਕ ਪਾਲਕ ਹਿੰਦਨ ਲਾਜੈ। ਜਨ ਕੰਦਰ ਅੰਦਰ ਤੇ ਨਿਕਸੇ ਮਰਗਿੰਦ ਨੇ ਹਾਰ ਗਜਿੰਦ ਸਮਾਜੈ। ਅੱਜ ਕਹਿੰਦੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਸਾਹਮਣੇ ਸੂਰਜ ਦੀਆਂ ਕਿਰਨਾਂ ਫਿੱਕੀਆਂ ਪੈ ਗਈਆਂ ਤੇ ਸਾਹਿਬਜ਼ਾਦਾ ਅਜੀਤ ਸਿੰਘ ਮੈਦਾਨੇ ਜੰਗ ਆਏ ਤੇ ਸੀਤਲ ਸਾਹਿਬ ਜੀ ਨੇ ਨਕਸ਼ਾ ਖਿੱਚਿਆ, ਉਹ ਵੀ ਸਵਈਏ 'ਚ ਖੇਦੇ। ਉਹ ਕਹਿੰਦੇ ਸਿੰਘ ਚੜੇ ਬਲ ਧਾਰ ਵੰਗਾਰ ਸਥਾਰ ਦਲਾਂ ਦੇ ਪਲਾਂ ਵਿੱਚ ਲਾਏ। ਤੀਰ ਬੰਦੂਕ ਚੱਲੇ ਜੋ ਇੰਦਰ ਕ੍ਰੋਧ ਚਾਣ ਗੜਾ ਬਰਸਾਏ। ਢੈਣ ਜਵਾਨ ਨਿਸ਼ਾਨ ਮੈਦਾਨ ਪ੍ਰਾਣ ਤਜੇ ਪਰ ਲੋਕ ਸਦਾਏ। ਖੂਨ 'ਚ ਲੱਥ ਪਲੱਥ ਪਏ ਜੋ ਹੋਲੀ 'ਚ ਬਾਂਕੇ ਗੁਲਾਲ ਨੂੰ ਆਏ। ਉਹ ਕਹਿੰਦੇ ਹਾਣ ਪਛਾਣ ਜਵਾਨ ਜੁੱਟੇ ਤੇ ਪਿਆਰ ਵਿੰਡਾਣ ਲੱਗੇ ਤਲਵਾਰੀ। ਆਹਾਂ ਨੇ ਹਾਂ ਨੂੰ ਪਛਾਣ ਲਿਆ, ਜਵਾਨ ਜਵਾਨ ਦੇ ਨਾਲ ਜੁੱਟ ਪਿਆ ਤੇ ਮੈਦਾਨੇ ਜੰਗ ਪਿਆਰ ਕਿੱਦਾਂ ਵੰਡਾਇਆ। ਉਹ ਕਹਿੰਦੇ ਹਾਣ ਪਛਾਣ ਜਵਾਨ ਜੁੱਟੇ ਤੇ ਪਿਆਰ ਵੰਡਾਣ ਲੱਗੇ ਤਲਵਾਰੀ। ਲੋਹੇ ਤੇ ਲੋਹਾ ਉ ਖੜਕੇ ਜੋ ਘਾੜ ਕੜਨ ਠਠਿਆਰ ਬਜ਼ਾਰੀ। ਆ ਗੁੱਡੇ ਤੇ ਨਾਰ ਚਲੇ ਖੇਡਣ ਪੂਤ ਉਜਾੜ ਗਿਆਰੀ। ਗੇਰੂ ਭਾਰ ਤੇ ਮੀਂਹ ਵਰੇ ਜੋ ਵਹਿਣ ਲੱਗਾ ਤਿਉ ਖੂਨ ਚਲਾਰੀ। ਕਹਿੰਦੇ ਮੈਦਾਨੇ ਜੰਗ ਨਕਸ਼ਾ, ਮੈਦਾਨੇ ਜੰਗ ਭਖ ਚੁੱਕਾ ਹੈ। ਸਾਹਿਬਜ਼ਾਦਾ ਅਜੀਤ ਸਿੰਘ ਲੜਦਿਆਂ 500 ਤੋਂ ਵੱਧ ਫੱਟ ਖਾ ਕੇ ਦੇ ਮੈਦਾਨੇ ਜੰਗ ਸਤਿ ਸ਼੍ਰੀ ਅਕਾਲ ਦਾ ਜਕਾਰਾ ਬੁਲਾ ਕੇ ਦੇ ਸ਼ਹੀਦ ਹੋ ਗਏ। ਦਸਮ ਪਾਤਸ਼ਾਹ ਜਦੋਂ ਪਹਿਲੇ ਸਿੰਘ ਸ਼ਹੀਦ ਹੁੰਦੇ ਸੀ ਤੇ ਇੱਕ ਜਕਾਰਾ ਲਾਉਂਦੇ ਸੀ। ਵਜ਼ੀਰ ਖਾਨ ਨੇ ਆਖਿਆ ਗੋਬਿੰਦ ਸਿੰਘ ਬਗਾਨਾ ਪੁੱਤਰ ਮਰਦਾ ਏ, ਤੂੰ ਇੱਕ ਜਕਾਰਾ ਲਾਉਣਾ ਹੈ। ਮੈਨੂੰ ਪਤਾ ਲੱਗਾ ਤੇਰੇ ਵੀ 2 ਚਮਕੌਰ ਦੀ ਗੜੀ ਅੰਦਰ ਨੇ, ਵੇਖਾਂਗਾ ਜਦੋਂ ਉਹਨੂੰ ਭੇਜ ਕੇ ਮੈਦਾਨੇ ਜੰਗ ਮਰਦਿਆਂ ਜਕਾਰੇ ਲਾਵੇਂਗਾ। ਬਗਾਨਿਆਂ ਤੇ ਜਕਾਰੇ ਲਾਉਣੇ ਸੌਖੇ ਨੇ, ਆਪਣੇ ਦੀ ਵਾਰੀ ਆਈ ਤੇ ਮੈਂ ਵੇਖਾਂਗਾ ਕੀ ਕਰਦਾ। ਦਸਮ ਪਾਤਸ਼ਾਹ ਨੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਸ਼ਹੀਦ ਹੋਣ ਉਪਰੰਤ 5 ਜੈਕਾਰੇ ਲਾਏ। 5 ਆਖਿਆ ਵਜ਼ੀਰ ਖਾਨ ਮਤਾ ਤੇਰੇ ਦਿਲ ਵਿੱਚ ਭੁਲੇਖਾ ਰਹਿ ਜਾਵੇ, ਗੋਬਿੰਦ ਸਿੰਘ ਨੇ ਪੁੱਤਰਾਂ ਤੇ ਸਿੱਖਾਂ ਵਿੱਚ ਫਰਕ ਕੀਤਾ। ਅੱਜ ਅਸੀਂ ਫਰਕ ਕਰ ਲਈਏ, ਸਿੱਖ ਦੇ ਵਿੱਚ ਤੇ 100 ਵਾਰੀ ਕਰ ਲਈਏ, ਪਰ ਮੇਰੇ ਦਸਮ ਪਾਤਸ਼ਾਹ ਨੇ ਫਰਕ ਨਹੀਂ ਪੈਣ ਦਿੱਤਾ। ਆਓ ਸਮਾਂ 3:30 ਤੋਂ ਉੱਪਰ ਹੋ ਗਿਆ, ਵਹਿਣ ਐਸਾ ਵੀ ਵਹਿੰਦੇ ਜਾਓ ਤੇ ਭਾਵੇਂ ਸਰੀਰ ਆਪਣੀ ਜਿੰਨੇ ਮੇਰੇ ਸਰੀਰ ਤੇ ਰੋਮ ਨੇ ਇੰਨੇ ਮੈਂ ਜਨਮ ਲੈ ਲਵਾਂ ਤੇ ਮੈਂ ਦਸਮ ਪਾਤਸ਼ਾਹ ਦੀ ਪ੍ਰਥਾएं ਕੋਈ ਨਹੀਂ ਕਹਿ ਸਕਦਾ। ਇੱਕ ਵਾਰ ਹੈ ਬੀਰ ਅਸੀਂ, ਇਹਨੂੰ ਦੁੱਲੇ ਦੀ ਵਾਰ ਕਹਿੰਦੇ ਨੇ। ਬੀਲੀ ਖਾਂ ਦਾ ਪੁੱਤਰ ਸੀ ਫਰੀਦ ਖਾਂ ਦਾ ਪੁੱਤਰ ਸੀ ਬਦੁੱਲਾ। ਜਦੋਂ ਕੋਈ ਦੇਸ਼ ਤੇ ਜਰਵਾਣਾ ਚੜ ਕੇ ਆਉਂਦਾ ਸੀ ਉਹਨਾਂ ਦਾ ਮੂੰਹ ਭੰਨਦੇ ਸੀ ਤੇ ਵੱਡ ਵਡੇਰੇ ਨੇ ਆਖਿਆ ਮਰਦ ਸਨ, ਮਰਦਾਂ ਦੇ ਨਾਂ ਤੇ ਇੱਕ ਵਾਰ ਲਿਖ ਦਿਓ। ਇਹ ਦੁੱਲੇ ਦੀ ਵਾਰ, ਬਾਕੀ ਤੁਹਾਡੇ ਅਰਦਾਸੇ ਮੇਰੇ ਕੋਲ ਪਹੁੰਚੇ, ਮੈਂ ਅਖੀਰ ਤੇ ਕਰਨ ਦਾ ਯਤਨ ਕਰਾਂਗਾ। ਵੱਡਾ ਪੁੱਤਰ ਸ਼ਹੀਦ ਹੋ ਗਿਆ ਤੇ ਹੁਣ ਸਾਹਿਬਜ਼ਾਦਾ ਜੁਝਾਰ ਸਿੰਘ ਕੋਲ ਆ ਗਿਆ। 4 ਚੋਂ 2 ਕੋਲ, 2 ਚੋਂ 1 ਚਲਾ ਗਿਆ, ਕੋਲ ਬਚਿਆ 1। ਕਹਿੰਦੇ ਪਾਸ਼ਾ ਅਸੀਂ ਤੇ ਕਦੀ ਭਾਈਆਂ ਨੇ ਆਪਸ ਵਿੱਚ ਫਰਕ ਪੈਣ ਹੀ ਨਹੀਂ ਦਿੱਤਾ। ਜੇ ਇੱਕ ਕਦਮ ਅਗਲਾ ਪੁੱਟ ਕੇ ਤੁਰਦਾ ਸੀ ਤੇ ਮਗਲਾ ਉਹਦੇ ਕਦਮ ਤੇ ਕਦਮ ਰੱਖਦਾ ਸੀ। ਸਤਿਗੁਰੂ ਅੱਜ ਵੀਰ ਚਲਾ ਗਿਆ, ਕਿਰਪਾ ਕਰ ਦਿਓ ਮੈਨੂੰ ਵੀ ਇਜਾਜ਼ਤ ਦੇ ਦਿਓ, ਮੈਂ ਵੀ ਮੈਦਾਨੇ ਜੰਗ ਜਾਣਾ ਚਾਹੁੰਦਾ ਹਾਂ। ਧੰਨ ਜਿਗਰਾ ਦਸਮ ਪਾਤਸ਼ਾਹ ਦਾ। ਆਖਿਆ ਬੇਟਾ ਕੋਲ ਹੋ। ਸਤਿਗੁਰਾਂ ਨੇ ਕਮਰ ਕੱਸਾ ਖੋਲਿਆ, ਕੱਸ ਕੇ ਆਪ ਆਪਣੇ ਹੱਥੀਂ ਸਜਾਇਆ, ਸਿਰ ਦਾ ਦਸਤਾਰਾ ਕੱਸਿਆ, ਪੱਥੇ ਵਿੱਚ ਤੀਰਾਂ ਦੀਆਂ ਨੋਕਾਂ ਚੈੱਕ ਕੀਤੀਆਂ, ਨੇਜ਼ੇ ਦੀ ਧਾਰ ਚੈੱਕ ਕੀਤੀ, ਤੇਗ ਦੀ ਧਾਰ ਚੈੱਕ ਕੀਤੀ ਤੇ ਸਤਿਗੁਰਾਂ ਨੇ ਫਿਰ ਗਿੱਠਾਂ ਨਾਲ ਛਾਤੀ ਨਾਪੀ। ਛਾਤੀ ਨਾਪੀ ਕਿਉਂ ਨਾਪੀ? ਆਖਿਆ ਠੀਕ ਹੈ ਜੁਝਾਰ ਸਿੰਘਾ, ਬਥੇਰੇ ਤੀਰ ਦੁਸ਼ਮਣ ਦੇ ਤੇਰੀ ਛਾਤੀ ਵਿੱਚ ਸਮੋ ਸਕਦੇ ਨੇ, ਮੈਨੂੰ ਮਾਣ ਹੋਵੇਗਾ। ਬੇਟਾ ਇੱਕ ਸਬਕ ਚੇਤੇ ਰੱਖਣਾ, ਆਪਣੇ ਵੀਰ ਵਾਂਗ ਸਾਰੇ ਵਾਰ ਆਪਣੀ ਹਿੱਕ ਤੇ ਖਾਣੇ ਪਿੱਠ ਤੇ ਨਹੀਂ। ਧੰਨ ਜਿਗਰਾ ਦਸਮ ਪਾਤਸ਼ਾਹ ਆਪਣੇ ਪੁੱਤਰ ਤੋਰ ਰਹੇ ਨੇ ਹੱਥੀ। ਸਤਿਗੁਰਾਂ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਤੋਰਿਆ। ਹੁਣ ਭਾਈ ਜੀਵਨ ਸਿੰਘ ਦਰਵਾਜ਼ੇ ਦੇ ਖੜੇ ਨੇ। ਮਹਾਰਾਜ ਤੁਸੀਂ ਆਨੰਦਪੁਰ ਸਾਹਿਬ ਛੱਡਿਆ ਸੀ ਤਾਂ ਸਬਰ ਕੀਤਾ, ਬਾਪੂ ਤੋਰਿਆ ਤਾਂ ਸਬਰ ਕੀਤਾ, ਮਾਤਾ ਤੇ ਛੋਟੇ ਸਾਹਿਬਜ਼ਾਦਿਆਂ ਦਾ ਪਤਾ ਨਹੀਂ ਤਾਂ ਸਬਰ ਕਰ ਲਿਆ, ਮਾਤਾਵਾਂ ਦਾ ਪਤਾ ਨਹੀਂ ਤਾਂ ਸਬਰ ਕੀਤਾ, 4 ਵਿੱਚੋਂ 2 ਕੋਲ, 2 ਵਿੱਚੋਂ 1 ਤੋਰ ਦਿੱਤਾ ਤਾਂ ਸਬਰ ਕਰ ਲਿਆ। ਪਰ ਸਤਿਗੁਰੂ ਇੱਕ ਬੇਨਤੀ ਹੈ, ਹੁਣ ਪ੍ਰਵਾਨ ਕਰ ਲਿਓ, ਅੱਜ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਆਪਣੇ ਕੋਲ ਰੱਖ ਲਓ। ਅੱਜ ਮੈਦਾਨੇ ਜੰਗ ਜਾਣ ਦੀ ਆਗਿਆ ਆਪਣੇ ਸਿੰਘਾਂ ਨੂੰ ਦੇ ਦਿਓ। ਪਾਤਸ਼ਾਹ ਨੇ ਆਖਿਆ ਨਹੀਂ ਜੀਵਨ ਸਿੰਘਾ, ਮੈਂ ਦੁਨੀਆ ਦਾ ਮੋਹ ਤੋੜ ਕੇ ਆਪਣੇ ਪੁੱਤਰ ਪੰਥ ਨੂੰ ਬਚਾਉਣ ਖਾਤਰ ਅੱਜ ਕੁਰਬਾਨ ਕਰ ਦੇਣੇ ਨੇ। ਮੈਂ ਬੱਚਿਆਂ ਦੇ ਨਾਲ
ਮੋਹ ਨਹੀਂ ਜਿਤਾਉਣਾ ਚਾਹੁੰਦਾ। ਝਾਤੀ ਮਾਰ ਕੇ ਵੇਖ ਮੈਦਾਨੇ ਜੰਗ ਮੇਰੇ ਪੁੱਤਰ ਪਏ ਹੋਏ ਨੇ, ਕਿਵੇਂ ਮੈਂ ਉਹਨਾਂ ਨੂੰ ਇਹਨਾਂ ਦੇ ਵਿੱਚੋਂ ਫਰਕ ਪਾ ਕੇ ਆਪਣੇ ਕੋਲ ਰੱਖ ਲਵਾਂ। ਦਰਵਾਜ਼ਾ ਖੋਲ ਦਿਓ। ਦਰਵਾਜ਼ਾ ਖੁੱਲ ਗਿਆ। ਸਾਹਿਬਜ਼ਾਦਾ ਜੁਝਾਰ ਸਿੰਘ ਮੈਦਾਨੇ ਜੰਗ ਚੜ੍ਹਿਆ ਏ ਤੇ ਮੈਦਾਨੇ ਜੰਗ ਖਾਲਸਾ ਚੱਲਿਆ। ਖਾਲਸੇ ਦੀ ਚੜ੍ਹਤ ਕੈਸੀ ਹੈ, ਸੀਤਾ ਸਾਹਿਬ ਜੀ ਨੇ ਬੜਾ ਸੋਹਣਾ ਨਕਸ਼ਾ ਖਿੱਚਿਆ। ਉਹ ਕਹਿੰਦੇ ਵੀ ਖਾਲਸੇ ਦੇ ਅੱਗੇ ਸਾਰਾ ਕੁਝ ਹੀ ਝੁਕਦਾ ਹੈ। ਉਹ ਲਿਖਦੇ ਕਹਿੰਦੇ ਗੋਬਿੰਦ ਮਰਗਿੰਦ ਗੁਰੂ ਹਿੰਦ ਬਖਸ਼ਿੰਦ ਦਾ ਤੇ ਦੁਖੀਆਂ ਦੇ ਤਾਰਨੇ ਨੂੰ ਸਾਜਿਆ ਹੈ ਖਾਲਸਾ। ਦੇਣ ਹਿਤ ਆਸਰਾ ਨਿਆਸਰੇ ਨਿਓਟਿਆਂ ਨੂੰ ਡਿੱਗਿਆਂ ਉਭਾਰਨੇ ਨੂੰ ਸਾਜਿਆ ਹੈ ਖਾਲਸਾ। ਰੋਂਦਿਆਂ ਹਸਾਨ ਹਿਤ ਬੰਨਾਂ ਛਡਵਾਣ ਹਿਤ ਜ਼ਾਲਮਾਂ ਦੀ ਜੜ ਪੁੱਟ ਆਕੀਆਂ ਨਿਵਾਣ ਹਿਤ ਦੁੱਖੜੇ ਨਿਵਾਰਨੇ ਨੂੰ ਸਾਜਿਆ ਹੈ ਖਾਲਸਾ। ਉਹ ਕਹਿੰਦੇ ਵੀਰ ਦਸਮੇਸ਼ ਦੇ ਕਲੇਸ਼ ਦੇ ਹਰਨ ਹਾਰੇ ਤੇਰੀ ਲਲਕਾਰ ਸੁਣ ਸਾਰਾ ਸੰਸਾਰ ਡਰੇ। ਚੜ੍ਹਦਾ ਤਲਿੰਦਾ ਡਰੇ ਦੱਖਣ ਪਹਾੜ ਡਰੇ, ਸੁਣ ਕੇ ਭਵਕ ਤੇਰੀ ਰਾਜੇ ਬਾਈ ਧਾਰ ਡਰੇ। ਅਰਬ ਈਰਾਨ ਡਰੇ, ਮਿਸਰ ਯੂਨਾਨ ਡਰੇ, ਦਿੱਲੀ ਮੁਲਤਾਨ ਡਰੇ, ਕਾਬਲ ਕੰਧਾਰ ਡਰੇ। ਸੁਣ ਕੇ ਜਕਾਰਾ ਤੇਰਾ ਡੋਲ ਜਾਵੇ ਧੌਲ ਸ਼ੇਰਾ, ਕੰਬਰੇ ਪਤਾਲ ਸ਼ੇਸ਼ ਨਾਗ ਜੀ ਦੀ ਜਿੰਦ ਡਰੇ। ਜੰਗਲ ਪਹਾੜ ਬੀਆ ਬਾਣ ਸੁਣ ਸਾਣ ਕੰਬੇ, ਚਿਤਰਾ ਬਘੇਲਾ ਮਿਰਗ ਮਰ ਗਿੰਦ ਡਰੇ। ਸ਼ਾਦਰੇ ਚ ਸੁੱਤਾ ਥਰ ਥਰ ਜਹਾਂਗੀਰ ਕੰਬੇ, ਲਾਲ ਕਿਲੇ ਦਿੱਲੀ ਵਿੱਚ ਬੈਠਾ ਮੁਗਲਿੰਦ ਡਰੇ। ਕਹਿੰਦੇ ਖਾਲਸਾ ਤੇਰੀ ਐਸੀ ਚੜ੍ਹ, ਤੇਰੇ ਅੱਗੇ ਸਾਰੇ ਡਰਦੇ ਨੇ। ਅੱਜ ਸਾਹਿਬਜ਼ਾਦਾ ਅਜੀਤ ਸਿੰਘ ਮੈਦਾਨੇ ਜੰਗ ਚੱਲਿਆ ਤੇ ਕਿਸੇ ਵਿਦਵਾਨ ਸੱਜਣ ਨੇ ਬੜਾ ਸੋਹਣਾ ਨਕਸ਼ਾ ਖਿੱਚਿਆ। ਉਹ ਕਹਿੰਦਾ ਵੀ ਹੋ ਕੇ ਆਮੋ ਸਾਹਮਣੇ ਦਲ ਦੋਵੇਂ ਜੁੱਟੇ, ਉਹਦੀ ਕਹਾਣੀਆਂ ਛਾਨਣੀ ਕਈ ਮੱਥੇ ਫੁੱਟੇ, ਉੱਤੇ ਤੀਰ ਧਿਆਏ ਰੱਤ ਦੇ ਚਿੱਲਿਆਂ ਤੋਂ ਛੁੱਟੇ। ਸਾਹਿਬਜ਼ਾਦਾ ਅਜੀਤ ਸਿੰਘ ਮੈਦਾਨੇ ਜੰਗ, ਸਾਹਿਬਜ਼ਾਦਾ ਜੁਝਾਰ ਸਿੰਘ ਚੱਲਿਆ ਏ। ਇੱਕ ਪਾਸੇ ਮੁਸਲਮਾਨੀ ਫੌਜਾਂ ਆਪਣੇ ਅੱਲਾ ਨੂੰ ਯਾਦ ਕਰਦੀਆਂ ਆ ਰਹੀਆਂ। ਕਿਸੇ ਕਾ ਲਾ ਇਲਾ ਇल्ला मोहम्मद रसूल अल्लाह, अस्सलातु व सलाम लका नबी का, अस्सलातु व सलाम लका हबीब का, अस्सलातु व सलाम लका रसूल का। ते किसे आख्या अल्लाहू अकबर। इधरों खालसा तैयार बार तैयार है। साहिबजादा जुझार सिंह ने कीता दसम पातशाह नूं याद। वो कहंदे संगीत भुजंग प्रयात पातशाही दसवीं, करदन काती कटारी कड़ाकन तारदन तीरन तबकन तलाकन झाकन लगदन बरदन बाजे गर्दन गाजी महा गज गाजे छड़दन छतन झड़दन झारे डरदन डीरंग बागदम बकारे लाके नगारे दे चोटा छड़ के सत श्री अकाल दा जकारा दुश्मन दलां उत्ते साहिबजादा जुझार सिंह जा पिया वाला बाल। ਝੜੀ ਲਾ ਦਿੱਤੀ
ਓਏ ਓਡੇ ਓਡ ਵੈਰੀਆਂ ਨੂੰ ਟਾਂਗੀ ਦੇ उधर हो गया जवान दा पत्ता खाली उधर हो गया जवान दा हो उधर जालमा दे लथ गए सथार फिर बरछी संभाल लई शेर ने घेरा पालिया हो होए पालिया जा बहुतिया ने आन के हो फिर सूरमे ने धूली तलवार केड़ा पालिया जा बहुतिया ने आन के पालिया जा बहुतिया ने आन के हो फिर सूरमे ने धूली तलवार क्षमा हेठ जो पतंगा दियां ढेरियां क्षमा हेठ जो पतंगा दियां ढेरियां हो थड़े दिते उस लोथा दे उसार जरा जरा होके ढाल सारी उठ गई जरा जरा होके ढाल सारी उठ गई हो सैंदी वैरियां दे परवे अंत सैकड़े संजोई मड़े वड दी अंत सैकड़े संजोई मड़े वड दी हो अंत विचों टुट गई तलवार खाली हाथे अब मनु वांग सूरमा खाली हाथे अब मनु वांग सूरमा हो गया घेरिया दलां दे विच का टोटे होए के शरीर पाए डिगिया होए के शरीर पाए डिगिया हो पहुंची रूह सच खंड दरबार याद रहिंदियां जो सिखा तेरियां हाँ जी हाँ बरतरियां जा हो हस शहीदी पा गया जद लाल छुटेरा
ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ, ਹੱਥ ਬੰਨ ਬੋਲੇ ਸਤਿਗੁਰੂ ਵਾ ਭਾਣਾ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ, ਪੰਥ ਵਸੇ ਮੈਂ ਉਜੜਾਂ ਮਨ ਚਾਓ ਕਨੇਰਾ, ਵਾਹੋ ਵਾਹੋ ਗੋਬਿੰਦ ਸਿੰਘ ਧੰਨ ਤੇਰਾ ਜੇਰਾ। ਸਾਹਿਬਜ਼ਾਦਾ ਜੁਝਾਰ ਸਿੰਘ ਵੀ ਮੈਦਾਨੇ ਜੰਗ ਸ਼ਹੀਦ ਹੋ ਗਏ। ਦਸਮ ਪਾਤਸ਼ਾਹ ਨੇ ਕਮਰ ਕਸਾ ਕੱਸ ਲਿਆ, ਹੁਣ ਮੈਂ ਮੈਦਾਨੇ ਜੰਗ ਜਾਵਾਂਗਾ। ਸਿੰਘਾਂ ਨੇ ਵੇਖਿਆ ਵੀ ਪਾਤਸ਼ਾਹ ਚਲੇ ਗਏ ਤੇ ਬੜਾ ਵੱਡਾ ਅਨਰਥ ਹੋ ਜਾਵੇਗਾ। ਲੱਖਾਂ ਸਿੰਘ ਰਲ ਕੇ ਵੀ ਇੱਕ ਗੋਬਿੰਦ ਸਿੰਘ ਨਹੀਂ ਬਣਾ ਸਕਦੇ ਤੇ ਇੱਕ ਗੁਰੂ ਗੋਬਿੰਦ ਸਿੰਘ ਲੱਖਾਂ ਸਿੱਖ ਪੈਦਾ ਕਰ ਸਕਦੇ। ਆ 5 ਮਿੰਟ 'ਚ ਮੈਂ ਸਮਾਪਤੀ ਕਰਦੇ ਲੱਗਾ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਵਿੱਚ ਤੇ ਕਰਤਾਰ ਸਿੰਘ ਬਲਗਣ ਜੀ ਨੇ ਇੱਥੇ ਬੜਾ ਸੋਹਣਾ ਨਕਸ਼ਾ ਖਿੱਚਿਆ। ਉਹ ਕਹਿੰਦੇ ਹੌਲੀ ਹੌਲੀ ਗੜੀ ਵਿੱਚੋਂ ਸਰਕਾਰ ਨੇ ਦੇ ਕੇ ਥਾਪੜਾ ਸਿੰਘ ਸਰਦਾਰ ਟੋਰੇ, ਵੇਲਾ ਹੋ ਗਿਆ ਜਥਾ ਜਾਂ ਜਥੇ ਵਿੱਚੋਂ ਦੇ ਕੇ ਥਾਪੜਾ 94 ਸਰਦਾਰ ਟੋਰੇ। ਜਾ ਕੇ ਸਿੰਘ ਪਾਤਸ਼ਾਹ ਦੇ ਕੋਲ ਕਹਿਣ ਲੱਗੇ, ਦਾਤਾ ਵਕਤ ਸੰਭਾਲਣਾ ਚਾਹੀਦਾ ਏ, ਅੰਗੀ ਪਾਲ ਜੀਓ ਸਾਡੀ ਬੇਨਤੀ ਹੈ, ਅੰਗ ਸਿੱਖੀ ਦਾ ਪਾਲਣਾ ਚਾਹੀਦਾ ਏ, ਅਸੀਂ ਮਰਾਂਗੇ ਲੜਦਿਆਂ ਅੰਤ ਤੀਕਰ, ਐ ਪਰ ਤੁਸੀਂ ਜਲਦੀ ਤਿਆਰ ਹੋ ਜਾਓ, ਇਥੋਂ ਨਿਕਲ ਜਾਓ, ਨੀਲੇ ਨੂੰ ਲੱਤ ਦੇ ਕੇ ਲੋ ਲੱਗਦਿਆਂ ਜੰਗਲੋਂ ਪਾਰ ਹੋ ਜਾਓ, ਸਾਡੇ ਜਿਹੇ ਲੱਖਾਂ ਪੈਦਾ ਕਰੇਗਾ ਤੂੰ, ਪਾਸਾ ਅਸਾਂ ਕੋਈ ਜਗਤ ਦਾ ਥੰਮਣਾ ਨਹੀਂ, ਪਰ ਜੇ ਤੂੰ ਨਾ ਰਿਓ ਦਸ਼ਮੇਸ਼ ਦੂਲੇ, ਗੋਬਿੰਦ ਸਿੰਘ ਮੁੜ ਕੇ ਫਿਰ ਜੰਮਣਾ ਨਹੀਂ। ਆਇਆ ਰੋਹ ਅੰਦਰ ਪੁਤਲਾ ਸ਼ਾਂਤੀ ਦਾ, ਉਹਦੀ ਵੀਰਤਾ ਸ਼ਾਨ ਵਿਖਾਣ ਲੱਗੀ, ਤੀਰਾਂ ਉਹਦਿਆਂ ਗਿੱਟ ਗਿੱਟ ਜੀਭ ਕੱਢੀ, ਆਕੜ ਉਸ ਦੀ ਲੈਣ ਕਮਾਨ ਲੱਗੀ, ਵਾਂਗ ਸ਼ੂਕੀ ਦਮੂਈ ਦੇ ਤੇਗ ਉਹਦੀ ਵੱਟ ਵਿੱਚ ਮਿਆਣ ਦੇ ਖਾਣ ਲੱਗੀ। ਨੀਲਾ ਹਣਕਿਆ ਬਾਜ ਨੇ ਖੰਭ ਫੰਡੇ, ਧਰਤੀ ਕੰਬ ਕੇ ਹੁਣ ਹੈਰਾਨ ਲੱਗੀ। ਉਸਨੇ ਕਿਹਾ ਗੰਭੀਰਤਾ ਨਾਲ ਸਿੱਖੋ, ਕੀ ਮੈਂ ਪਿੱਠ ਵਿਖਾ ਕੇ ਨੱਠ ਜਾਵਾਂ, ਅੱਜ ਜਿੰਨਾ ਮੌਤ ਤੀਕਰ ਮੇਰਾ ਸਾਥ ਦਿੱਤਾ, ਕੀ ਇਹ ਪੁੱਤ ਮਰਵਾ ਕੇ ਨੱਠ ਜਾਵਾਂ। ਸਿੰਘ ਨਾਲ ਜਕਲੰਬ ਦੇ ਬੋਲ ਉੱਠੇ, ਹੁਣ ਇੱਥੇ ਘੜੀ ਲੰਘਾਣ ਦੀ ਆਗਿਆ ਨਹੀਂ, ਗੋਬਿੰਦ ਸਿੰਘ ਪੰਥ ਤੈਨੂੰ ਹੁਕਮ ਦਿੰਦਾ ਏ, ਹੁਣ ਕੋਈ ਸੁਣ ਸੁਣਾਣ ਦੀ ਆਗਿਆ ਨਹੀਂ, ਤੇਰੀ ਜਾਨ ਮਾਨਤਾ ਹੈ ਖਾਲਸੇ ਦੀ, ਇਹਨੂੰ ਕਿਤੇ ਗਵਾਣ ਦੀ ਆਗਿਆ ਨਹੀਂ। ਸੁਣਿਆ ਗੁਰੂ ਨੇ ਗੁਰੂ ਦਾ ਹੁਕਮਨਾਮਾ, ਛੇਤੀ ਸੀਸ ਝੁਕਾ ਕੇ ਉੱਠ ਟੁਰਿਆ, ਹੱਥ ਜੋੜ ਦਿੱਤੇ, ਅੱਖਾਂ ਭਰ ਆਈਆਂ, ਉਹ ਹੁਕਮ ਬਜਾ ਕੇ ਉੱਠ ਟੁਰਿਆ। ਦਸਮ ਪਾਤਸ਼ਾਹ ਮੈਦਾਨੇ ਜੰਗ ਚੋਂ ਚੱਲੇ ਨੇ, ਚਮਕੌਰ ਦੀ ਗੜੀ ਵਿੱਚੋਂ ਨਿਕਲ ਲੱਗੇ ਨੇ। ਗੋਬਿੰਦ ਸਿੰਘ ਆਪੇ ਗੁਰੂ ਆਪ ਚੇਲਾ, ਪੰਥ ਤਾਈ ਵਿਖਾ ਕੇ ਉੱਠ ਟੁਰਿਆ। ਗੜੀ ਵਿੱਚੋਂ ਸਰਕਾਰ ਜਦੋਂ ਤੁਰਨ ਲੱਗੇ, ਦਸਮ ਪਾਤਸ਼ਾਹ ਹੁਣ ਗੜੀ ਵਿੱਚੋਂ ਤੁਰੇ ਨੇ ਤੇ ਸਤਿਗੁਰਾਂ ਨੇ ਜਾਂਦਿਆਂ ਜਾਂਦਿਆਂ ਵੇਖਿਆ ਕਿ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਸਰੂਪ ਪਿਆ ਏ। ਪਾਤਸ਼ਾਹ ਕੋਲੋਂ ਦੀ ਮੁਸਕਰਾ ਕੇ ਲੰਘ ਗਏ ਤੇ ਭਾਈ ਦਇਆ ਸਿੰਘ ਨੇ ਆਖਿਆ, ਮਹਾਰਾਜ ਕੀ ਸੀ ਮੋਤੀਆਂ ਵਾਲੇ ਦਾ ਵਿਗੜ ਜਾਂਦਾ, 4 ਹੰਝੂ ਜੇ ਫੁੱਲ ਦੇ ਕੇਰ ਜਾਂਦਾ, ਉਹਦੇ ਤਿਆਗ ਦੀ ਮਹਿੰਦੀ ਨਾਲ ਲੱਥਣੀ ਸੀ, ਸੁੱਕਾ ਹੱਥ ਜੇ ਪਿਆਰ ਦਾ ਫੇਰ ਜਾਂਦਾ। ਦਸਮ ਪਾਤਸ਼ਾਹ ਕੀ ਹੋ ਚੱਲਿਆ ਸੀ, ਜੇ ਸਾਹਿਬਜ਼ਾਦੇ ਜੁਝਾਰ ਸਿੰਘ ਦੇ ਸਿਰ ਤੇ ਪਿਆਰ ਦਾ ਹੱਥ ਹੀ ਫੇਰ ਜਾਂਦੇ। ਤੇ ਦਸਮ ਪਾਤਸ਼ਾਹ ਨੇ ਜਵਾਬ ਦਿੱਤਾ, ਨਾ ਕਿਹਾ ਦਇਆ ਸਿੰਘਾ ਮੇਰੀ ਛਾਤੀ ਵਿੱਚ ਵੀ ਦਿਲ ਧੜਕਦਾ ਏ। ਉਹ ਦਿਲ ਪਤਾ ਕੀ ਸੀ, ਮੇਰੀ ਰੂਹ ਕੀ ਕਰਦੀ ਸੀ, ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ, ਪਰ ਮੈਂ ਹੁਕਮ ਬਜਾ ਕੇ ਆ ਗਿਆ ਹਾਂ। ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ, ਇਹਨਾਂ ਮਿਹਣਿਆਂ ਤੋਂ ਸਮਝਾ ਮਾਣ ਮਿਲਦਾ ਕਿ ਮੈਂ ਸਰਬੰਸ ਲੁਟਾ ਕੇ ਆ ਗਿਆ ਹਾਂ। ਇਹ ਵੀ ਕਹਿਣਗੇ ਤਾਂ ਵੀ ਸੁਣ ਲਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ। ਮੈਨੂੰ ਰਤਾ ਪਰਵਾਹ ਨਹੀਂ ਜੱਗ ਸਾਰਾ, ਬੇਸ਼ੱਕ ਮੈਨੂੰ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ ਤੇ ਪੁੱਤ ਹੋਰ ਸਮਝੇ। ਪਾਤਸ਼ਾਹ ਨੇ ਆਖਿਆ, ਮੈਨੂੰ ਸਿੱਖਾਂ ਤੇ ਪੁੱਤਰਾਂ ਵਿੱਚ ਫਰਕ ਨਹੀਂ ਦਇਆ ਸਿੰਘਾ, ਮੇਰੇ ਲਈ ਸਾਰੇ ਇੱਕੋ ਹੀ ਨੇ। ਵੇਖਾਂ ਮੈਦਾਨ ਵਿੱਚ ਝਾਤੀ ਜ਼ਰਾ ਮਾਰ ਕੇ, ਸਿੰਘ ਵੀ ਤੇ ਸੁੱਤੇ ਨੇ, ਕਿੰਨੇ ਜਾਨਾਂ ਵਾਰ ਕੇ। ਪਾਤਸ਼ਾਹ ਨੇ ਆਖਿਆ, ਸਿੰਘਾਂ ਨੂੰ ਛੱਡ ਕਿਵੇਂ ਮੋਹ ਜਤਲਾ ਦਿਆਂ, ਦੱਸ ਦਇਆ ਸਿੰਘਾ ਸਿੱਖੀ 'ਚ ਵਖੇਵਾਂ ਕਿਵੇਂ ਪਾ ਦਿਆਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਾਹਿਬਜ਼ਾਦਿਆਂ ਦੇ ਸਰੂਪਾਂ ਦੇ ਕੋਲੋਂ ਦੀ ਚਲੇ ਗਏ। ਇੱਕ ਵਾਰੀ ਮੋਹ ਦੇ ਵਿੱਚ ਭਿੱਜ ਕੇ ਉਹਨਾਂ ਦੇ ਚਿਹਰੇ ਤੇ ਹੱਥ ਵੀ ਨਹੀਂ ਫੇਰਿਆ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤਾਈਓ ਤੇ ਉਹਨਾਂ ਦੀ ਪ੍ਰਥਾएं, ਕਿਸੇ ਵਿਦਵਾਨ ਸੱਜਣ ਨੇ ਆਖਿਆ ਸੀ, ਇਹ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ। ਜੇ ਅੱਜ ਦੇਸ਼ ਦੀ ਆਣ ਕਾਇਮ ਹੈ ਤਾਂ ਦਸ਼ਮੇਸ਼ ਦੇ ਸਦਕੇ, ਜੇ ਦੇਸ਼ ਦੀ ਸ਼ਾਨ ਕਾਇਮ ਹੈ ਤਾਂ ਦਸ਼ਮੇਸ਼ ਦੇ ਸਦਕੇ। ਇਹ ਦੁਨੀਆ ਦੇ ਲੋਕੋ, ਇਸ ਵਿੱਚ ਝੂਠ ਨਹੀਂ ਜੇ ਕੋਈ, ਜੇ ਅੱਜ ਹਿੰਦੁਸਤਾਨ ਕਾਇਮ ਹੈ
ਤਾਂ ਇੱਕ ਦਸਮੇਸ਼ ਦੇ ਸਦਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਮੁੱਚੇ ਉਹਨਾਂ ਦੇ ਪਰਿਵਾਰ ਤੇ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਮੇਰੇ ਪੜਦਾਦਾ ਉਸਤਾਦ ਸਤਿਕਾਰਯੋਗ ਗਿਆਨੀ ਸੋਹਣ ਸਿੰਘ ਸੀਤਲ ਸਾਹਿਬ ਜੀ ਦੇ ਪਵਿੱਤਰ ਨਾਮ ਤੇ ਭਾਈ ਸਾਹਿਬ ਜੀ ਵੱਲੋਂ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਪਵਿੱਤਰ ਨਾਮ ਤੇ ਬੇਅੰਤ ਪਿਆਰ ਭੇਜਿਆ ਗਿਆ। ਧੰਨਵਾਦ ਕਰਦਾ ਵੀਰ ਜੀ ਬਿਕਰਮਜੀਤ ਸਿੰਘ ਤੇ ਸਤਿਕਾਰਯੋਗ ਭਾਜੀ ਮਹਾਂਵੀਰ ਸਿੰਘ ਜੀ ਇਤਿਹਾਸਕ ਬੋਲਾਂ ਤੋਂ ਖੁਸ਼ ਹੋ ਕੇ 1000 ਰੁਪਇਆ ਸਪੈਸ਼ਲ ਇਨਾਮ ਭੇਜਦੇ ਨੇ। ਮੈਂ ਉਹਨਾਂ ਦੀ ਕਦਰਦਾਨੀ ਦਾ ਤਹਿ ਦਿਲੋਂ ਧੰਨਵਾਦ ਕਰਦਾ। ਸਤਿਗੁਰੂ ਨੂੰ ਤੰਦਰੁਸਤੀ ਬਖਸ਼ਣ। ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲੇ ਉਹਨਾਂ ਦੇ ਨਾਮ ਤੇ ਬੇਅੰਤ ਪਿਆਰ। ਸਤਿਕਾਰਯੋਗ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੇ ਪ੍ਰਧਾਨ ਮੁੱਖ ਸੇਵਾਦਾਰ ਸਰਦਾਰ ਬਲਦੇਵ ਸਿੰਘ ਜੀ ਐਮਏ ਅਤੇ ਉਹਨਾਂ ਦੇ ਭਤੀਜੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਭਾਈ ਸਾਹਿਬ ਜੀ ਬੇਅੰਤ ਪਿਆਰ ਭੇਜ ਕੇ ਮੈਂ ਧੰਨਵਾਦ ਕਰਦਾ। ਗੁਰੂ ਕੀ ਸਮੁੱਚੀ ਸੰਗਤ ਦਾ ਧੰਨਵਾਦ। ਪ੍ਰਬੰਧਕ ਜਨਾਂ ਦਾ ਧੰਨਵਾਦ। ਸਾਊਂਡ ਵਾਲੇ ਵੀਰ ਦਾ ਧੰਨਵਾਦ। ਲਾਈਵ ਚੈਨਲ ਬੜਾ ਸੋਹਣਾ ਉਹਨਾਂ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰੋਗਰਾਮ ਪਹੁੰਚਾਉਂਦੇ ਨੇ, ਧੰਨਵਾਦ ਹੈ। ਔਰ ਭਾਜੀ ਮਹਾਂਵੀਰ ਸਿੰਘ ਜੀ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਵੀਰ ਜੀ ਗੁਰਲਾਲ ਸਿੰਘ ਜੀ ਅਤੇ ਵੀਰ ਬਿਕਰਮਜੀਤ ਸਿੰਘ ਜੀ, ਬਾਕੀ ਸਾਰੀ ਸੰਗਤ ਜਿਨ੍ਹਾਂ ਸਾਰਿਆਂ ਦਾ ਹੁਕਮ ਸਤਿਕਾਰਯੋਗ ਸੰਗਤ ਦਾ ਹੁਕਮ ਸਾਡੇ ਤੱਕ ਤੁਹਾਡਾ ਉਹਨਾਂ ਸੁਨੇਹਾ ਸਾਡੇ ਤੱਕ ਪਹੁੰਚਾਇਆ, ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਭੁੱਲਾਂ ਸਾਰੀਆਂ ਮੇਰੀਆਂ ਮੇਰੀ ਝੋਲੀ ਪਾ ਦਿਓ। ਭਾਈ ਲਖਵਿੰਦਰ ਸਿੰਘ ਜੀ ਦਾਸ ਦੇ ਜਥੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਾਉਂਦੇ ਨੇ। ਭਾਈ ਧੰਨਵਾਦ ਹੈ। ਅਸੀਂ ਦੇ ਕੱਪੜੇ ਵੀ ਤੁਹਾਡੇ ਦਿੱਤੇ ਵਿੱਚੋਂ ਹੀ ਪਾਉਣੇ ਆ। ਅਸੀਂ ਜਿਹੜੀਆਂ ਗੱਡੀਆਂ ਤੇ ਆਉਣੇ ਤੁਹਾਡੇ ਦਿੱਤੇ ਵਿੱਚੋਂ ਹੀ ਆਉਣੇ। ਅਸੀਂ ਤੇ ਰੋਮ ਰੋਮ ਕਰਕੇ ਧੰਨਵਾਦ ਕਰਦੇ ਗੁਰੂ ਦਾ ਜਿਹਨੇ ਆਪਣੇ ਦਰ ਦਾ ਢਾਡੀ ਬਣਾਇਆ। ਅਰਦਾਸ ਕਰਿਓ ਕਿ ਮਾਇਆ ਤੇ ਚਲੋ ਹਰ ਇੱਕ ਨੂੰ ਚਾਹੀਦੀ ਹੈ, ਮਾਇਆ ਤੋਂ ਬਿਨਾਂ ਵੀ ਗੱਡੀ ਨਹੀਂ ਚੱਲਦੀ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਆਖਿਆ ਸੀ ਔਰਤ ਇਮਾਨ ਪੁੱਤਰ ਨਿਸ਼ਾਨ ਤੇ ਮਾਇਆ ਗੁਜ਼ਰਾਨ। ਪਰ ਇੱਕ ਅਰਦਾਸ ਕਰੋ ਵੀ ਆ ਜਿਹੜੀ ਤੁਸੀਂ ਮਾਇਆ ਦਿੱਤੀ ਹੈ ਚੰਗੇ ਥਾਂ ਤੇ ਲੱਗੇ। ਇਹ 'ਚੋਂ ਅਸੀਂ ਕੋਈ ਚੰਗੇ ਇਤਿਹਾਸਕ ਗ੍ਰੰਥ ਚੰਗੀਆਂ ਕਿਤਾਬਾਂ ਪੜ੍ਹ ਕੇ ਤੁਹਾਡੇ ਸਾਹਮਣੇ ਫਿਰ ਇਤਿਹਾਸਕ ਵਣਗੀਆਂ ਨੂੰ ਨਿਰੋਲ ਢਾਡੀ ਕਲਾਂ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਸਕੀਏ। ਸਾਥੀ ਮੇਰੇ ਪੂਜਾ ਪਿਤਾ ਉਸਤਾਦ ਗਿਆਨੀ ਮਿਲਖਾ ਸਿੰਘ ਮੌਜੀ ਸਾਹਿਬ ਦੇ ਸਪੁੱਤਰ ਜੋ ਖੱਬੇ ਪਾਸੇ ਗਾ ਰਹੇ ਨੇ, ਢਾਡੀ ਪ੍ਰਭਜੋਤ ਸਿੰਘ ਜੀ ਬੀਏ ਇਸ ਵੇਲੇ ਐਮਏ ਵਿਦਿਆਰਥੀ ਨੇ, ਐਮਏ 'ਚ ਪੜ੍ਹ ਵੀ ਰਹੇ ਨੇ। ਸਰੰਗੀ ਮਾਟਰ ਸਾਡੇ ਪ੍ਰੋਫੈਸਰ ਸਾਹਿਬ ਜਿਨ੍ਹਾਂ ਕੋਲ ਅਸੀਂ ਐਮਏ ਕਰ ਰਹੇ ਹਾਂ, ਸਰੰਗੀ ਸਰਦਾਰ ਸੁਖਵਿੰਦਰ ਸਿੰਘ ਜੀ ਫਤਿਹਗੜ੍ਹ ਸਭਰਾ ਸਰਦਾਰ ਸ਼ਾਮ ਸਿੰਘ ਅਟਾਰੀ ਜੀ ਦੇ ਸ਼ਹੀਦੀ ਸਥਾਨ ਤੋਂ, ਢਾਡੀ ਭਾਈ ਜਸਬੀਰ ਸਿੰਘ ਜੀ ਬੀਏ ਸ਼੍ਰੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਦੀ ਪਵਿੱਤਰ ਧਰਤੀ ਤੋਂ, ਅਤੇ ਦਾਸ ਹਮ ਅਵਗੁਣ ਭਰੇ ਏਕ ਗੁਣ ਨਾਹੀ ਮਨਵੀਰ ਸਿੰਘ ਬੀਏ ਇਸ ਵੇਲੇ ਐਮਏ ਵਿਦਿਆਰਥੀ ਬਾਬਾ ਦੀਪ ਸਿੰਘ ਜੀ ਦੇ ਪਾਵਨ ਜਨਮ ਸਥਾਨ ਨਗਰ ਪਹੁਵਨ ਸਾਹਿਬ ਤੋਂ। ਇਤਨੀ ਸੇਵਾ ਪ੍ਰਵਾਨ ਕਰਿਓ। 25, 26, 27 ਜਨਵਰੀ ਨੂੰ ਬਾਬਾ ਜੀ ਦਾ ਬੜੀ ਚੜ੍ਹਦੀ ਕਲਾ ਨਾਲ ਜਨਮ ਦਿਹਾੜਾ ਮਨਾਇਆ ਜਾਂਦਾ ਹੈ। ਸੰਗਤਾਂ ਨੂੰ ਬੇਨਤੀ ਹੈ ਹੁਮ ਹੁਮਾ ਕੇ ਪਹੁੰਚਣ ਦਾ ਯਤਨ ਕਰਨਾ। ਭੁੱਲਾਂ ਮੇਰੀਆਂ ਪ੍ਰਤੀ ਅਰਦਾਸ ਕਰਿਓ ਕਿ ਪਾਤਸ਼ਾਹ ਨੂੰ ਸਮੱਤ ਬਖਸ਼ਿਓ, ਕਿਤੇ ਗੂੰਗਿਆਂ ਕੋਲੋਂ ਅਰਥ ਆਪ ਹੀ ਕਰਵਾ ਲੈਣੇ ਅਤੇ ਢਾਡੀ ਕਲਾ ਦੀ ਇਸੇ ਤਰ੍ਹਾਂ ਸੇਵਾ ਕਰਦੇ ਇਹਨਾਂ ਦੇ ਸਟੇਜਾਂ ਤੇ ਸਵਾਸੇ ਨਿਕਲਣਾ। ਇਹ ਅਰਦਾਸ ਸਾਡੇ ਪ੍ਰਤੀ ਤੁਸੀਂ ਜ਼ਰੂਰ ਸਤਿਗੁਰੂ ਦੇ ਚਰਨਾਂ ਵਿੱਚ ਕਰਿਓ। ਵਿੱਚ ਸੰਗਤ ਹਰ ਪ੍ਰਭ ਵਸਿਆ ਜੀਓ, ਤੁਹਾਡੇ ਵਿੱਚ ਰੱਬ ਵਸਦਾ ਹੈ। ਰੋਮ ਰੋਮ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਜਿਨ੍ਹਾਂ ਪਾਰ ਬਖਸ਼ਿਸ਼ ਕੀਤੀ। ਜ਼ੁਬਾਨ ਦਾ ਸਾਥ ਪਰਮਾਤਮਾ ਨੇ ਕਿਰਪਾ ਕਰਕੇ ਆਪ ਸਿਰ ਤੇ ਹੱਥ ਰੱਖ ਕੇ ਕਰਾਇਆ ਤੇ ਉਸ ਵਿੱਚੋਂ ਕੁਝ ਸ਼ਬਦ ਸਤਿਗੁਰਾਂ ਦੇ ਪ੍ਰਥਾਏ ਆਖੇ। ਅੱਖਰ ਬਾਅਦ ਕੱਢ ਭੁੱਲ ਚੁੱਕ ਮੁਆਫ ਕਰਨੀ। ਪਿਆਰ ਸਤਿਕਾਰ ਨਾਲ ਬੁਲਾਓ ਫਤਿਹ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਧੰਨਵਾਦ ਢਾਡੀ ਭਾਈ ਮਨਵੀਰ ਸਿੰਘ ਜੀ ਪਹੂਵਿੰਡ ਉਹਨਾਂ ਦੇ ਸਮੂਹ ਜਥੇ ਦੇ ਸਿੰਘਾਂ ਦਾ, ਜਿਨ੍ਹਾਂ ਦੇ ਉੱਪਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਅਤਿਅੰਤ ਬਖਸ਼ਿਸ਼ਾਂ ਉਹਨਾਂ ਨੂੰ ਢਾਡੀ ਕਲਾਂ ਦੀਆਂ ਮਹਾਰਾਜ ਜੀ ਨੇ ਦਿੱਤੀਆਂ ਨੇ। ਬੜੇ ਲੰਬੇਰੇ ਸਮੇਂ ਤੋਂ ਤਕਰੀਬਨ ਸਵੇਰੇ 9:30 ਵਜੇ ਤੋਂ ਜਦੋਂ ਦਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪ੍ਰਾਰੰਭ ਹੋਇਆ ਸੀ, ਗੁਰੂ ਕੀ ਸੰਗਤ ਗੁਰੂ ਚਰਨਾਂ ਵਿੱਚ ਬਿਰਾਜਮਾਨ ਹੋ ਕੇ ਹਾਜ਼ਰੀਆਂ ਭਰ ਰਹੀਆਂ ਸਨ। ਇੱਥੇ ਸਮਾਪਤੀ ਹੈ ਜੀ। ਸੰਗਤ ਜੀ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਆਪ ਜੀ ਨੇ ਸਵੇਰ ਅੰਮ੍ਰਿਤ ਵੇਲੇ ਤੋਂ ਲੈ ਕੇ ਬੜੇ ਪਿਆਰ ਦਾ ਸਬੂਤ ਦਿੱਤਾ, ਬੜੇ ਸਤਿਕਾਰ ਸਹਿਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬਿਰਾਜਮਾਨ ਰਹਿ ਕੇ ਹਾਜ਼ਰੀਆਂ ਭਰੀਆਂ ਨੇ, ਇਸੇ ਤਰ੍ਹਾਂ ਕੱਲ੍ਹ ਨੂੰ ਵੀ ਗੁਰਮਤਿ ਦੀਵਾਨ ਸ਼ਹੀਦ ਸਿੰਘਾਂ ਸ਼ਹੀਦ ਸਿੰਘਣੀਆਂ ਦੀ ਯਾਦ ਦੇ ਅੰਦਰ ਸੱਜਣਾ ਸਰਬੱਤ ਸੰਗਤਾਂ ਨੂੰ ਬੇਨਤੀ ਹੈ। ਕੱਲ੍ਹ ਨੂੰ ਵੀ 27 ਦਸੰਬਰ ਨੂੰ ਆਪ ਜੀ ਨੇ ਦਰਸ਼ਨ ਦੇਣੇ ਨੇ। ਕੱਲ੍ਹ ਸਾਡੇ ਪਾਸ ਪੰਥ ਦੇ ਮਹਾਨ ਵਿਦਵਾਨ ਗੁਣੀ ਜਨ